ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 18 ਜੁਲਾਈ 2023 3 ਸਾਵਨ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਅਸੀਂ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ RCN ਕੇਬਲ ਵੈਲਵਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਐਪਸਟੇਟ ਨਿਊਯਾਰਕ ਤੋਂ ਸਰਦਾਰ ਕਿਰਪਾਲ ਸਿੰਘ ਜਰਾਂ ਵੱਲੋਂ। ਸੋ ਇਹਨਾਂ ਨੇ TV84 ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਹੈ ਕਿ ਤੁਸੀਂ ਜੋ ਪ੍ਰੋਜੈਕਟ ਤੇ ਕੰਮ ਕਰ ਰਹੇ ਹੋ ਕੌਮ ਨੂੰ ਮੀਡੀਆ ਦੀ ਬਹੁਤ ਲੋੜ ਹੈ। ਉਮੀਦ ਕਰਦੇ ਹਾਂ ਕਿ TV84 ਹੋਰ ਬੁਲੰਦੀਆਂ ਛੋਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਕਿਰਪਾਲ ਸਿੰਘ ਜਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸਿਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਸਟੇਟ ਦੀਆਂ ਜਿਹੜੀਆਂ ਕਰਤੂਤਾਂ ਨੇ ਇੱਕ ਜਮਹੂਰੀ ਦੇਸ਼ ਵਾਲੀਆਂ ਨਾ ਹੋ ਕੇ ਇੱਕ ਰੋਗ ਸਟੇਟ ਵਾਲੀਆਂ ਹਨ। ਰੋਗ ਸਟੇਟ ਉਸ ਮੁਲਕ ਨੂੰ ਕਹਿੰਦੇ ਹਨ ਜਿੱਥੇ ਇੰਟਰਨੈਸ਼ਨਲ ਲਾਅ ਅਤੇ ਇਨਸਾਨੀ ਕਦਰਾਂ ਕੀਮਤਾਂ ਨੂੰ ਪੈਰਾਂ ਹੇਠ ਚੜਾਇਆ ਉਹ ਰੋਲਿਆ ਜਾਂਦਾ ਹੋਵੇ ਅਤੇ ਧੱਕੇ ਦਾ ਰਾਜ ਹੋਵੇ। ਸੋ ਸਾਡੇ UK ਤੋਂ ਜਿਹੜੇ ਵਿਊਅਰ ਸਵਿੰਦਰ ਸਿੰਘ ਜੋਰਾਂ ਨੇ ਸਾਨੂੰ ਭਾਰਤ ਦੇ ਰੋਗ ਨੇਸ਼ਨ ਹੋ ਜਿਹੜੀ ਸੰਬੰਧੀ ਹੈ ਦਲੀਲਾਂ ਦਿੱਤੀਆਂ ਨੇ ਪੇਸ਼ ਕੀਤੀਆਂ ਨੇ ਔਰ ਲਿਖਤਾਂ ਨੂੰ ਭੇਜੀਆਂ ਨੇ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅੱਜ ਸਪਾਂਸਰਸ਼ਿਪ ਕਿਹਨਾਂ ਦੀ ਸੀ? ਸਰਦਾਰ ਕਿਰਪਾਲ ਸਿੰਘ ਜਰਾਂ ਦੀ। ਹਾਂ ਨਿਊਯਾਰਕ ਤੋਂ। ਹਾਂਜੀ ਨਿਊਯਾਰਕ ਅਪਸਟੇਟ ਨਿਊਯਾਰਕ ਤੋਂ। ਹਾਂ ਇਹ ਸਾਡੇ ਰੈਗੂਲਰ ਵਿਊਅਰ ਵੀ ਨੇ ਰੈਗੂਲਰ ਸਪਾਂਸਰ ਵੀ ਨੇ ਔਰ ਅਸੀਂ ਵੀਰ ਕਿਰਪਾਲ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿਉਂਕਿ ਇਹੀ ਸਾਡੇ ਵੀਰ ਅਸਲ ਦੇ ਵਿੱਚ ਜੇ ਅੱਜ TV84 ਰਾਹੀਂ ਜਾਂ ਇਸ ਸੱਚੋ ਸੱਚ ਦੇ ਪਲੇਟਫਾਰਮ ਰਾਹੀਂ ਲੱਖਾਂ ਲੋਕਾਂ ਤੱਕ ਸੱਚ ਹੱਕ ਇਨਸਾਫ ਦਾ ਸੁਨੇਹਾ ਪਹੁੰਚਦਾ ਹੈ ਤੇ ਇਹ ਸਾਡੇ ਇਹਨਾਂ ਵੀਰਾਂ ਭੈਣਾਂ ਦੀ ਬਦੌਲਤ ਹੀ ਹੈ ਜਿਹੜੇ ਬੜੇ ਜੈਨਰਸਲੀ ਡੋਨੇਟ ਕਰਦੇ ਨੇ ਕਿਉਂਕਿ ਇਹ ਬਿਗ ਬਜਟ ਪ੍ਰੋਜੈਕਟ ਹੈ ਔਰ ਜਦੋਂ ਤੁਸੀਂ ਸਿਧਾਂਤਕ ਲੀਹਾਂ ਦੇ ਉੱਤੇ ਕਿਸੇ ਪ੍ਰੋਗਰਾਮ ਨੂੰ ਰਨ ਕਰਦੇ ਹੋ ਜਾਂ ਕਿਸੇ TV ਨੂੰ ਰਨ ਕਰਦੇ ਹੋ ਇੱਕ ਤਾਂ ਦਰਬਾਰੀ ਮੀਡੀਆ ਹੁੰਦਾ ਜਿਹੜਾ ਸਰਕਾਰੀ ਬੋਲੀ ਬੋਲਦਾ ਇੱਕ ਉਹ ਨੇ ਜਿਨ੍ਹਾਂ ਨੇ ਸਿਰਫ ਤੇ ਸਿਰਫ ਵਪਾਰਕ ਹਿੱਤਾਂ ਨੂੰ ਸਾਹਮਣੇ ਰੱਖਣਾ ਉਹਨਾਂ ਦੇ ਲਈ ਕੋਈ اخلاق ਕੋਈ ਕੌਮੀ ਡਿਸਪਲਿਨ ਜਾਂ ਕੌਮੀ ਹਿੱਤ ਮੈਟਰ ਨਹੀਂ ਕਰਦੇ ਔਰ ਉਹਨਾਂ ਨੂੰ ਵੀ ਜਿਹੜਾ ਇਸ ਲਈ ਉਹਨਾਂ ਨੇ ਸਰਵਾਈਵ ਕਰਨਾ ਹੁੰਦਾ ਹੈ ਕਿ ਉਹਨਾਂ ਦਾ ਮਾਡਲ ਹੀ ਬਿਜ਼ਨਸ ਮਾਡਲ ਹੁੰਦਾ ਹੈ ਔਰ ਉਹਨਾਂ ਨੇ ਉਸ ਕਿਸਮ ਦੇ ਬਿਜ਼ਨਸਮੈਨਾਂ ਦੀ ਝੂਠੀ ਖਿਦਮਤ ਝੂਠੀ ਤਾਰੀਫ ਜਾਂ ਉਹਨਾਂ ਦੇ ਕਸੀਦੇ ਪੜ੍ਹ ਕੇ ਜਿਹੜਾ ਉਹਨਾਂ ਤੋਂ ਬਟੋਰਨਾ ਹੁੰਦਾ ਹੈ ਤੇ ਲੈ ਦੇ ਕੇ ਜਿਹੜੇ ਸਾਡੇ ਵਰਗੇ ਲੋਕ ਰਹਿ ਜਾਂਦੇ ਨੇ ਜਿਹੜੇ ਸਿਰਫ ਤੇ ਸਿਰਫ ਸਿਧਾਂਤਕ ਗੱਲ ਕਰਦੇ ਨੇ ਉਹਨਾਂ ਨੂੰ ਵੀ ਬਹੁਤ ਵਾਰ ਜੇ ਅਸੀਂ ਈਵਨ ਗੁਰਦੁਆਰਾ ਮੈਨੇਜਮੈਂਟਾਂ ਜਾਂ ਧਨਾੜ ਸਿੱਖਾਂ ਦੇ ਨੁਕਤੇ ਤੋਂ ਦੇਖੀਏ ਉਹਨਾਂ ਨੂੰ ਤਾਂ ਵੈਸੇ ਹੀ ਕਰੰਟ ਵੱਜਦਾ ਹੈ ਜਦੋਂ ਕੋਈ ਖਾਲਿਸਤਾਨ ਤਾਂ ਦੂਰ ਦੀ ਗੱਲ ਉਹਨਾਂ ਦੇ ਲਈ ਤਾਂ ਜੇ ਉਹਨਾਂ ਨੂੰ ਇਹ ਨਜ਼ਰ ਆਏ ਵੀ ਇਸ ਚੋਂ ਜਿਹੜੀ ਹੈ ਉਹ ਹੱਕੀ ਗੱਲ ਨਿਕਲਣੀ ਹੈ ਜਾਂ ਸੱਚੀ ਗੱਲ ਨਿਕਲਣੀ ਹੈ ਉਹ ਤਾਂ ਉਸ ਨੂੰ ਵੀ ਟੋਲਰੇਟ ਕਰਨ ਨੂੰ ਤਿਆਰ ਨਹੀਂ। ਫਿਰ ਸਾਡੇ ਹੱਥ ਤਾਂ ਫਿਰ ਗੁਰੂ ਦੇ ਅੱਗੇ ਜੁੜਦੇ ਨੇ ਤੇ ਗੁਰੂ ਆਪਣੇ ਪਿਆਰਿਆਂ ਦੇ ਉੱਤੇ ਰਹਿਮਤ ਕਰਕੇ ਮਿਹਰ ਕਰਕੇ ਜਿਹੜਾ ਇਸ ਪਾਸੇ ਉਹਨਾਂ ਨੂੰ ਤੋਰਦੇ ਨੇ। ਸੋ ਅਸੀਂ ਵੀਰ ਕਿਰਪਾਲ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਆਮ ਤੌਰ ਤੇ ਸਾਡਾ ਓਪਨਿੰਗ ਸੈਗਮੈਂਟ ਜਿਹੜੀਆਂ ਘਟਨਾਵਾਂ
24 ਘੰਟੇ ਦੇ ਵਿੱਚ ਵਾਪਰੀਆਂ ਹੁੰਦੀਆਂ, ਉਹਨਾਂ 'ਚ ਜਿਹੜੀ ਕੋਈ ਬਹੁਤ ਅਹਿਮੀਅਤ ਵਾਲੀ ਹੁੰਦੀ ਹੈ ਉਸ ਨਾਲ ਸ਼ੁਰੂ ਹੁੰਦਾ ਹੈ। ਲੇਕਿਨ ਅੱਜ ਅਸੀਂ ਇਸ ਨੂੰ ਸਾਡੇ ਵੀਰ ਸਵਿੰਦਰ ਸਿੰਘ ਥਾਂਦੀ ਜਿਹੜੇ ਯੂਕੇ ਤੋਂ ਸਾਡੇ ਨਾਲ ਲਗਾਤਾਰਤਾ ਦੇ ਨਾਲ ਜੁੜੇ ਹੋਏ ਨੇ ਔਰ ਬੜੀ ਕ੍ਰੀਏਟਿਵ ਥਿੰਕਿੰਗ ਹੈ ਉਹਨਾਂ ਦੀ, ਰਿਸਰਚ ਮਾਈਂਡ ਹੈ ਔਰ ਭਾਰਤੀ ਸਟੇਟ ਔਰ ਉਸ ਦੇ ਅੰਦਰ ਕੀ ਚੱਲ ਰਿਹਾ ਹੈ, ਦੁਨੀਆ ਦੇ ਵਿੱਚ ਕੀ ਚੱਲ ਰਿਹਾ ਤੇ ਸਿੱਖ ਕੌਮ ਨੂੰ ਆਪਣੀ ਕੌਮੀ ਆਜ਼ਾਦੀ ਦੇ ਲਈ ਕੀ ਕਰਨ ਦੀ ਲੋੜ ਹੈ, ਇਹਨਾਂ ਬਾਰੇ ਉਹਨਾਂ ਦੀ ਪੂਰੀ ਸਪਸ਼ਟਤਾ ਹੈ। ਸੋ ਉਹਨਾਂ ਦੀ ਲਿਖਤ ਸਾਨੂੰ ਹਾਲਮਾਰਕਸ ਆਫ ਏ ਰੋਗ ਨੇਸ਼ਨ ਇਹ ਜਿਹੜੀ ਹੈ ਆਈ ਹੈ, ਅਸੀਂ ਇਸ ਦੇ ਉੱਤੇ ਹੀ ਗੱਲ ਕਰਾਂਗੇ। ਪਰ ਕਿਉਂਕਿ ਇਹ ਆਪਣੇ ਆਪ 'ਚ ਸਿਰਫ ਉਹਨਾਂ ਦੇ ਵਿਚਾਰ ਨਹੀਂ ਨੇ, ਇਹਦੇ 'ਚ ਬਹੁਤ ਅਹਿਮ ਸਟੋਰੀ ਜੁੜੀ ਹੋਈ ਹੈ, ਜਿਸ ਕਰਕੇ ਇਹਨੂੰ ਮੈਂ ਐਜ਼ ਏ ਲੀਡ ਸੈਗਮੈਂਟ ਵੀ ਲਿਆ। ਇਹ ਉਹ ਸਟੋਰੀ ਜਿਹੜੀ ਡਿਵੈਲਪ ਤਾਂ ਪਿਛਲੇ 10-11 ਮਹੀਨੇ ਤੋਂ ਹੋ ਰਹੀ ਸੀ, ਲੇਕਿਨ ਕਿਉਂਕਿ ਦਰਬਾਰੀ ਮੀਡੀਆ ਹੋਏ ਜਾਂ ਅਦਰਵਾਈਜ਼ ਵੀ ਜਿਨ੍ਹਾਂ ਨੂੰ ਇੱਧਰ ਉੱਧਰ ਝੂਠੀਆਂ ਖਬਰਾਂ ਘੜਨ ਦਾ ਸ਼ੌਕ ਹੈ, ਉਹ ਸੱਚ ਵੱਲ ਤਾਂ ਉਹਨਾਂ ਦਾ ਜਾਣ ਦੀ ਨੀਅਤ ਹੀ ਨਹੀਂ ਹੁੰਦੀ ਕਦੇ ਵੀ। ਔਰ ਇਹ ਜਦੋਂ ਅਸੀਂ ਇਹ ਵੀ ਦੇਖਦੇ ਰਹੇ ਪਿਛਲੇ ਪੀਰੀਅਡ 'ਚ ਕਿ ਜੀ ਜੇ ਇਜ਼ਰਾਈਲ ਨੇ ਭਾਰਤ ਦੇ ਨਾਲ ਬਹੁਤ ਚੰਗੇ ਸਬੰਧਾਂ ਦੀ ਗੱਲ ਕੀਤੀ ਤੇ ਉਸ ਸਬੰਧਾਂ ਦੀ ਗੱਲ ਆਮ ਤੌਰ ਤੇ ਇਹੀ ਦੇਖਿਆ ਜਾਂਦਾ ਹੈ ਕਿ ਭਾਈ 5-6 ਬਿਲੀਅਨ ਡਾਲਰ ਦੇ ਹਥਿਆਰ ਭਾਰਤ ਖਰੀਦਣ ਲੱਗ ਗਿਆ ਇਜ਼ਰਾਈਲ ਤੋਂ, ਔਰ ਸ਼ਾਇਦ ਉਸੇ ਲਈ ਇਜ਼ਰਾਈਲ ਨੇ ਫੇਵਰ ਕੀਤੀ ਫਿਰ ਉਸ ਕਿਸਮ ਦਾ ਸਪਾਈ ਮਾਲਵੇਅਰ ਪੈਗਾਸਸ, ਜਿਹਦੇ ਰਾਹੀਂ ਤੁਸੀਂ ਜਿਹਦੇ ਮਰਜ਼ੀ ਫੋਨ 'ਚ ਵੜ ਜਾਓ, ਜਿਹਦੇ ਮਰਜ਼ੀ ਬੈਡਰੂਮ 'ਚ ਵੜ ਜਾਓ, ਉਹਦੀ ਵੀਡੀਓਗ੍ਰਾਫੀ ਵੀ ਹੋ ਰਹੀ ਹੈ, ਉਹਦੀ ਰਿਕਾਰਡਿੰਗ ਵੀ ਹੋ ਰਹੀ ਹੈ, ਕੋਈ ਇਨ ਪਰਸਨ ਜਾਣ ਦੀ ਵੀ ਲੋੜ ਨਹੀਂ ਹੈ। ਔਰ ਉਹ ਸਿਰਫ ਤੇ ਸਿਰਫ 1-2 ਕੰਪਨੀਆਂ ਦੇ ਕੋਲ ਜ਼ਾਹਰ ਹੈ ਮੋਸਾਦ ਦਾ ਇਹ ਪ੍ਰੋਡਕਟ ਹੈ, ਇਜ਼ਰਾਈਲੀ ਖੁਫੀਆ ਏਜੰਸੀ ਦਾ, ਔਰ ਉਸ ਚੋਂ ਅਸੀਂ ਇਹ ਦੇਖਿਆ ਕਿ ਵੀ ਇਹ ਜਿਹੜੀ ਭਾਰਤ ਨੂੰ ਖਾਸ ਤੌਰ ਤੇ ਪੈਗਾਸਸ ਦੇਣਾ ਹੈ ਉਹਨਾਂ ਦਾ, ਔਰ ਉਸ ਲੈਵਲ ਦੀ ਡੀਲ ਜਿਹਨੂੰ ਸੁਪਰੀਮ ਕੋਰਟ ਸਾਹਮਣੇ ਵੀ ਜਦੋਂ ਇਹ ਕੇਸ ਲੱਗਦਾ ਹੈ ਤੇ ਉਹ ਵੀ ਉਸ ਨੂੰ ਖੁਰਦ-ਬੁਰਦ ਕਰਨ ਤੱਕ ਜਾਂਦਾ ਹੈ ਵੀ ਐਸੀ ਕੀ ਰੀਜ਼ਨਿੰਗ ਹੈ ਕਿ ਇਜ਼ਰਾਈਲ ਇੰਨਾ ਜਿਹੜਾ ਭਾਰਤ ਦੇ ਉੱਤੇ ਜਿਹੜਾ ਉਹ ਮਿਹਰਬਾਨ ਹੋਇਆ ਹੋਇਆ। ਫਿਰ ਅਸੀਂ ਜਦੋਂ ਇਹ ਦੇਖਿਆ ਕਿ ਭਾਈ ਕੱਲ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਜੋ ਇਹਨਾਂ ਨੇ ਆਦਿੱਤਿਆਨਾਥ ਯੋਗੀ ਨੇ ਬੁਲਡੋਜ਼ਰ ਨੂੰ ਇਸਤੇਮਾਲ ਕਰਕੇ ਜੋ ਹਾਲ ਉੱਥੇ ਗਰੀਬ ਮੁਸਲਮਾਨਾਂ ਦਾ ਜਾਂ ਜਿਹੜੇ ਥੋੜੇ ਬਹੁਤ ਖਾਂਦੇ ਪੀਂਦੇ ਜਾਂ ਬਾਰਸੂ ਸੀ ਉਹਨਾਂ ਦੇ ਘਰਾਂ ਨੂੰ ਬੁਲਡੋਜ਼ ਕਰ ਦੇਣਾ, ਉਹਨਾਂ ਦੇ ਕਾਰੋਬਾਰੀ ਸੰਸਥਾਨਾਂ ਨੂੰ ਡਿਸਟਰੋਏ ਕਰਨਾ। ਫਿਰ ਇਹ ਜ਼ਾਹਰ ਹੈ ਕਿ ਮੋਸਾਦ ਦੀ ਟ੍ਰੇਨਿੰਗ ਦੇ ਥੱਲੇ ਉਹ ਜਿਵੇਂ ਬੁਲਡੋਜ਼ ਕਰਦੇ ਨੇ ਫਲਸਤੀਨੀਆਂ ਦੇ ਘਰਾਂ ਨੂੰ, ਵੈਸਟ ਬੈਂਕ, ਗਾਜ਼ਾ, ਔਰ ਟੋਟਲ ਡਿਸਟਰਕਸ਼ਨ ਘਰਾਂ ਦੀ ਤਬਾਹੀ। ਫਿਰ ਅਸੀਂ ਇਹ ਦੇਖਿਆ ਕਿ ਜੋ ਇਹਨਾਂ ਨੇ ਡਾਇਰੈਕਟ ਜਿਹੜਾ ਕੰਮ ਰੋਗ ਸਟੇਟ ਕਰਦੀ ਹੈ, ਜਦੋਂ ਅਸੀਂ ਰੋਗ ਲਫ਼ਜ਼ ਦਾ ਨੂੰ ਤੁਸੀਂ ਹਿੰਦੀ ਜਾਂ ਪੰਜਾਬੀ ਦੇ ਲਈ ਉਸ ਦੇ ਅਰਥ ਪਾਓਗੇ ਤਾਂ ਉਸ ਨੂੰ ਧੂਰਤ ਨੇਸ਼ਨ ਕਹਿਣਗੇ। ਹੁਣ ਬਹੁਤਿਆਂ ਨੂੰ ਇਹ ਵੀ ਨਹੀਂ ਹੋਣਾ ਵੀ ਧੂਰਤ ਕੀ ਹੁੰਦਾ। ਹੁਣ ਇੱਕ ਪਾਸੇ ਜਿਹੜੀ ਕੋਈ ਸਟੇਟ ਬਾਈ ਲਾਅ ਰਨ ਹੁੰਦੀ ਹੈ ਉਸ ਨੂੰ ਅਸੀਂ UN ਚਾਰਟਰ ਦੇ ਥੱਲੇ ਗਵਰਨਡ ਜਾਂ ਇੰਟਰਨੈਸ਼ਨਲ ਲਾਅ ਦੇ ਥੱਲੇ ਗਵਰਨਡ ਸਟੇਟ ਕਹਿੰਦੇ, ਪਰ ਜਿੱਥੇ ਧੱਕੇ ਦਾ ਰਾਜ ਹੋਏ, ਜਿੱਥੇ ਕੋਈ ਹਿਊਮਨ ਰਾਈਟਸ ਤਾਂ ਦੂਰ ਦੀ ਗੱਲ, ਈਵਨ ਲੋਕਾਂ ਦੇ ਕੋਈ ਮੁੱਢਲੇ ਹੱਕ ਨਾ ਹੋਣ, ਪਾਵਰ ਇੱਕ ਥਾਂ ਸੈਂਟਰਡ ਹੋਏ ਔਰ ਉਹ ਜਿਹਨੂੰ ਮਰਜ਼ੀ ਜਦੋਂ ਮਰਜ਼ੀ ਜਿਸ ਕਿਸਮ ਦੀ ਮਰਜ਼ੀ ਸਜ਼ਾ ਦੇ ਦੇਣ, ਜਿਹਨੂੰ ਮਰਜ਼ੀ ਚੁਕਾ ਦੇਣ, ਜਿਹਨੂੰ ਮਰਜ਼ੀ ਜੇਲ੍ਹਾਂ ਦੇ ਅੰਦਰ ਡੱਕ ਦੇਣ। ਇੱਕ ਪਾਸੇ ਤਾਂ ਆਈਡੀਓਲੋਜੀਕਲੀ ਹੈ, ਜਿਵੇਂ ਜਦੋਂ ਅਸੀਂ ਕਮਿਊਨਿਜ਼ਮ ਦੀ ਗੱਲ ਕਰਦੇ ਹਾਂ ਸੋ ਜ਼ਾਹਰ ਹੈ ਕਿ ਕਮਿਊਨਿਸਟ ਰਜੀਮ ਉਹ ਸੋਵੀਅਤ ਯੂਨੀਅਨ ਸੀ ਜਾਂ ਅੱਜ ਰਸ਼ੀਆ ਹੈ ਜਾਂ ਈਵਨ ਚਾਈਨਾ ਦੇ ਹਵਾਲੇ ਨਾਲ ਵੀ, ਭਾਵੇਂ ਉਹਨਾਂ ਦੀ ਇਕੋਨਮੀ ਉਹ ਖੁੱਲੀ ਹੈ, ਉਹਨਾਂ ਨੇ ਵਰਲਡ ਦੇ ਵਿੱਚ ਆਪਣਾ ਜਿਹੜਾ ਹੈ ਉਹ ਉਹਦਾ ਲੁਤਫ ਉਠਾਇਆ ਵਰਲਡ ਦੀ ਫਰੀडम ਆਫ ਦਾ ਇਕੋਨਮੀ ਦਾ, ਪਰ ਤੁਸੀਂ ਅੱਜ ਵੀ ਚਾਈਨੀਜ਼ ਸਟੇਟ ਦਾ ਇੰਟਰਨਲ ਸਟਰਕਚਰ ਦੇਖੋਗੇ ਉੱਥੇ ਕੀ ਹੁੰਦਾ ਹੈ ਕੀ ਨਹੀਂ ਹੁੰਦਾ, ਉਹ ਇੱਕ ਬਿਲਕੁਲ ਕਲੋਜ਼ਡ ਸਟੇਟ, ਇੱਕ ਡਿਕਟੇਟਰ ਵਾਲੀ ਸਟੇਟ ਵਾਂਗ ਹੈ। ਹੁਣ ਜਿਵੇਂ ਅੱਜ ਹੀ ਖਬਰ ਚੱਲ ਰਹੀ ਸੀ ਕਿ ਪਿਛਲੇ 3 ਹਫ਼ਤੇ ਤੋਂ ਚਾਈਨਾ ਦੇ ਫੋਰਨ ਮਿਨਿਸਟਰ ਦਾ ਉਹ ਕਿਸੇ ਮੀਟਿੰਗ 'ਚ ਨਹੀਂ ਆਇਆ, ਕਿਸੇ ਸਮਿਟ ਤੇ ਨਹੀਂ ਆਇਆ, ਔਰ ਪਹਿਲੇ ਦਿਨ ਸੀ ਕਿ ਜੀ ਉਹ ਡਿਊ ਟੂ ਹੈਲਥ ਰੀਜ਼ਨਸ ਹੁਣ ਉਹ ਵੀ ਗਾਇਬ ਕਰ ਦਿੱਤਾ। ਸੋ ਉੱਥੇ ਇਹ ਕੋਈ ਪਤਾ ਨਹੀਂ ਲੱਗਦਾ ਹੈ ਕਿ ਕਦੋਂ ਕਿਹਨੂੰ ਗਾਇਬ ਕਰਨਾ ਹੈ, ਈਵਨ ਕਿਸੇ ਦੀ ਪਰਸਨਲ ਡਿਟੇਲ ਕਿ ਕੌਣ ਕੀ ਹੈ ਕਿਸੇ ਤੱਕ ਨਹੀਂ ਪਹੁੰਚਦੀ, ਬਾਅਦ 'ਚ ਹੀ ਪਤਾ ਲੱਗਦਾ ਕਿ ਜੀ ਉਹ ਰਿਮੂਵ ਹੋ ਗਿਆ ਤੇ ਨਵਾਂ ਆ ਗਿਆ। ਸੋ ਜ਼ਾਹਰ ਹੈ ਕਿ ਵੀ ਜਿੱਥੇ ਚਾਈਨਾ ਵਰਗੀ ਸਟੇਟ ਕਮਿਊਨਿਜ਼ਮ ਦੀ ਆਈਡੀਓਲੋਜੀ ਨੂੰ ਪਰਨਾਈ ਹੋਈ ਹੈ, ਉੱਥੇ ਦੂਸਰੇ ਪਾਸੇ ਜਿਹੜੇ ਸਮਾਜਿਕ ਔਰ ਉਹਨਾਂ ਦੇ ਕਾਨੂੰਨੀ ਹੱਕ ਨੇ ਉਹ ਅਲਟੀਮੇਟਲੀ ਡਿਸਾਈਡ ਸਟੇਟ ਕਰਦੀ ਆ। ਉੱਥੇ ਤੁਸੀਂ ਫਰੀडम ਆਫ ਐਕਸਪ੍ਰੈਸ਼ਨ ਕਹੋ ਜਾਂ ਉੱਥੇ ਤੁਸੀਂ ਫਰੀडम ਟੂ ਐਕਸਪ੍ਰੈਸ
ਆਪਣਾ ਫੇਥ ਪ੍ਰੈਕਟਿਸ ਕਰਨਾ ਕੋਈ ਨਹੀਂ ਹੁੰਦਾ। ਲੇਕਿਨ ਜਦੋਂ ਅਸੀਂ ਕਿਸੇ ਮੁਲਕ ਦੇ ਨਾਲ ਲਫ਼ਜ਼ ਡੈਮੋਕ੍ਰੇਸੀ ਲਾ ਦਿੰਦੇ ਹਾਂ, ਹੁਣ ਚਾਈਨਾ ਨੇ ਤਾਂ ਕਦੇ ਕਲੇਮ ਨਹੀਂ ਕੀਤਾ ਵੀ ਉਹ ਡੈਮੋਕ੍ਰੇਸੀ ਹੈ। ਉਹਨਾਂ ਦੀ ਜੋ ਆਈਡੀਓਲੋਜੀ ਹੈ ਉਹ ਆਪਣੀ ਉਹ ਆਈਡੀਓਲੋਜੀ ਕਮਿਊਨਿਜ਼ਮ, ਫ੍ਰੀ ਇਕੋਨਮੀ ਔਰ ਆਪਣੀ ਟ੍ਰੈਡੀਸ਼ਨ ਜਾਂ ਪਰੰਪਰਾ ਉਹਨਾਂ ਦੇ ਕੰਬੀਨੇਸ਼ਨ ਚੋਂ ਜੋ ਵੀ ਮਾਡਲ ਉਹਨਾਂ ਨੇ ਕੱਢਿਆ ਹੋਇਆ ਉਹ ਉਸ ਨੂੰ ਇੰਪਲੀਮੈਂਟ ਕਰਦੇ ਨੇ। ਉਹ ਇਹ ਕਲੇਮ ਨਹੀਂ ਕਰਦੇ ਵੀ ਉਹ ਜਮਹੂਰੀਅਤ ਹੈ। ਇਸੇ ਤਰ੍ਹਾਂ ਜੇ ਪੁਤਿਨ ਦੇ ਹਵਾਲੇ ਨਾਲ ਗੱਲ ਕਰੀਏ, ਸੋਵੀਅਤ ਯੂਨੀਅਨ ਨੇ ਕੀ ਕੀਤਾ, ਸਟਾਲਿਨ, ਖਰੁਸ਼ਚੇਵ, ਗੋਰਬਾਚੋਵ ਤੱਕ ਪਹੁੰਚਦੇ ਆ, ਪਰ ਪੁਤਿਨ ਨੇ ਵੀ ਕਦੇ ਕਲੇਮ ਨਹੀਂ ਕੀਤਾ ਕਿ ਰਸ਼ੀਆ ਡੈਮੋਕ੍ਰੇਸੀ। ਹੁਣ ਜਦੋਂ ਇਹ ਸਵਾਲ ਕਿਤੇ ਉੱਠਦਾ ਹੈ ਕਿ ਵੀ ਜਿਹੜੀ ਇੱਕ ਲੇਬਲਿੰਗ ਡੈਮੋਕ੍ਰੇਸੀ ਦੀ ਹੈ, ਔਰ ਠੀਕ ਉਵੇਂ ਹੀ ਜਦੋਂ ਅਸੀਂ ਮੌਜੂਦਾ ਭਾਰਤ ਨੂੰ 1930 ਦੇ ਜਰਮਨੀ ਨਾਲ ਕੰਪੇਅਰ ਕਰਦੇ ਆ, ਤੇ ਫਿਰ ਜਰਮਨੀ ਦਾ ਤੁਸੀਂ ਉਦੋਂ ਨਾਂ ਦੇਖੋ, ਸੋਸ਼ਲਿਸਟ ਰਿਪਬਲਿਕ ਆਫ ਜਰਮਨੀ। ਉਹ ਜਰਮਨੀ ਜਿਹੜਾ ਸਮਾਜਵਾਦ, ਸੋਸ਼ਲਿਜ਼ਮ ਦੇ ਨਾਲ ਵੀ ਜੁੜਿਆ ਹੋਇਆ ਔਰ ਵੋਟਾਂ ਦਾ ਸਿਸਟਮ ਵੀ ਸੀ। ਹੁਣ ਹਿਟਲਰ ਨੇ ਕੋਈ ਕੂ ਕਰਕੇ ਤਾਂ ਪੋਲੀਟੀਕਲ ਪਾਵਰ ਨਹੀਂ ਸੀ ਲਈ, ਉਹਨੇ ਪਾਰਟੀ ਬਣਾਈ, ਪਹਿਲਾਂ ਘੱਟ ਸੀਟਾਂ ਮਿਲੀਆਂ, ਨਾਜ਼ੀ ਪਾਰਟੀ ਉਹਦੀ ਸੀ, ਉਹਦੀ ਆਈਡੀਓਲੋਜੀ ਉਹਨਾਂ ਨੇ ਪ੍ਰਮੋਟ ਕੀਤੀ ਨਾਜ਼ੀ ਪਾਰਟੀ ਦੀ, ਵਨ ਨੇਸ਼ਨ, ਵਨ ਰੇਸ, ਵਨ ਪੀਪਲ। ਪ੍ਰੋਪੇਗੈਂਡੇ ਦਾ ਉਹਨਾਂ ਨੇ ਪੂਰਾ ਸਹਾਰਾ ਲਿਆ ਲੋਕਾਂ ਤੱਕ ਪਹੁੰਚਣ ਲਈ ਕਿ ਜੀ ਜੋ ਜਰਮਨ ਕਿੰਨਾ ਐਡਵਾਂਸ ਔਰ ਅਸੀਂ ਕਿੰਨੇ ਸੁਪੀਰੀਅਰ ਰੇਸ ਸੀ, ਅਸੀਂ ਕਿੱਥੇ ਆ ਕੇ ਡਿੱਗ ਪਏ, ਇਹਦਾ ਕੌਣ ਜ਼ਿੰਮੇਵਾਰ ਹੈ, ਉਹ ਯਹੂਦੀਆਂ ਨੂੰ ਬਣਾਇਆ ਹੋਏ ਜਾਂ ਜਿਪਸੀਆਂ ਨੂੰ ਬਣਾਇਆ ਹੋਏ ਜਾਂ ਹੋਰ ਕਾਰਨ। ਪਰ ਉਹ ਪੋਲੀਟੀਕਲ ਕੈਂਪੇਨਿੰਗ ਸੀ ਔਰ ਇਵੈਂਚੁਅਲੀ ਉਹਨਾਂ ਨੇ ਫਾਈਨਲੀ ਪਾਵਰ ਗ੍ਰੈਬ ਕਰਨ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਵੀ ਉਹਨਾਂ ਨੇ ਕਿਵੇਂ ਜਿਹੜਾ ਰੈਕਟੈਕ ਉਹਨਾਂ ਦਾ ਰਾਈਟ ਟੈਕ ਸ਼ਾਇਦ ਉਹਦਾ ਜਿਹੜੀ ਪਾਰਲੀਮੈਂਟ ਬਿਲਡਿੰਗ ਸੀ ਉਹਨੂੰ ਅੱਗ ਲਵਾ ਕੇ ਉਹਨੂੰ ਕਮਿਊਨਿਸਟਾਂ ਦੇ ਖਾਤੇ 'ਚ ਪਾਇਆ। ਕੰਮ ਕਰਨ ਵਾਲੇ ਉਹ ਸੀ, ਫਿਰ ਪ੍ਰਚਾਰਿਆ ਗਿਆ। ਠੀਕ ਜੇ ਤੁਸੀਂ ਉਸ ਪੈਟਰਨ ਨੂੰ ਦੇਖੋਗੇ ਕਿ RSS ਨੇ ਕਿਵੇਂ ਭਾਰਤੀ ਜਨਸੰਘ ਤੋਂ BJP ਤੱਕ ਪਹੁੰਚਣ ਦਾ ਸਫ਼ਰ ਤੈਅ ਕੀਤਾ ਔਰ 3 ਵਾਰ ਭਾਰਤ ਦੇ ਵਿੱਚ RSS ਦੇ ਬੈਨ ਹੋਣ ਦੇ ਬਾਵਜੂਦ 2014 ਦੇ ਵਿੱਚ ਮੋਦੀ ਦੀ ਪਾਰਟੀ ਦਾ, BJP ਦਾ ਸੱਤਾ ਦੇ ਵਿੱਚ ਆਣਾ ਔਰ 2019 ਦੇ ਵਿੱਚ ਦੁਬਾਰਾ ਸੱਤਾ 'ਚ ਆਉਣ ਲਈ ਉਹਨਾਂ ਦੇ ਆਪਣੇ ਹੀ ਸਤਪਾਲ ਮਲਿਕ ਗਵਰਨਰ ਦੇ ਕਹਿਣ ਮੁਤਾਬਕ ਜੋ ਫਿਰ ਉਹਨਾਂ ਨੇ ਪੁਲਵਾਮਾ ਦਾ ਡਰਾਮਾ ਕੀਤਾ, ਨੌਟੰਕੀ ਕੀਤੀ, ਉਹਨੂੰ ਫਿਰ ਕਿਵੇਂ ਪ੍ਰਚਾਰਿਆ ਗਿਆ। ਸੋ ਐਗਜ਼ੈਕਟਲੀ ਇਹੀ ਕੁਝ ਨਾਜ਼ੀਆਂ ਨੇ ਉਹਨਾਂ ਆਪਣੀ ਪਾਰਲੀਮੈਂਟ ਬਿਲਡਿੰਗ ਨੂੰ ਸਾੜ ਕੇ ਕਮਿਊਨਿਸਟਾਂ ਦੇ ਉੱਤੇ ਦਬਾਅ ਬਣਾ ਕੇ ਫਿਰ ਐਲੀਮੀਨੇਸ਼ਨ ਉਹਨਾਂ ਨੇ ਕਮਿਊਨਿਸਟਾਂ ਦੀ ਵੀ ਕੀਤੀ, ਸੋਸ਼ਲਿਸਟ ਵੀ ਕੀਤੀ, ਸਿਵਲ ਲਿਬਰਟੇਰੀਅਨਸ ਦੀ ਵੀ ਕੀਤੀ ਔਰ ਜਿਹੜੀ ਹੈ ਯਹੂਦੀਆਂ ਦੀ ਤਾਂ ਕੀਤੀ, ਜਿਪਸੀਆਂ ਦੀ ਵੀ ਕੀਤੀ। ਹੁਣ ਅੱਜ ਅਸੀਂ ਜਦੋਂ ਦੇਖਦੇ ਹਾਂ ਤਾਂ ਉਦੋਂ ਹੁੰਦਾ ਕਿ ਵੀ ਇਹ ਜੋ ਕੁਝ ਜਰਮਨੀ ਨੇ ਕੀਤਾ ਸੀ ਔਰ ਜੋ ਉਹਨਾਂ ਨੇ ਆਪਣੇ ਲੋਕਾਂ ਨੂੰ ਪ੍ਰੈਜ਼ੈਂਟ ਕੀਤਾ, ਉਹ ਤਾਂ ਇਹ ਤਾਂ ਨਹੀਂ ਸੀ ਕਿ ਵੀ ਉਹ ਆਪਣੇ ਲੋਕਾਂ ਦੇ ਹਿੱਤਾਂ ਦੇ ਖਿਲਾਫ। ਜਰਮਨ ਜਿਹੜੇ ਨੇ ਪਿਆਰ ਕਰਦੇ ਸੀ ਉਹਨਾਂ ਨੂੰ ਕਿ ਦੇਖੋ ਜੀ ਇਹ ਤਾਂ ਸਾਨੂੰ ਕਿੱਥੋਂ ਕੱਢ ਕੇ ਗੁਰਬਤ ਚੋਂ ਔਰ ਜਿਹੜੀ ਗਲਾਨੀ ਔਰ ਜਿਹੜੀ ਸਾਡੀ ਦੁਰਦਸ਼ਾ ਬਾਕੀ ਯੂਰਪੀਅਨ ਕੰਟਰੀਜ਼ ਨੇ 1914 ਤੋਂ 1918 ਦੇ ਫਸਟ ਵਰਲਡ ਵਾਰ ਤੋਂ ਬਾਅਦ ਸਮਝੌਤੇ ਤਹਿਤ ਸਾਡੀ ਧੌਣ ਨੀਵੀਂ ਕੀਤੀ ਸੀ, ਅਸੀਂ ਵਾਪਸ ਉਭਾਰਿਆ, ਅਸੀਂ ਵਾਪਸ ਇੱਕ ਸ਼ਕਤੀ ਬਣਨ ਵੱਲ ਵਧ ਰਹੇ ਹਾਂ। ਇਹੀ ਮਾਡਲ ਤੁਸੀਂ ਇੰਡੀਆ 'ਚ ਦੇਖੋਗੇ। ਜਦੋਂ ਕਦੇ ਉਹ ਕਹਿੰਦੇ ਨੇ 1200 ਪਹਿਲਾਂ 1000 ਸਾਲ ਦੀ ਗੁਲਾਮੀ ਕਹਿੰਦੇ ਸੀ, ਹੁਣ ਮੋਦੀ ਇੱਥੇ ਉਹਦਾ ਸਟੇਟ ਆਫ ਦਾ ਯੂਨੀਅਨ ਐਡਰੈਸ 'ਚ 1200 ਸਾਲ ਉਹਨੇ ਕਿਹਾ ਜੀ, ਕਿਉਂਕਿ ਅਮਰੀਕਨਾਂ ਨੇ ਵੀ ਅਲਟੀਮੇਟਲੀ ਬ੍ਰਿਟਿਸ਼ ਤੋਂ ਹੀ ਆਜ਼ਾਦੀ ਹਾਸਲ ਕੀਤੀ ਸੀ। ਉਹਨਾਂ ਨੇ ਕਿਹਾ ਜੀ ਉਹ ਬ੍ਰਿਟਿਸ਼ ਵਾਲੇ 200 ਸਾਲ ਵੀ ਜੋੜ ਦਿਓ। ਹਾਲਾਂ ਮੈਂ ਇਹ ਦੇਖ ਰਿਹਾ ਸੀ, ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ 'ਚ ਕੋਈ ਨਾ ਕੋਈ ਹਿਸਟਰੀ ਸੈਗਮੈਂਟ ਨੂੰ ਵੀ ਕਰਨ ਦਾ। ਈਵਨ ਇਹ ਜਿਹੜਾ 1200 ਸਾਲ ਵੀ ਕਹਿਣਾ ਹੈ ਇਹ ਕਿਉਂਕਿ ਮੁਹੰਮਦ ਬਿਨ ਕਾਸਮ ਦੇ ਨਾਲ ਜੋੜ ਕੇ ਜਿਹੜਾ ਉਹ ਆਲਮੋਸਟ 1000 ਸਾਲ ਇਸਲਾਮ ਦੇ ਬਣ ਜਾਂਦੇ ਨੇ ਤੇ 200 ਸਾਲ ਅੰਗਰੇਜ਼ਾਂ ਦੇ ਰਾਜ ਦੇ ਬਣ ਜਾਂਦੇ ਨੇ। ਉਸ ਤੋਂ ਪਹਿਲਾਂ ਕਿਹੜੇ ਇਹਨਾਂ ਦੇ ਝੰਡੇ ਝੂਲਦੇ ਸੀ ਜਾਂ ਕੀ ਸੀ। ਈਵਨ ਜਦੋਂ ਅਸੀਂ ਪੰਜਾਬ ਦੇ ਹਵਾਲੇ ਨਾਲ ਵੀ ਗੱਲ ਕਰਾਂਗੇ ਕਿਸੇ ਵੇਲੇ ਕਿ ਭਾਈ ਇੱਥੇ ਬਹੁਤ ਵਾਰੀ ਸਾਡੇ ਵੀ ਇਹ ਦਿਮਾਗਾਂ 'ਚ ਇਹੀ ਹੈ ਕਿ ਸਿਕੰਦਰ ਆਇਆ ਔਰ ਉਹ ਰਾਵੀ ਦੇ ਕੰਢਿਓਂ ਮੁੜ ਗਿਆ ਔਰ ਬੁੱਕ। ਹਾਲਾਂਕਿ ਗ੍ਰੀਕਸ ਨੇ ਅੱਗੋਂ ਵੀ ਸਿਕੰਦਰ ਦੇ ਜਾਣ ਤੋਂ ਬਾਅਦ ਵੀ 200-300 ਸਾਲ ਜਿਹੜਾ ਉਹਨਾਂ ਦਾ ਬੋਲਬਾਲਾ ਰਿਹਾ। ਈਵਨ ਪੰਜਾਬ ਜਿਸ ਦਾ ਇਹ ਵੱਡਾ ਖਿੱਤਾ ਜਿਹੜਾ ਹੈ ਉਹ ਉਸ ਵੇਲੇ ਦੇ ਉਸ ਗ੍ਰੀਕ ਰਾਜਾ ਮੈਲਿੰਡਰ, ਜਿਹਨੂੰ ਗ੍ਰੀਕ ਦੇ ਵਿੱਚ ਮੈਲਿੰਡਰ ਕਹਿੰਦੇ ਨੇ, ਅਸੀਂ ਰਾਜਾ ਮਲਿੰਦ ਕਹਿੰਦੇ ਪੰਜਾਬ ਦੇ ਲਿਟਰੇਚਰ 'ਚ, ਕਿਉਂਕਿ ਮਲਿੰਦ ਜਾਂ ਮੈਲਿੰਡਰ ਨਾਲ ਇਹ ਕਹਾਣੀ ਇਸ ਲਈ ਵੀ ਜੁੜਦੀ ਹੈ ਕਿ ਉਸ ਵੇਲੇ ਦੇ
ਬਹੁਤ ਵੱਡੇ ਬੁੱਧਿਸਟ ਸਕਾਲਰ ਜਿਹੜਾ ਨਾਗਾ ਅਰਜੁਨ, ਉਸ ਦਾ ਉਹ ਫਾਲੋਅਰ ਬਣਦਾ ਹੈ ਮਿਲਿੰਦ। ਔਰ ਇਹ ਆਲਮੋਸਟ 2000 ਸਾਲ ਪਹਿਲਾਂ ਦੀ ਕਹਾਣੀ ਹੈ। ਔਰ ਉਹਦੀ ਮਿਲਿੰਦ ਦੀ ਰਾਜਧਾਨੀ ਮੌਜੂਦਾ ਜਿਹੜਾ ਸਿਆਲਕੋਟ ਹੈ ਪਾਕਿਸਤਾਨ ਦਾ, ਉਹ ਸੀ। ਸੋ ਉਹ ਪੂਰਾ ਹੀ ਇਹ ਸਾਰਾ ਜਿਹੜਾ ਇਹ ਬੁੱਧਿਜ਼ਮ ਦੀ ਬੈਲਟ ਸੀ। ਔਰ ਮਿਲਿੰਦਾ ਇੰਨਾ ਜ਼ਿਆਦਾ ਜਿਹੜਾ ਉਹ ਹੋਇਆ ਲਰਨਡ ਮੈਨ ਕਿ ਉਸ ਦੇ ਉੱਤੇ ਜਿਹੜੀ ਕਿੰਨੀਆਂ ਰਿਸਰਚਸ ਹੋਈਆਂ ਨੇ। ਔਰ ਉਸ ਵੇਲੇ ਪੰਜਾਬ ਨੂੰ ਜਿਹੜਾ ਹੈ ਉਹ ਵਿਜ਼ਡਮ ਦਾ ਦਿਮਾਗ ਕਿਹਾ ਜਾਂਦਾ ਸੀ ਕਿ ਭਾਈ ਸਿਆਣਪ ਹੈ ਤੇ ਇੱਥੇ ਹੀ ਹੈ। ਸੋ ਉਹ ਗ੍ਰੀਕ ਪੀਰੀਅਡ ਹੈ। ਸੋ ਕੁੱਲ ਮਿਲਾ ਕੇ ਜੇ ਕਹਿਣਾ ਹੋਏ ਵੀ ਜਿਹੜਾ, ਲੇਕਿਨ ਕਿਉਂਕਿ ਜਦੋਂ ਤੁਸੀਂ ਆਪਣੇ ਪੈਰ ਗੱਡਣੇ ਨੇ, ਅੱਡੀ ਗੱਡਣੀ ਹੈ, ਤੇ ਤੁਸੀਂ ਕੁਛ ਨਾ ਕੁਛ ਫੇਕ ਕ੍ਰੀਏਟ ਵੀ ਕਰਨਾ ਹੈ। ਤੇ ਜੇ ਥੋੜਾ ਬਹੁਤ ਕਿਤੇ ਸ਼ਾਈਨ ਸੀ ਤਾਂ ਉਹਨੂੰ ਤੁਸੀਂ ਪੂਰਾ ਸੂਰਜ ਬਣਾ ਕੇ ਪੇਸ਼ ਕਰਨਾ। ਸੋ ਇਹਨਾਂ ਦਾ ਵੀ ਉਹ ਸਾਰਾ ਜਿਹੜਾ ਤਰਜ਼ੇ ਬਿਆਨ ਹੈ ਹਿੰਦੂ ਤਵੀਆਂ ਦਾ, ਪਾਸਟ ਗਲੋਰੀ, ਭਾਰਤੀ ਗਰਵ, ਆਰੀਆ ਭੱਟ, ਕੁਮਾਰਲ ਭੱਟ, ਫਲਾਣਾ ਟਿਮਕਾ, ਕਿਸੇ ਨਾ ਕਿਸੇ ਨੂੰ ਸਾਇੰਸਦਾਨ ਬਣਾ ਦਿਓ, ਕਿਸੇ ਨੂੰ ਜਹਾਜ਼ਾਂ ਦਾ ਫਾਊਂਡਰ ਬਣਾ ਦਿਓ, ਕਿਸੇ ਨੂੰ ਜਿਹੜਾ ਉਹ ਟੈਸਟ ਟਿਊਬ ਬੇਬੀਜ਼ ਦਾ ਬਣਾ ਦਿਓ, ਕਿਸੇ ਨੂੰ ਪਲਾਸਟਿਕ ਸਰਜਨ ਬਣਾ ਦਿਓ। ਸੋ ਉਹ ਸਾਰੀ ਜਿਹੜੀ ਕ੍ਰੀਏਸ਼ਨ ਹੈ ਉਹ ਲੋਕਾਂ ਦੀ ਕੰਜ਼ੰਪਸ਼ਨ ਲਈ ਹੁੰਦੀ ਹੈ ਜੀ। ਕਿ ਦੇਖੋ ਜੀ ਅਸੀਂ ਤਾਂ ਤੁਹਾਨੂੰ ਉਸ ਦੌਰ ਚ ਲਿਜਾ ਰਹੇ, ਕਿਸੇ ਦੌਰ ਜਿਹੜਾ ਦੌਰ ਕਦੇ ਐਗਜ਼ਿਸਟ ਨਹੀਂ ਕਰਦਾ, ਜਾਂ ਦੂਸਰਿਆਂ ਦੇ ਕੀਤੇ ਕੰਮਾਂ ਨੂੰ ਆਪਣੇ ਖਾਤੇ ਚ ਪਾ ਕੇ ਕਹੋ ਜੀ ਤਾਜ ਮਹਿਲ ਵੀ ਮੰਦਿਰ ਸੀ, ਇਹਦਾ ਨਾਂ ਤਾਜੂ ਮੰਦਿਰ ਸੀ, ਇਹ ਫਲਾਣੀ ਬਿਲਡਿੰਗ ਵੀ ਜਿਹੜੀ ਹੈ ਇਹ ਸਾਡੀ ਸੀ, ਇਹ ਫਲਾਣੀ ਹਿੰਦੂ ਤਵੀਆਂ ਦੀ ਸੀ ਤੇ ਟਿਮਕਿਆਂ ਦੀ ਸੀ। ਸੋ ਇੱਕ ਪਾਸੇ ਤਾਂ ਇਹ ਹੈ। ਲੇਕਿਨ ਕਿਉਂਕਿ ਜਦੋਂ ਵੈਸਟ ਦੇ ਵਿੱਚ ਜਾਂ ਅੱਜ ਵੀ ਅਸੀਂ 21ਵੀਂ ਸਦੀ ਜੇ ਗੱਲ ਕਰੀਏ ਤੇ ਬਹੁਤ ਕੁਛ ਤਾਂ ਜਿਸ ਕਿਸਮ ਦੀ ਚੀਜ਼ ਪ੍ਰਚਾਰੀ ਜਾਂਦੀ ਆ ਉਸ ਕਿਸਮ ਦਾ ਸੌਦਾ ਵਿਕਦਾ ਹੈ। ਸੋ ਉਹਨਾਂ ਨੇ ਜਿਵੇਂ 1 ਬਿਲੀਅਨ 400 ਮਿਲੀਅਨ ਲੋਕਾਂ ਨੂੰ ਡੈਮੋਕ੍ਰੇਸੀ ਦੇ ਨਾਂ ਥੱਲੇ ਵੇਚਦੇ ਨੇ। ਸੋ ਇਹ ਬੜਾ ਜ਼ਰੂਰੀ ਹੈ ਸਮਝਣਾ ਕਿ ਵੀ ਇਹ ਸਾਰਾ ਚੱਲ ਕੀ ਰਿਹਾ। ਔਰ ਇੱਕਦਮ ਇਜ਼ਰਾਈਲ ਦੇ ਨਾਲ ਖਾਸ ਤੌਰ ਤੇ ਨੇੜਤਾ ਭਾਰਤ ਦੀ, ਔਰ ਖਾਸ ਤੌਰ ਤੇ RSS ਦੇ ਪਾਵਰ ਚ ਆਉਣ ਤੋਂ ਬਾਅਦ ਜਿਸ ਕਿਸਮ ਦੀ ਹੋਈ। ਔਰ ਇੱਕ ਸਟੋਰੀ ਜਿਹੜੀ ਕਿ ਮੈਂ ਸਮਝਦਾ ਵੀ ਬੜੀ ਲੀਡ ਸਟੋਰੀ ਹੈ, ਜਿਹਦਾ ਹਵਾਲਾ ਵੀ ਵੀਰ ਸਵਿੰਦਰ ਸਿੰਘ ਹੋਰਾਂ ਨੇ ਦਿੱਤਾ ਹੈ। ਔਰ ਅੱਜ ਅਸੀਂ ਜਦੋਂ ਕਿ 18 ਜੁਲਾਈ ਨੂੰ ਗੱਲ ਕਰ ਰਹੇ ਆਉਣ ਵਾਲੇ ਕੱਲ, ਉੱਥੇ ਆਲਰੇਡੀ ਸਵੇਰ ਦੇ ਆਵਰਸ ਨੇ। ਔਰ ਕੁਵੈਤ ਜਿਸ ਦੀ ਕੈਪੀਟਲ ਦੋਹਾ, ਜਿਨ੍ਹਾਂ ਨੇ ਬ੍ਰੇਕ ਥਰੂ ਕਰਾਇਆ ਤਾਲਿਬਾਨ ਔਰ ਅਮਰੀਕਨਾਂ ਦੀ ਨੈਗੋਸ਼ੀਏਸ਼ਨ ਦਾ ਵੀ ਔਰ ਦੂਸਰਿਆਂ ਦਾ। ਔਰ ਕੁਵੈਤ ਜਿਹੜਾ ਇਸ ਵੇਲੇ ਡਿਪਲੋਮੇਸੀ ਦੀ ਹੱਬ ਵੀ ਹੈ, ਪ੍ਰੋਗਰੈਸ ਵੀ ਹੈ, ਦੁਬਈ ਔਰ ਕੁਵੈਤ, ਔਰ ਇਹ ਜਿਹੜਾ ਇਹਨਾਂ ਦੀ ਪ੍ਰੋਗਰੈਸ ਹੈ। ਲੇਕਿਨ ਇਹਨਾਂ ਦੇ ਕਿਵੇਂ ਔਰ ਕੁਵੈਤ ਉਹਨਾਂ ਮੁਲਕਾਂ ਚੋਂ ਸੀ ਜਿਨ੍ਹਾਂ ਨੇ ਇਜ਼ਰਾਈਲ ਦੇ ਨਾਲ ਆਪਣੇ ਡਿਪਲੋਮੈਟਿਕ ਸੰਬੰਧ ਬਣਾ ਲਏ ਹੋਏ ਸੀ। ਲੇਕਿਨ 2008-2009 ਦੇ ਪੀਰੀਅਡ ਦੇ ਵਿੱਚ ਆਲਮੋਸਟ ਜਦੋਂ ਅਸੀਂ ਦੇਖਦੇ ਹਾਂ 14-15 ਸਾਲ ਪਹਿਲਾਂ ਇਜ਼ਰਾਈਲ ਨੇ ਫਲਸਤੀਨੀਆਂ ਤੇ ਧਾਵਾ ਬੋਲਿਆ, ਉਹਨਾਂ ਦਾ ਬਹੁਤ ਜਿਹੜਾ ਉਹ ਬੇਗੁਨਾਹ ਨੂੰ ਮਾਰਿਆ ਸੀ। ਉਦੋਂ ਉਹਨਾਂ ਨੇ ਕਤਰ ਨੇ ਆਪਣੇ ਸੰਬੰਧ ਅਗੇਨ ਤੋੜ ਲਏ ਸੀ ਇਜ਼ਰਾਈਲ ਦੇ ਨਾਲ। ਹੁਣ ਇੰਡੀਆ ਨੂੰ ਇਸਤੇਮਾਲ ਕਰਕੇ ਇਜ਼ਰਾਈਲ ਕਿਵੇਂ ਕਤਰ ਦੇ ਵਿੱਚ ਬੈਠ ਕੇ ਜਸੂਸੀ ਕਰਵਾਉਂਦਾ ਹੈ। ਔਰ ਇਹ ਕੋਈ ਛੋਟਾ ਕੇਸ ਨਹੀਂ ਹੈ, ਕੇਸ ਤਾਂ 10-11 ਮਹੀਨੇ ਤੋਂ ਹੈ, ਕਿਉਂਕਿ 10 ਮਹੀਨੇ ਤੋਂ ਭਾਰਤ ਦੇ ਵੱਡੇ ਜਿਹੜੇ ਨੇ ਆਲਮੋਸਟ 10 ਦੇ ਕਰੀਬ ਉਹਨਾਂ ਦੇ ਐਕਸ ਨੇਵੀ ਆਫੀਸਰ ਉਹ ਉਹਨਾਂ ਦੀ ਹਿਰਾਸਤ 'ਚ ਨੇ ਕਤਰ ਦੀ। ਡੈਥ ਸੈਂਟੈਂਸ ਉਹਨਾਂ ਨੂੰ ਦੇਣ ਦਾ ਚਾਰਜ ਹੈ। ਹੁਣ ਹੈ ਕੀ ਹੈ, ਪਹਿਲਾਂ ਤਾਂ ਮੈਂ ਉਹਨਾਂ ਦੇ ਨਾਂ ਦੱਸਾਂ ਕਿਉਂਕਿ ਇੱਕ ਨਾਂ ਉਹਦੇ 'ਚ ਸਿੱਖਾਂ ਵਾਲਾ ਲੱਗਦਾ ਹੈ। ਔਰ ਇਹ ਸਾਰੇ ਹੀ ਵੈਟਰਨ ਨੇ ਨੇਵੀ ਦੇ। ਕੈਪਟਨ ਨਵਤੇਜ ਸਿੰਘ ਗਿੱਲ, ਕੈਪਟਨ ਬਰਿੰਦਰ ਕੁਮਾਰ ਵਰਮਾ, ਕੈਪਟਨ ਸੌਰਵ ਵਸ਼ਿਸ਼ਟ, ਕਮਾਂਡਰ ਅਮਿਤ ਨਾਗਪਾਲ, ਕਮਾਂਡਰ ਪੁਰਨੇਂਡੂ ਤਿਵਾੜੀ, ਕਮਾਂਡਰ ਸੁਗਨਕਾਰ ਪਕਲਾ, ਕਮਾਂਡਰ ਸਜੀਵ ਗੁਪਤਾ ਤੇ ਸੇਲਰ ਰਗੇਸ਼। ਹੁਣ ਇਹ ਨੇਵੀ ਦਾ ਸਾਰਾ ਹੁਣ ਕਰ ਕੀ ਰਹੇ ਸੀ, ਇਹਨਾਂ ਨੇ ਓਮਾਨ ਬੇਸਡ ਇੱਕ ਕੰਪਨੀ ਜਿਹਦਾ ਨਾਮ ਦਾਹਰਾ ਗਲੋਬਲ ਟੈਕਨੋਲੋਜੀਜ਼ ਐਂਡ ਕੰਸਲਟੈਂਸੀ ਸਰਵਿਸਿਜ਼ ਇਨ ਦੋਹਾ, ਇਸ ਦੇ ਲਈ ਉਹ ਕੰਮ ਕਰਦੇ ਸੀ। ਇਹ ਦੋਹਾ ਕਤਰ ਦੀ ਕੈਪੀਟਲ ਹੈ। ਔਰ ਇਹ ਜਿਹੜਾ ਇਹਨਾਂ ਦੇ ਉੱਤੇ ਜਿਹੜਾ ਚਾਰਜ ਹੈ ਕਿ ਵੀ ਇਹ ਕਤਰੀ ਨੇਵੀ ਪਰਸਨਲ ਨੂੰ ਟ੍ਰੇਨਿੰਗ ਦੇ ਥੱਲੇ ਇਸ ਕੰਪਨੀ ਨਾਲ ਉਹਨੇ ਟਾਰਗੇਟ ਜਿਹੜਾ
ਕੰਟਰੈਕਟ ਕੀਤਾ ਹੋਣਾ ਕਤਰ ਵਾਲਿਆਂ ਨੇ, ਪਰ ਬੇਸਿਕਲੀ ਇਹ ਸਾਰੇ ਦੇ ਸਾਰੇ ਜਿਹੜੇ ਨੇਵਲ ਆਫੀਸਰ ਨੇ ਇਹ ਇਜ਼ਰਾਈਲ ਦੀ ਮੋਸਾਦ ਦੇ ਲਈ ਕੰਮ ਕਰਦੇ ਸੀ, ਉਹਨਾਂ ਦੀ ਇੰਟੈਲੀਜੈਂਸ ਏਜੰਸੀ ਲਈ ਕੰਮ ਕਰਦੇ ਸੀ। ਇਵੈਂਚੁਅਲੀ ਇਹ ਸਾਰਾ ਪਲਾਟ 10-11 ਮਹੀਨੇ ਪਹਿਲਾਂ ਅਨਕਵਰ ਹੋਇਆ। ਸਾਰੇ ਦੇ ਸਾਰੇ ਉਹਨਾਂ ਦੀ ਹਿਰਾਸਤ 'ਚ ਨੇ, ਉਹਨਾਂ ਦੇ ਫੈਮਿਲੀ ਮੈਂਬਰਸ ਨੂੰ ਮਿਲ ਲੈਣ ਦਿੰਦੇ ਨੇ ਔਰ ਇਹਨਾਂ ਦੇ ਲਈ ਜ਼ਾਹਰ ਹੈ ਕਿ ਵੀ ਡੈਥ ਸੈਂਟੈਂਸ ਹੈ, ਸਜ਼ਾਏ ਮੌਤ ਹੋਏਗੀ। ਔਰ ਸਿਰ ਹੁਣੇ ਇੰਡੀਅਨ ਗਵਰਨਮੈਂਟ ਔਰ ਦੂਜੇ ਤਰਲੇ ਤੁਰਲੇ ਕਰ ਰਹੇ ਨੇ ਕਿ ਵੀ ਦੋ ਮੌਕੇ ਹੁੰਦੇ ਨੇ ਕਤਰ ਦੇ ਵਿੱਚ ਜਾਂ ਇਸਲਾਮਿਕ ਮੁਲਕਾਂ 'ਚ ਬਹੁਤ ਵਾਰ, ਜਦੋਂ ਕਿ ਉਹ ਮਾਫੀ ਦਿੰਦੇ ਨੇ, ਆਮ ਮਾਫੀ ਦਿੱਤੀ ਜਾਂਦੀ, ਇਹਨੂੰ ਪਾਰਡਨ ਅਸੀਂ ਅੰਗਰੇਜ਼ੀ 'ਚ ਕਹਿੰਦੇ ਹਾਂ, ਜਾਂ ਰਮਾਦਾਨ ਦੇ ਮੌਕੇ ਹੁੰਦਾ ਤੇ ਜਾਂ ਉਹਨਾਂ ਦਾ ਨੈਸ਼ਨਲ ਡੇ ਹੁੰਦਾ ਹੈ ਕਤਰ ਵਾਲਿਆਂ ਦਾ। ਸੋ ਉਹਨਾਂ ਨੇ ਜਿਹੜਾ ਰਮਾਦਾਨ ਦੇ ਤਾਂ ਨਹੀਂ ਮਿਲੀ, ਹੁਣ ਉਹਨਾਂ ਨੂੰ ਇਹ ਆਸ ਕਰਦੇ ਨੇ ਔਰ ਇੰਡੀਆ ਰਾਹੀਂ ਉਹ ਪ੍ਰੈਸ਼ਰ ਬਿਲਡ ਕਰਾ ਰਹੇ ਨੇ ਕਿ ਜਿਹੜਾ ਦਸੰਬਰ 18 ਨੂੰ ਆਏਗਾ ਇਸੇ ਸਾਲ ਦੇ ਵਿੱਚ ਨੈਸ਼ਨਲ ਡੇ, ਉਦੋਂ ਇਹਨਾਂ ਨੂੰ ਮਾਫੀ ਦਿੱਤੀ ਜਾਏ। ਹੁਣ ਤੁਸੀਂ ਇਹ ਅੰਦਾਜ਼ਾ ਲਾਓ ਵੀ ਇਸ ਲੈਵਲ ਦੇ ਹੁਣ ਇਹ ਜਿਹੜੇ 9-10 ਨੇਵੀ ਦੇ ਆਫੀਸਰ ਨੇ ਇੰਡੀਆ ਦੇ, ਉਹ ਕੰਮ ਕਰ ਰਹੇ ਨੇ ਮੋਸਾਦ ਦੇ ਲਈ, ਇਜ਼ਰਾਈਲ ਦੀ ਲਈ ਏਜੰਸੀਆਂ ਦੇ ਲਈ ਖੁਫੀਆ ਜਾਣਕਾਰੀ ਇਕੱਠੀ ਕਰ ਰਹੇ ਨੇ। ਇਹ ਆਪਰੇਸ਼ਨ ਇੰਡੀਵਿਜੂਅਲ ਤਾਂ ਨਹੀਂ ਹੈ, ਇੰਡੀਅਨ ਗਵਰਨਮੈਂਟ ਦਾ। ਸੋ ਜੇ ਉਹਨਾਂ ਨੇ ਪੈਗਾਸਸ ਦਿੱਤਾ ਜਾਂ ਟ੍ਰੇਨਿੰਗ ਜਾਂ ਦੂਜੀ ਤੀਜੀ ਜਾਂ ਉਹਨਾਂ ਦੇ ਇੱਕ ਦੂਜੇ ਦੇ ਗੁਨਾਹ ਦੋਨੋਂ ਕਵਰ ਕਰਦੇ ਨੇ, ਕੰਮ ਤਾਂ ਇਹ ਲੈ ਰਹੇ ਨੇ। ਪਰ ਇਹ ਸਟੋਰੀ ਜਿਹਦਾ ਮੈਂ ਹਵਾਲਾ ਦਿੱਤਾ ਹੈ, ਇਹ ਵਾਇਰ ਦੀ ਸਟੋਰੀ ਹੈ। ਫੈਮਿਲੀ ਮੈਂਬਰਸ ਆਫ ਇੰਡੀਅਨ ਨੇਵੀ ਵੈਟਰਨਸ ਜੇਲਡ ਇਨ ਕਤਰ ਫਾਈਲ ਮਰਸੀ ਪਲੀ ਵਿਦ ਅਮੀਰ, ਔਰ ਉਹ ਉਹਨਾਂ ਨੇ ਹੁਣ ਜਿਹੜੀ ਹੈ ਉਹ ਮਰਸੀ ਰਹਿਮ ਦੀ ਅਪੀਲ ਕੀਤੀ ਹੈ। ਔਰ ਇਸ ਵੱਲ ਹੀ ਇਸ਼ਾਰਾ ਕਰਦੇ ਆ ਜਦੋਂ ਰੌਕ ਸਟੇਟ, ਹੁਣ ਇਹ ਕੰਮ ਬਿਲਕੁਲ ਰੌਕ ਸਟੇਟ ਵਾਲਾ ਹੈ। ਜਦੋਂ ਤੁਸੀਂ ਕਿਸੇ ਦੇ ਨੂੰ ਵਰਤ ਕੇ, ਹੁਣ ਮੋਸਾਦ ਆਪਣੇ ਏਜੰਟ ਜਿਹੜੀ ਆ ਉਹ ਹਾਇਰ ਕਰੇ, ਸਮਝ ਆ ਸਕਦੀ ਹੈ, ਸਾਰੀਆਂ ਏਜੰਸੀਆਂ ਕਰਦੀਆਂ ਨੇ। ਹੁਣ ਸਮਝੌਤਾ ਕੀ ਹੈ ਮੋਸਾਦ ਦਾ? ਉਹਨਾਂ ਨੂੰ ਪਤਾ ਹੈ ਵੀ ਇੰਡੀਅਨਸ ਨੂੰ ਇਹ ਜਿੰਨੀਆਂ ਅਰਬ ਮੁਲਕਾਂ ਵਾਲੇ ਨੇ, ਬਹੁਤ ਸਾਰੇ ਹਿੰਦੁਸਤਾਨੀ ਕੰਮ ਕਰਦੇ ਨੇ ਉੱਥੇ, IT ਸੈਕਟਰ 'ਚ ਵੀ ਨੇ, ਦੂਜੇ ਤੀਜੇ ਵੀ ਨੇ, ਉਹਨਾਂ ਨੂੰ ਇਜ਼ਰਾਈਲ ਨੂੰ ਪਤਾ ਹੈ ਵੀ ਉਹਨਾਂ ਦੇ ਯਹੂਦੀ ਹੋਣਾ ਦਾ ਇੱਕਦਮ ਸਾਹਮਣੇ ਆ ਜਾਣਾ ਹੈ। ਔਰ ਉਹਨਾਂ ਨੇ ਇੰਡੀਆ ਦੇ ਨਾਲ ਡੀਲ ਬਣਾਈ ਕਿ ਆ ਤੁਸੀਂ ਸਾਡੇ ਲਈ ਆਹ ਕੰਮ ਕਰੋ ਤੇ ਅਸੀਂ ਤੁਹਾਡੇ ਲਈ ਆਹ ਕਰਦੇ ਹਾਂ। ਔਰ ਵੀਰ ਸਵਿੰਦਰ ਸਿੰਘ ਹੋਰਾਂ ਨੇ ਆਪਣਾ ਹਾਲ ਮਾਰਕਸ ਆਫ ਏ ਰੋਗ ਨੇਸ਼ਨ ਦੇ ਥੱਲੇ ਲਿਖਿਆ ਕਿ ਉਹਨਾਂ ਨੇ ਕਿਹਾ ਕਿ ਵੀ ਡਾਕਟਰ ਸਾਹਿਬ, ਆਈ ਹੈਵ ਬੀਨ trying to look into why Israelis have been selling their technology to a Nazi sympathizer regime. Apparently, the sharp-witted Jews have definitely not revealed all their cards on the table. कि सामने नहीं सी पिया है अभी वो की कर रहे हैं। Came across this story today, though I have been following it since few months now. It is about 8 Indian sailors captured in 10 नहीं 8 ने captured in Qatar facing death penalty। फिर उन्होंने लिंक दिता है। These 8 veterans over the age of 60, ये कोई ਨਿਆਣੇ नहीं ने कि भी ਜਿਹੜੇ ਕੋਈ ਕਮੀਰ ਬਣਨਾ ਚਾਹੁੰਦੇ ਨੇ ਤੇ ਉਹ ਡਰੈਗਨੇਟ ਉਹਨਾਂ ਨੇ ਲੈ ਕੀਤਾ। 60 ਸਾਲ ਤੋਂ ਉੱਪਰ ਉਮਰ ਦੇ ਸਾਰੇ ਰਿਟਾਇਰਡ ਜਿਹੜੇ ਉਹਨਾਂ ਦੇ ਲਈ ਕੰਮ ਕਰ ਰਹੇ ਨੇ। These 8 veterans over the age of 60 most likely retired have been in solitary confinement in Qatar since August 2022। ਹੁਣ ਤੁਸੀਂ ਦੇਖੋ ਵੀ ਸਿੱਖਾਂ ਦੀਆਂ ਝੂਠੀਆਂ ਕਹਾਣੀਆਂ ਬਣਾ ਕੇ ਸੈਨ ਫਰਾਂਸਿਸਕੋ ਅੱਗ ਲੱਗਣ ਦੀ, ਸਿਡਨੀ 'ਚ ਇੱਕ ਇੰਡੀਅਨ ਨੂੰ ਕੁੱਟਤਾ, 4-5 ਸਿੱਖਾਂ ਨੇ, ਖਾਲਿਸਤਾਨੀਆਂ ਨੇ ਹਮਲਾ ਕਰਤਾ। ਹੁਣ ਇਹ ਜਿਹੜੀ ਹੈ ਇਹ 10 ਮਹੀਨੇ ਤੋਂ ਇਹ ਕਹਾਣੀ, ਇੰਨੀ ਵੱਡੀ ਕਹਾਣੀ ਕਿ 8 ਇੰਡੀਆ ਦੇ ਰਿਟਾਇਰਡ ਨੇਵੀ ਆਫੀਸਰ ਮੋਸਾਦ ਲਈ ਸਪਾਈਂਗ ਦੇ ਥੱਲੇ ਡੈਥ ਸੈਂਟੈਂਸ ਫੇਸ ਕਰ ਰਹੇ ਨੇ ਕਤਰ ਦੇ ਵਿੱਚ। ਇਹ ਤੁਹਾਨੂੰ ਕਿਤੇ, ਮੈਂ ਵੀ ਹਾਲੇ ਮੈਂ ਆਪਣੇ ਆਪ ਨੂੰ ਇੱਕ ਦੇਖਦਾ ਕਿ ਵੀ ਮੇਰੀ ਅੱਖ ਹੁੰਦੀ ਹੈ ਜਾਂ ਮੇਰੀਆਂ ਨਜ਼ਰਾਂ 'ਚੋਂ ਵੀ ਇਹ ਸਟੋਰੀ ਨਹੀਂ ਗੁਜ਼ਰੀ। ਜਦੋਂ ਇਹਨਾਂ ਨੇ ਵੀਰ ਸਵਿੰਦਰ ਸਿੰਘ ਹੋਰਾਂ ਨੇ ਲਿਖਿਆ, ਦੈਨ ਮੈਂ ਦੂਸਰੇ ਸੋਰਸ ਵੀ ਦੇਖੇ। ਫਿਰ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਜਿਹੜੇ ਨੇ ਇਹਨਾਂ ਦੇ ਅਗਸਤ 2022 ਤੋਂ ਇਹਨਾਂ ਤੇ ਚੱਲ ਰਹੇ ਚਾਰजेस ਫਾਇਰਡ ਅਗੇਂਸਟ them ਆਰ ਕੁਆਇਟ ਸੀਰੀਅਸ ਵਿਚ ਇਜ਼ ਸਪਾਈਂਗ ਫॉर ਇਜ਼ਰਾਈਲ, ਕਿ ਇਹ ਇਜ਼ਰਾਈਲ ਲਈ ਜਾਸੂਸੀ ਕਰ ਰਹੇ ਸੀ। Their next hearing is on July 19th. Now one can see how Israelis are using proxy countries like India and how India is being used. ਕਿਵੇਂ ਵਰਤਿਆ ਜਾ ਰਿਹਾ ਹੈ। Time has definitely come to call India a rogue state in Western circles. If not now, when?
ਵੀ ਇਹ ਰੌਕ ਸਟੇਟ ਦੇ ਕੰਮ ਨੇ। ਹੁਣ ਨਾਰਥ ਕੋਰੀਆ ਦੇ ਹਵਾਲੇ ਨਾਲ ਹੋਏਗਾ ਜੀ ਰੌਕ ਸਟੇਟ, ਜਾਂ ਕਦੇ ਲੀਬੀਆ ਨੂੰ ਜਾਂ ਦੂਜਿਆਂ ਨੂੰ। ਇਸ ਤੋਂ ਵੱਡੀ ਰੌਕ ਸਟੇਟ ਕੀ ਹੋ ਸਕਦੀ ਹੈ? ਕਿਹਾ ਵੀ ਇਹ ਟਾਈਮ ਹੈ, ਅਸੀਂ ਕਹੀਏ time has definitely come to call India a rock state in Western circles, if not now, when? Targeting of Sikh activists over last 2 months and Canada calling out India's foreign interference openly just make the case even more compelling. उन्होंने जो कनेडा ਦੇ ਸਿਕਿਉਰਿਟੀ ਐਡਵਾਈਜ਼ਰ ਨੇ ਕਿਹਾ ਔਰ ਅਦਰਵਾਈਜ਼, ਔਰ ਅੱਜ ਅਸੀਂ ਗੱਲਬਾਤ ਕਰਾਂਗੇ ਅਮਰੀਕਾ ਦੇ ਐਕਸ ਕਾਂਗਰਸਮੈਨ ਰਹੇ ਨੇ ਟ੍ਰੈਂਟ ਫਰੈਂਕਸ, ਮੈਨੂੰ ਇਹਨਾਂ ਨਾਲ ਮਿਲਣ ਦਾ ਵੀ ਮੌਕਾ ਰਿਹਾ। ਉਸ ਵੇਲੇ 3-4 ਐਕਸਟ੍ਰੀਮ ਆਈਡੀਓਲੋਜੀ ਵਾਲੇ ਰਿਪਬਲਿਕਨ ਸਨ ਜਿਹੜੇ ਇੰਡੀਆ ਦੀ ਰਿਲੀਜੀਅਸ ਫਰੀडम ਦੀ ਗੱਲ ਕਰਦੇ ਸੀ, ਅੱਜ ਤੋਂ ਜਦੋਂ ਅਜੇ ਸਿੱਖ ਕਾਕਸ ਵੀ ਨਹੀਂ ਸੀ ਬਣੀ। ਔਰ ਉਹਨਾਂ ਨੇ ਅੱਜ ਇੰਡੀਆ ਨੂੰ ਵਾਰਨ ਵੀ ਕੀਤਾ ਹੈ ਕਿ ਖਬਰਦਾਰ, ਤੁਸੀਂ ਅਮਰੀਕਾ ਦੀ ਧਰਤੀ ਤੇ ਸਮਝਿਆ ਕਿ ਵੀ ਇੱਥੇ ਤੁਸੀਂ ਹਿੰਸਾ ਕਰੋਗੇ, ਅਸੀਂ ਤੁਹਾਨੂੰ ਜ਼ਮੀਨ ਚੋਂ ਪੁੱਟ ਕੇ ਵੀ ਲਿਆਵਾਂਗੇ ਜੇ ਤੁਸੀਂ ਇਸ ਕਿਸਮ ਦੀ ਹਰਕਤ ਕੀਤੀ। ਹੁਣ ਇਹਦਾ ਮਤਲਬ ਇਹ ਹੈ ਵੀ ਇਹਨਾਂ ਦੇ ਜਦੋਂ ਇਸ ਕਿਸਮ ਦੀ ਕੋਈ ਬਿਆਨਬਾਜ਼ੀ ਹੁੰਦੀ ਹੈ, ਇਹ ਨਹੀਂ ਹੁੰਦਾ ਵੀ ਸਿੱਖਾਂ ਦੇ ਕਿਸੇ ਡੈਲੀਗੇਸ਼ਨ ਨੇ ਜਾ ਕੇ ਉਹਨਾਂ ਨੂੰ ਕੋਈ ਚਿੱਠੀ ਫੜਾਈ ਤਾਂ ਉਹਨੇ ਨਾ, ਉਹ ਆਪਣੀ ਇਨਵੈਸਟੀਗੇਸ਼ਨ ਵੀ ਕਰਦੇ ਨੇ। ਔਰ ਇਹ ਜਿਹੜੇ ਇੰਡੀਆ ਦੇ ਰੌਕ ਸਟੇਟ ਦੇ ਸਿੰਪਟਮਸ ਨੇ, ਇਹ ਹੁਣ ਜਗਜ਼ਾਰ ਹੋਣੇ ਸ਼ੁਰੂ ਹੋ ਗਏ ਨੇ। ਕੈਨੇਡਾ ਵਾਲਾ ਸਾਹਮਣੇ ਆਇਆ ਹੈ, ਉਹਨਾਂ ਦੀ ਸਿਕਿਉਰਿਟੀ ਐਡਵਾਈਜ਼ਰ ਦਾ, ਔਰ ਇਹ ਇੱਕ ਇਸ ਦੇ ਉੱਤੇ ਹੀ ਇਹਨਾਂ ਨੇ ਅੱਗੋਂ ਕਿਹਾ ਕਿ ਭਾਈ ਇਹ ਜਿਹੜਾ ਆਲਰੇਡੀ ਜਿਹੜਾ ਇੰਡੀਆਜ਼ ਫੋਰਨ ਇੰਟਰਫੇਰੈਂਸ ਓਪਨਲੀ ਜਸਟ ਮੇਕ ਦਾ ਕੇਸ even more compelling, not forgetting Indian touts trying to get into Gurdwara committees in Western countries to propagate India's narrative. Gurdwara ਕਮੇਟੀਆਂ ਤਾਂ ਤੁਸੀਂ ਹਰ ਥਾਂ ਤੇ ਦੇਖੋਗੇ, ਤੁਹਾਨੂੰ ਉਹਨਾਂ ਦੇ ਉਹ ਬੰਦੇ ਮਿਲ ਜਾਣਗੇ। ਔਰ ਖਾਸ ਤੌਰ ਤੇ ਜਦੋਂ ਫਿਰ ਮੋਦੀ ਜਾਂ ਉਸ ਕਿਸਮ ਦੀ ਨਸਲ ਦੇ ਲੋਕ ਆਉਂਦੇ ਨੇ ਤੇ ਉਹ ਤੁਸੀਂ ਫਿਰ ਵੱਡੀਆਂ ਪੱਗਾਂ ਵਾਲੇ ਜਾਂ 6-6 ਫੁੱਟੇ ਬੰਦੇ ਦੇਖ ਸਕਦੇ ਹੋ ਕਿ ਉਹਨਾਂ ਦੇ ਖੱਬੇ ਖੜਾ ਹੈ, ਕੋਈ ਸੱਜੇ ਖੜਾ ਹੈ, ਉਹਨਾਂ ਦੇ ਚਿਹਰਿਆਂ ਦੇ ਉੱਤੇ ਹੀ ਜਿਹੜਾ ਉਹ ਤੁਹਾਨੂੰ ਨਜ਼ਰ ਆ ਰਿਹਾ ਹੁੰਦਾ ਹੈ ਕਿ ਵੀ ਇਹ ਜਿਹੜੇ ਸੈਲ ਆਊਟ ਕੀ ਹੁੰਦੇ ਨੇ, ਜਿਹੜੇ ਵਿਕੇ ਹੋਏ ਹੁੰਦੇ ਨੇ ਕੀ ਹੁੰਦੇ ਨੇ। ਫਿਰ ਦੂਸਰੀ ਸਟੋਰੀ ਜਿਹੜੀ ਉਹਨਾਂ ਨੇ ਰੈਫਰ ਕੀਤੀ ਹੈ ਉਹ ਵੀ ਮੀਡੀਆ 'ਚ ਹੈ। ਮਿਜ਼ੋਰਮ ਬੀਜੇਪੀ ਵਾਈਸ ਪ੍ਰੈਜ਼ੀਡੈਂਟ ਰਿਜ਼ਾਈਨਸ, ਸੇਜ਼ ਮਨੀਪੁਰ ਯੂਨੀਅਨ ਗਵਰਨਮੈਂਟ ਸਪੋਰਟਡ ਡਿਮੋਲੀਸ਼ਨ ਆਫ ਚਰਚਿਸ। ਔਰ ਇਹ ਜਿਹੜੇ ਜੋ ਕੁਛ ਮਿਜ਼ੋਰਮ ਦੇ ਵਿੱਚ, ਹਾਲਾਂਕਿ ਮਿਜ਼ੋਰਮ 'ਚ ਕੋਈ ਇਸ ਵੇਲੇ ਨਹੀਂ ਹੈ, ਜੋ ਮਨੀਪੁਰ ਦੇ ਹਵਾਲੇ ਨਾਲ ਹੀ ਹੈ, ਉੱਥੇ 2 ਮਹੀਨੇ ਤੋਂ ਜ਼ਿਆਦਾ ਹੋ ਗਏ ਨੇ ਕੁਕੀਜ਼ ਦੇ ਖਿਲਾਫ ਵਾਇਲੈਂਸ। ਜਿਹੜੇ ਈਸਾਈ ਨੇ ਉਹਨਾਂ ਦੇ 300 ਦੇ ਕਰੀਬ ਚਰਚ ਡਿੱਗੇ ਗਏ ਨੇ ਔਰ ਉਹ ਵਾਇਲੈਂਸ ਰੁਕ ਨਹੀਂ ਰਹੀ। ਲੇਕਿਨ ਮਿਜ਼ੋਰਮ, ਕਿਉਂਕਿ ਨਾਰਥ ਈਸਟ ਦੀਆਂ 7 ਸਟੇਟਾਂ ਦੇ ਵਿੱਚ ਹੀ ਬੀਜੇਪੀ ਨੇ ਆਪਣੀ ਪੈਂਟ ਹੀ ਨਹੀਂ ਬਣਾਈ ਆਲਮੋਸਟ, ਜਾਂ ਸਰਕਾਰ ਬਣਾਈ ਹੋਈ ਹੈ ਜਾਂ ਉਹਦਾ ਹਿੱਸਾ ਨੇ। ਲੇਕਿਨ ਮਿਜ਼ੋਰਮ ਦੀ ਬੀਜੇਪੀ ਦਾ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੈ ਉਹਨੇ ਰਿਜ਼ਾਈਨ ਕੀਤਾ ਹੈ। ਇਸ ਕਹਾਣੀ ਨੂੰ ਵੀ ਉਹਨਾਂ ਨੇ ਰੈਫਰ ਕੀਤਾ ਹੈ। ਨੈਕਸਟ ਸਟੋਰੀ ਇਜ਼ ਅਬਾਊਟ ਬੀਜੇਪੀ ਵਾਈਸ ਪ੍ਰੈਜ਼ੀਡੈਂਟ ਇਨ ਮਨੀਪੁਰ ਰਿਜ਼ਾਈਨਿੰਗ because he has substantiated that the union government is hand in glove in burning of 357 churches. कोई नंबर कितने 250 आ रहा है, कितने 300 है। अच्छा, इस स्टोरी 370 के है। उन्होंने कि भी उन्हें क्या है मिजोरम के वाइस प्रेसिडेंट बीजेपी का ही है कि भी नहीं ये जो चल रहा है ये मणिपुर गवर्नमेंट, मणिपुर बीजेपी की गवर्नमेंट है वो भी इन्वॉल्व है और मोदी गवर्नमेंट भी इन्वॉल्व है। और अज तक मोदी ने इस मुद्दे के उत्ते एक लफज भी मूँह नहीं कढ़िया है, उत्थे जाना तो दूर की गल है। इट इज़ अपॉलिंग टू सी ऑल दिस हैपनिंग इन फ्रंट ऑफ आवर आईज इन 21st century. All these lawmakers who have been rolling the red carpet for someone so polarizing definitely need to have a good look at themselves for what a rogue regime they have been supporting over these years. कि जी रेड कारपेट बाइडन ने दी, फ्रेंच प्रेजिडेंट ने दी। हालांकि अज मैं फ्रेंच न्यूज़पेपर्स भी देख रहा सी, उत्थे भी उन्होंने इंटैलेक्चुअल्स और उन्होंने जिहड़े सियाणे लोग ने उन्होंने वालों बहुत क्रिटिसिज्म हो रहा कि भी फ्रांस का एक अपना रिकॉर्ड है और ये मैक्रॉन ने इनू मोदी नू सद के और सिर ते चढ़ा के जिहड़ा बेइज्जत कीता है। तो मैं क्योंकि रॉक स्टेट के उत्ते उन्होंने यही 2 मेन नुकते ने, हालांकि उन्होंने ईमेल का एक हिस्सा बाकी है, उन्होंने मैं फिर शेयर करांगा। और मैं इस दे उत्ते कुदरती अज जदों मैं सवेरे कुछ सर्च कर रहा सी ते सुल्तान बाहू जिहड़े जदों असी अपने खिते दे विच रूहानीयत दे अलंबरदार जिहड़े ये फकीर बेशक संबंध इन्हां दा सूफी
ਇਸਲਾਮ ਨਾਲ ਜਾ ਕੇ ਜੁੜਦਾ ਹੈ ਜੀ। ਲੇਕਿਨ ਇਹ ਫ੍ਰੀ ਸੋਲ ਸੀ ਜਿਹੜੀਆਂ ਰੱਬ ਦੇ ਪਿਆਰ ਵਿੱਚ ਵੀ ਰੰਗੀਆਂ ਹੋਈਆਂ ਸੀ, ਇਨਸਾਨੀਅਤ ਨੂੰ ਵੀ ਪਿਆਰ ਕਰਨ ਵਾਲੀਆਂ ਰੂਹਾਂ ਸੀ ਜੀ। ਔਰ ਇਹ ਕਿਸੇ ਬਾਦਸ਼ਾਹਾਂ ਜਾਂ ਦੂਜਿਆਂ ਤੀਜਿਆਂ ਦੇ ਪ੍ਰਭਾਵ ਵਾਲੇ ਨਹੀਂ, ਆਪਣੇ ਰੰਗ ਚ ਰੰਗਣ ਵਾਲੇ ਸੀ। ਤੇ ਸੁਲਤਾਨ ਬਾਹੂ ਦਾ ਇੱਕ ਉਹਨਾਂ ਦੇ ਕਲਾਮ ਚੋਂ ਇੱਕ ਕੋਟ ਸੀ ਕਿ ਨਾਲ ਕੁਸੰਗੀ ਸੰਗ ਨਾ ਕਰੀਏ, ਕੁਲ ਨੂੰ ਲਾਜ ਨਾ ਲਾਈਏ ਹੂ। ਇਹ ਸੁਲਤਾਨ ਬਾਹੂ ਦੀਆਂ ਰਾਈਟਿੰਗ 'ਚ ਬਹੁਤਾ ਅਖੀਰਲਾ ਲਫ਼ਜ਼ ਹੂ ਜਿਹੜਾ ਹੈ ਇਹ ਅੱਲਾਹੂ ਦੇ ਸੈਂਸ 'ਚ ਵੀ ਹੈ ਕਿ ਉਹੀ ਉਹ। ਬਿਲਕੁਲ। ਨਾਲ ਕੁਸੰਗੀ ਸੰਗ ਨਾ ਕਰੀਏ, ਕੁਲ ਨੂੰ ਲਾਜ ਨਾ ਲਾਈਏ ਹੂ, ਤੁਮੇ ਮੂਲ ਤਰਬੂਜ਼ ਨਾ ਹੁੰਦੇ, ਤੋੜ ਮੱਕੇ ਲੈ ਜਾਈਏ ਹੂ। ਜਿਹਨਾਂ ਨੇ ਤੁਮਾ ਦੇਖਿਆ ਹੋਇਆ ਵੀ ਕਿੰਨਾ ਕੌੜਾ ਹੁੰਦਾ ਹੈ, ਉਹਨਾਂ ਨੇ ਕਿਹਾ ਕਿ ਬਈ ਇਹ ਤੁਮੇ ਦੀ ਜੜ ਕਦੇ ਵੀ ਜੇ ਤੁਮੇ ਨੂੰ ਤੁਸੀਂ ਮੱਕੇ ਵੀ ਲੈ ਜਾਓ ਤੇ ਇਹਨੇ ਮਿੱਠੇ ਨਹੀਂ ਹੋਣਾ, ਉਹਦਾ ਕੰਮ ਕੌੜਾ ਹੈ। ਜਿਵੇਂ ਅਸੀਂ ਕਰੇਲੇ ਦੀ ਜਾਂ ਨਿੰਮ ਦੀ ਗੱਲ ਕਰਦੇ ਆ, ਉਹ ਜੋ ਮਰਜ਼ੀ ਤੁਸੀਂ ਕਰ ਲਓ, ਉਹਨੂੰ ਭਾਵੇਂ ਖੰਡ 'ਚ ਵੀ ਤੁਸੀਂ ਡੋਬ ਦਿਓ, ਉਹਦੇ ਵਿੱਚੋਂ ਕੜਿੱਤਣ ਨਹੀਂ ਨਿਕਲਣੀ ਹੈ। ਨਾਲ ਕੁਸੰਗੀ ਸੰਗ ਨਾ ਕਰੀਏ, ਕੁਲ ਨੂੰ ਲਾਜ ਨਾ ਲਾਈਏ ਹੂ, ਤੁਮੇ ਮੂਲ ਤਰਬੂਜ਼ ਨਾ ਹੁੰਦੇ, ਤੋੜ ਮੱਕੇ ਲੈ ਜਾਈਏ ਹੂ। ਵਾਹ ਜੀ ਵਾਹ। ਕਾਂ ਦੇ ਬੱਚੇ ਹੰਸ ਨਾ ਥੀਂਦੇ, ਬਿਲਕੁਲ। ਪੈ ਮੋਤੀ ਚੋਗ ਚੁਗਾਈਏ ਹੂ। ਬਿਲਕੁਲ। ਹੁਣ ਅਕਸਰ ਇਹ ਵੀ ਇੱਕ ਪੋਇਟਰੀ ਦੀ ਦੁਨੀਆ 'ਚ ਹੀ ਹੈ ਕਿ ਕਾਂ ਗੰਦ ਖਾਂਦਾ ਹੈ ਤੇ ਹੰਸ ਜਿਹੜਾ ਹੈ ਉਹ ਮੋਤੀ ਚੁਗਦਾ ਹੈ। ਉਹਨਾਂ ਨੇ ਕਿਹਾ ਵੀ ਤੁਸੀਂ ਜੇ ਕਾਂ ਦੇ ਬੱਚਿਆਂ ਨੂੰ ਮੋਤੀ ਵੀ ਚੁਗਾਣ ਦੇ ਉਹਨਾਂ ਨੇ ਹੰਸ ਨਹੀਂ ਬਣ ਜਾਣਾ। ਕਾਂ ਦੇ ਬੱਚੇ ਹੰਸ ਨਾ ਥੀਂਦੇ, ਪੈ ਮੋਤੀ ਚੋਗ ਚੁਗਾਈਏ ਹੂ, ਕੌੜੇ ਖੂਹ ਨਾ ਮਿੱਠੇ ਹੁੰਦੇ ਬਾਹੂ, ਸਹਿ ਮਣਾ ਖੰਡ ਪਾਈਏ ਹੂ। ਕਿ ਹੁਣ ਜਿਹੜਾ ਖੂਹਾਂ ਦਾ ਪਾਣੀ ਜਿਹੜਾ ਕੌੜਾ ਹੁੰਦਾ ਸੀ, ਖਾਰਾ ਹੁੰਦਾ ਸੀ, ਕਿ 100 ਮਣ ਸ਼ੱਕਰ ਵੀ ਪਾ ਦਿਓ ਉਹਦੇ ਉਹਨੇ ਮਿੱਠੇ ਨਹੀਂ ਹੋਣਾ। ਸੋ ਅਸੀਂ ਮੈਨੂੰ ਇਹ ਲੱਗਾ ਕਿ ਵੀ ਇਹ ਜਿਹੜਾ ਇੰਡੀਆ ਰੌਕ ਸਟੇਟ ਹੈ ਕਿ ਵੀ ਉਹ ਜੋ ਮਰਜ਼ੀ ਲੇਬਲ ਲਾ ਲੈਣ, ਕਿਉਂਕਿ ਇਹਨਾਂ ਦੀ ਔਕਾਤ, ਇਹਨਾਂ ਦੀ ਵਿਚਾਰਧਾਰਾ, ਇਹਨਾਂ ਦਾ ਸਭ ਕੁਝ ਜਿਹੜਾ ਉਹ ਨਫ਼ਰਤ ਦੇ ਉੱਤੇ, ਵੰਡ ਦੇ ਉੱਤੇ, ਇਨਸਾਨ ਦੀ ਇਨਸਾਨ ਨਾਲ ਨਾ ਬਰਾਬਰੀ ਦੇ ਉੱਤੇ ਖੜਾ ਹੈ। ਤੇ ਫਿਰ ਤੁਸੀਂ ਕਾਂ ਦੇ ਬੱਚਿਆਂ ਤੋਂ ਨੂੰ ਜਿਹੜਾ ਉਹ ਮੋਤੀ ਚੁਗਾ ਕੇ ਵੀ ਇਹ ਐਕਸਪੈਕਟ ਕਰੋ ਕਿ ਭਾਈ ਉਹਨਾਂ ਨੇ ਹੰਸ ਬਣਨਾ, ਨਹੀਂ। ਉਹ ਫਿਰ ਭਾਈ ਗੁਰਦਾਸ ਜੀ ਦੀਆਂ ਲਾਈਨਾਂ ਵੀ ਇਸ ਥਾਂ ਦੇ ਉੱਤੇ ਪੂਰੀਆਂ ਢੁਕਦੀਆਂ ਨੇ ਕਿ ਭਾਈ ਸੱਪੈ ਦੁੱਧ ਪਿਆਲੀ ਹੈ, ਵੀਹੋ ਮੂੰਹੋਂ ਸੁੱਟੈ, ਆਪਣ ਹੱਥੀਂ ਆਪਣੀ ਜੜ ਆਪ ਉਪਟੈ। ਕਿ ਵੀ ਸੱਪ ਨੂੰ ਤੁਸੀਂ ਦੁੱਧ ਵੀ ਪਿਆਓ, ਉਹਨੇ ਮੂੰਹ ਚੋਂ ਜ਼ਹਿਰ ਹੀ ਸੁੱਟਣਾ ਤੇ ਅਲਟੀਮੇਟਲੀ ਕੁੱਤਾ ਰਾਜ ਬਹਾਲੀ ਹੈ ਮੁੜ ਚੱਕੀ ਚੱਟੇ। ਕਿ ਵੀ ਇਹ ਕੁੱਤਿਆਂ ਨੂੰ ਜਿਹੜਾ ਉਹ 75 ਸਾਲ ਪਹਿਲਾਂ ਇਹਨਾਂ ਦੇ ਹੱਥ 'ਚ ਬਾਂਦਰਾਂ ਦੇ ਹੱਥ ਬਨਾਰਸ ਦੀਆਂ ਟੋਪੀਆਂ ਆ ਗਈਆਂ ਤੇ ਇਹਨਾਂ ਨੇ ਜਿਹੜਾ ਉਹ ਚੱਕੀ ਚੱਟਣੀ ਹੈ ਔਰ ਬਿਲਕੁਲ ਰੌਕ ਸਟੇਟ ਬਣ ਕੇ ਦੁਨੀਆ ਦੇ ਸਾਹਮਣੇ ਇਹ ਐਕਸਪੋਜ਼ ਹੋ ਰਿਹਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਵਾਗਤ ਹੈ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 3710 ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਹੱਥ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486।
ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਦਰਬਾਰੀ ਮੀਡੀਆ ਨੇ ਬਹੁ ਗਿਣਤੀ ਲੋਕਾਂ ਵਿੱਚ ਭਰਮ ਪੈਦਾ ਕੀਤਾ ਹੈ ਕਿ ਭਾਰਤ ਇੱਕ ਵੱਡੀ ਆਰਥਿਕ ਤਾਕਤ ਬਣਨ ਵੱਲ ਵੱਧ ਰਿਹਾ ਹੈ। ਔਰ ਹਕੀਕਤ ਇਹ ਹੈ ਕਿ ਭਾਰਤ ਦਾ ਕੁੱਲ ਦੁਨੀਆ ਦੀ ਇਕਨੋਮੀ ਵਿੱਚ 2% ਤੋਂ ਵੀ ਘੱਟ ਯੋਗਦਾਨ ਹੈ ਅਤੇ ਭਾਰਤ ਦੀ ਇਕਨੋਮੀ ਦਾ ਪੂਰੀ ਤਰ੍ਹਾਂ ਜਲੂਸ ਆ ਉਹ ਨਿਕਲਿਆ ਹੋਇਆ ਹੈ। ਸੋ ਇਹ ਕਹਿਣਾ ਹੈ RSS ਦੇ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕਮਜ਼ੋਰੀ ਇਨਸਾਨੀ ਮਨ ਦੀ ਇਹ ਹੈ, ਕਿਤੇ ਵੀ ਕੋਈ ਹੋਏ, ਕਿਸੇ ਵੀ ਨਸਲ ਦਾ, ਕਿਸੇ ਵੀ ਮਜ਼ਹਬ ਦਾ, ਕਿ ਜਿਹੜੀ ਗੱਲ ਬਾਰ-ਬਾਰ ਦੁਹਰਾਈ ਜਾਂਦੀ ਹੈ ਜਾਂ ਜਿਸ ਕਿਸਮ ਦੀਆਂ ਗੱਲਾਂ ਉਸ ਦੇ ਦੁਆਲੇ ਹੁੰਦੀਆਂ ਨੇ, ਅੱਜ ਤਾਂ ਬਹੁਤ ਸਾਰੇ ਉਹ ਟੀਵੀ ਹੋਏ, ਡਿਜੀਟਲ ਹੈ, ਸੋਸ਼ਲ ਹੈ, ਉਹ ਉਸ ਦੇ ਉੱਤੇ ਯਕੀਨ ਕਰਨ ਲੱਗ ਜਾਂਦਾ, ਉਸ ਦੇ ਉੱਤੇ ਵਿਸ਼ਵਾਸ ਕਰਦੇ ਜੀ। ਇਸੇ ਨੂੰ ਹੀ ਪ੍ਰੋਪੇਗੈਂਡਾ ਕਹਿੰਦੇ ਨੇ, ਇਸੇ ਨੂੰ ਹੀ ਨੈਰੇਟਿਵ ਸਿਰਜਣਾ ਕਹਿੰਦੇ ਨੇ, ਬਿਰਤਾਂਤ ਦੇਣਾ। ਔਰ ਜਿੰਨਾ ਬਾਰ-ਬਾਰ ਦੁਹਰਾਇਆ ਜਾਂਦਾ, ਜਿਨ੍ਹਾਂ ਕੋਲ ਸਾਧਨ ਹੁੰਦੇ ਨੇ, ਜਿਹੜੇ ਡਿਟਰਮਿਨਡ ਹੁੰਦੇ ਨੇ, ਔਰ ਖਾਸ ਤੌਰ ਤੇ ਸੱਚ ਵਾਲਾ ਤਾਂ ਇਸ ਗੱਲ ਦੀ ਉਹਨੂੰ ਪਰਵਾਹ ਨਹੀਂ ਹੁੰਦੀ ਕਿ ਵੀ ਉਹਨੇ ਕੋਈ ਬਾਹਰ ਨਿਕਲ ਕੇ ਹਰ ਇੱਕ ਨੂੰ ਸੁਣਾਣਾ, ਲੇਕਿਨ ਜਿਹਨੇ ਆਪਣੇ ਝੂਠ ਦੇ ਉੱਤੇ ਨੈਰੇਟਿਵ ਬਿਲਡ ਕਰਨਾ, ਉਹ ਇਸ ਗੱਲ ਨੂੰ ਯਕੀਨੀ ਬਣਾਉਂਦਾ ਹੈ ਕਿ ਉਸ ਦਾ ਮੈਸੇਜ ਹਰ ਥਾਂ ਪਹੁੰਚੇ ਔਰ ਅਲਟੀਮੇਟਲੀ ਉਹਦੇ ਚ ਕਾਮਯਾਬ ਵੀ ਹੁੰਦਾ। ਗੱਲ ਅਸੀਂ ਜੇ ਪਹਿਲੀ ਵਾਰ ਦੇਖੀਏ ਕਿ ਬੀਜੇਪੀ ਦੀ ਹਕੂਮਤ ਅਟਲ ਬਿਹਾਰੀ ਵਾਜਪਾਈ ਦੀ 1996-97 ਦੇ ਦੌਰ 'ਚ ਬਣਦੀ ਹੈ। 3 ਵਾਰ ਵਾਜਪਾਈ ਪ੍ਰਾਈਮ ਮਿਨਿਸਟਰ ਰਿਹਾ, ਇੱਕ ਵਾਰ 13 ਦਿਨ, ਫਿਰ 13 ਮਹੀਨੇ, ਤੇ ਇੱਕ 1999 ਦੇ ਵਿੱਚ ਜਿਹੜੀ ਇਲੈਕਸ਼ਨ ਹੁੰਦੀ ਹੈ ਉਹਦੇ 'ਚੋਂ ਪੂਰਾ 5 ਸਾਲ ਰਿਹਾ। 2004 ਦੇ ਵਿੱਚ ਫਿਰ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਬਣਿਆ, ਅਗਲੇ 10 ਸਾਲ ਉਹ ਪ੍ਰਾਈਮ ਮਿਨਿਸਟਰ ਰਹੇ। ਅੱਛਾ। ਹੁਣ ਇਹਨਾਂ 3 ਵਾਰਾਂ 'ਚ ਹੀ ਵਾਜਪਾਈ ਨੇ ਖਾਸ ਤੌਰ ਤੇ ਆਪਣੀ ਜਦੋਂ 5 ਸਾਲ ਵਾਲੀ ਟਰਮ ਪੂਰੀ ਕੀਤੀ, ਉਸ ਤੋਂ ਬਾਅਦ ਜਦੋਂ ਇਲੈਕਸ਼ਨਾਂ 'ਚ ਜਾਣਾ ਸੀ 2004 ਦੀਆਂ, ਤੇ ਬਹੁਤ ਵੱਡੀਆਂ ਇੰਟਰਨੈਸ਼ਨਲ ਕੰਪਨੀਆਂ ਹਾਇਰ ਕੀਤੀਆਂ ਗਈਆਂ ਔਰ ਜਿਹੜਾ ਮੈਸੇਜ ਦੇਣ ਦਾ ਯਤਨ ਸੀ ਸ਼ਾਈਨਿੰਗ ਇੰਡੀਆ, ਬੜੇ ਜਿਹੜੇ ਨੇ ਇਸ ਦੇ ਬਿਲਬੋਰਡ 4 ਚਫੇਰੇ ਔਰ ਮੀਡੀਆ 'ਚ ਬੜੀਆਂ ਸੋਫਿਸਟੀਕੇਟ ਮੈਗਜ਼ੀਨਸ ਦੇ ਵਿੱਚ, ਔਰ ਉਹਦੇ 'ਚ ਜਿਹੜੀ ਇੱਕ ਗੱਲ ਪ੍ਰਚਾਰੀ ਗਈ, ਮੈਂ ਹੁਣ ਗੱਲ ਕਰ ਰਿਹਾ ਆਲਮੋਸਟ ਜਿਹੜਾ ਉਹ 20 ਸਾਲ ਪਹਿਲਾਂ ਦੀ, 2004 ਦੀਆਂ ਚੋਣਾਂ ਤੋਂ ਪਹਿਲਾਂ, ਕਿ ਜੀ ਸਾਡੀ ਇਕਨੋਮੀ ਇੰਨੀ ਸਟਰੋਂਗ ਹੋ ਗਈ ਹੈ ਔਰ ਅਸੀਂ ਤੇਜ਼ੀ ਨਾਲ ਵਿਕਾਸ ਵੱਲ ਵਧ। ਹੁਣ ਅਟਲ ਬਿਹਾਰੀ ਵਾਜਪਾਈ ਬੜਾ ਭੋਲਾ ਭਾਲਾ ਚਿਹਰਾ, ਉਹਨੂੰ ਐਜ਼ ਏ ਮੋਡਰੇਟ ਫੇਸ ਪੇਸ਼ ਕੀਤਾ ਜਾਂਦਾ ਹੈ ਇਹਦੇ ਅਗਲੀ ਫੇਸ ਦੇ ਸਾਹਮਣੇ ਮੋਦੀ ਦੇ, ਔਰ ਇਹ ਕਿਹਾ ਗਿਆ ਕਿ 2025 ਤੱਕ ਅਸੀਂ ਚਾਈਨਾ ਨੂੰ ਪਿੱਛੇ ਛੱਡ ਜਾਾਂਗੇ, ਸਾਡੀ ਇਕਨੋਮੀ ਜਿਹੜੀ ਹੈ ਉਹ ਚਾਈਨਾ ਨੂੰ ਬੀਟ ਕਰੇਗੀ। ਜੀ ਅੱਜ ਵੀ ਉਸ ਪੀਰੀਅਡ ਦੇ ਉਹਨਾਂ ਦੇ ਇਸ ਸੰਬੰਧੀ ਲਿਖਵਾਏ ਹੋਏ ਲੇਖ, ਫਿਰ ਅੱਜ ਬਹੁਤਿਆਂ ਨੂੰ ਲੱਗਦਾ ਹੁੰਦਾ ਅੱਛਾ ਇਹ ਫਲਾਣੇ 'ਚ ਛਪ ਗਿਆ, ਟਾਈਮ ਮੈਗਜ਼ੀਨ 'ਚ ਆ ਗਿਆ, ਫਲਾਣੇ ਫਰੀਦ ਜ਼ਕਾਰੀਆ ਨੇ ਫੋਰਨ ਅਫੇਅਰਸ ਦੇ ਵਿੱਚ ਲਿਖ ਦਿੱਤਾ ਜਾਂ ਦੂਜਾ। ਇਸ ਗੱਲ ਨੂੰ ਮੰਨ ਕੇ ਤੁਰੋ ਕਿ ਸਭ ਕੁਝ ਵਿਕਾਊ ਹੈ। ਔਰ ਜਿਨ੍ਹਾਂ ਨੇ, ਜੇ ਹੁਣ ਅਸੀਂ ਡਿਸਇਨਫੋ ਐਪ ਦੀ ਜਦੋਂ ਗੱਲ ਕੀਤੀ ਜਾਂ ਕਰਦੇ ਹਾਂ ਲਗਾਤਾਰ, ਤਾਂ ਕਿ ਕਿਵੇਂ ਡੇਢ ਦਹਾਕਾ ਆਲਮੋਸਟ ਡਿਸਇਨਫੋ ਲੈਬ ਦੇ ਥੱਲੇ 95 ਮੁਲਕਾਂ ਦੇ ਵਿੱਚ ਇੰਡੀਅਨ ਇੰਟੈਲੀਜੈਂਸ ਨੇ ਆਪਣਾ ਨੈਟਵਰਕ, NGOs, UN ਐਫੀਲੀਏਟਡ ਆਰਗੇਨਾਈਜੇਸ਼ਨ, डिजिटल मीडिया, प्रिंट मीडिया, स्पेन तो लैके दूसरे हिस्से तक, ब्राज़ील तक जिथे पोर्तुगीज़ है, स्टोरीज़ प्लांट कीतियां, किवें NGOs क्रिएट कीतियां गई हैं। फिर कला ये नहीं जो 5 अगस्त 2019 ਨੂੰ कश्मीर का स्टैटस खत्म किया गया आर्टिकल 370, ਤੇ 2-3 ਮਹੀਨੇ ਬਾਅਦ ਉਹੀ ਡਿਸਇਨਫੋ ਲੈਬ ਦੇ ਥੱਲੇ ਜਿਹੜੀ ਇੱਕ ਫੇਕ NGO ਜਿਹਦੀ ਹੈਡ ਇੱਕ ਬਣਾਈ ਹੋਈ ਸੀ ਗੁਜਰਾਤਨ, ਉਹਦੇ ਰਾਹੀਂ ਯੂਰਪੀਅਨ ਪਾਰਲੀਮੈਂਟ ਦੇ ਮੈਂਬਰਾਂ ਦਾ ਇੱਕ ਡੈਲੀਗੇਸ਼ਨ ਕਸ਼ਮੀਰ 'ਚ ਭੇਜਿਆ ਗਿਆ ਕਿ ਜੀ ਉੱਥੇ ਤਾਂ ਹਾਲਾਤ ਬਿਲਕੁਲ ਨਾਰਮਲ ਵਾਂਗ ਨੇ। ਉਹ ਸਾਰਾ ਉਹਨਾਂ ਨੇ ਫਾਈਨੈਂਸ ਕੀਤਾ। ਨਾ ਉਹ ਬੀਬੀ ਕਦੇ ਲੋਕਾਂ ਦੇ ਸਾਹਮਣੇ ਆਈ, ਨਾ ਕਦੇ ਜਦੋਂ ਸਾਹਮਣੇ ਵੀ ਆਇਆ। ਔਰ ਹੁਣ ਜਦੋਂ ਕਿ ਉਸੇ ਯੂਰਪੀਅਨ ਪਾਰਲੀਮੈਂਟ ਨੇ ਮੋਦੀ ਦੀ ਫਰਾਂਸ ਪ੍ਰੈਜ਼ੈਂਸ ਦੇ ਦੌਰਾਨ ਮਨੀਪੁਰ ਦੇ ਉੱਤੇ ਮਤਾ ਪਾਸ ਕੀਤਾ, ਤੇ ਪ੍ਰਚਾਰ ਇਹ ਹੋਇਆ ਕਿ ਜੀ ਇਹ ਯੂਰਪੀਅਨ ਪਾਰਲੀਮੈਂਟ ਨੂੰ ਕੀ ਹੱਕ ਹੈ ਇੰਡੀਆ ਦੇ ਅੰਦਰੂਨੀ ਅਫੇਅਰਸ 'ਚ ਜਿਹੜਾ ਦਖਲ ਅੰਦਾਜ਼ੀ ਕਰਨ ਦਾ। ਤੇ ਇੱਕ ਬੜੇ
ਸਮਝਦਾਰ ਕਿਸਮ ਦੇ ਇੰਟੈਲੈਕਚੁਅਲ ਨੇ ਕਾਊਂਟਰ ਸਵਾਲ ਪੁੱਛਿਆ ਸੀ ਕਿ ਜਦੋਂ ਤੁਸੀਂ ਕਸ਼ਮੀਰ ਦਾ ਸਟੇਟਸ ਖਤਮ ਕੀਤਾ ਸੀ 5 ਅਗਸਤ 2019 ਨੂੰ, 3 ਮਹੀਨੇ ਬਾਅਦ ਜਦੋਂ ਤੁਸੀਂ ਯੂਰਪੀਅਨ ਪਾਰਲੀਮੈਂਟ ਦੇ ਮੈਂਬਰਾਂ ਦਾ ਇੱਕ ਡੈਲੀਗੇਸ਼ਨ ਲੈ ਕੇ ਗਏ ਸੀ, ਉਹਨਾਂ ਦੇ ਰਹਿਣ ਸਹਿਣ ਹੋਟਲ ਦਾ ਪ੍ਰਬੰਧ ਸਾਰਾ ਪੈਸੇ ਵੀ ਕੋਲੋਂ ਦਿੱਤੇ ਹੋਣੇ ਨੇ ਜੀ, ਉਦੋਂ ਉਹਦੀ ਇੰਟਰਫੇਰੈਂਸ ਦੀ ਕੀ ਲੋੜ ਸੀ? ਸੋ ਮਤਲਬ ਇਹ ਹੈ ਕਿ ਵੀ ਇਹ ਦੁਨੀਆ ਦੇ ਵਿੱਚ ਵੀ ਜੇ ਅਸੀਂ ਡਿਸਇਨਫੋ ਲੈਬ ਦੀ ਗੱਲ ਕਰਦੇ ਹਾਂ ਕਿ ਇਸ ਲੈਵਲ ਦੀ ਵਲਨਰੇਬਿਲਟੀ ਹੈ ਤੇ ਫਿਰ ਕਦੇ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਅੱਛਾ ਇਹ ਤਾਂ ਫਲਾਣੇ 'ਚ ਛਪ ਗਿਆ, ਇਹ ਤਾਂ ਨਿਊਯਾਰਕ ਟਾਈਮ ਛਪ ਗਈ ਸਟੋਰੀ ਜਾਂ ਫਲਾਣੇ 'ਚ ਹੋ ਗਿਆ। ਉਹ ਕਿਤੇ ਵੀ ਛਪਵਾ ਸਕਦੇ ਹੁੰਦੇ ਨੇ, ਇਸ ਕਿਸਮ ਦਾ ਨੈਟਵਰਕ ਹੁੰਦਾ ਜੀ। ਹੁਣ 2025 ਤੱਕ ਉਹਨਾਂ ਨੇ ਚਾਈਨਾ ਦੀ ਇਕਨੋਮੀ ਨੂੰ ਟੇਕ ਓਵਰ ਕਰਨਾ ਸੀ ਐਜ਼ ਪਰ ਉਹਨਾਂ ਦੀ 2003 ਦੇ ਪੀਰੀਅਡ ਦੀ ਸ਼ਾਈਨਿੰਗ ਇੰਡੀਆ ਦੇ ਕੈਂਪੇਨ ਥੱਲੇ, ਤੇ 2050 ਤੱਕ ਅਮਰੀਕਾ ਨੂੰ ਪਿੱਛੇ ਛੱਡ ਦੇਣਾ ਸੀ। ਇਹ 20 ਸਾਲ ਪਹਿਲਾਂ ਇਹਨਾਂ ਦੇ ਪ੍ਰੋਪੇਗੈਂਡੇ ਦੀ ਲਾਈਨ ਸੀ। ਹੁਣ 20 ਸਾਲ ਬਾਅਦ ਅੱਜ ਕਿੱਥੇ ਖੜਾ ਹੈ ਭਾਰਤ? ਬਿਲਕੁਲ। ਚਾਈਨਾ ਦੀ ਇਕਨੋਮੀ ਕਿੱਥੇ ਖੜੀ ਹੈ ਔਰ ਅਮਰੀਕਾ ਦੀ ਕਿੱਥੇ ਖੜੀ ਹੈ? ਹੁਣ ਅਸੀਂ ਜੇ ਅਮਰੀਕਾ ਦੀ ਗੱਲ ਕਰੀਏ ਤੇ 26-27 ਟ੍ਰਿਲੀਅਨ ਡਾਲਰ ਦੇ ਨੇੜੇ ਤੇੜੇ ਉਹਨਾਂ ਦੀ ਇਕਨੋਮੀ ਹੈ। ਚਾਈਨਾ ਜਿਹੜਾ ਉਹ 20-21 ਦੇ ਨੇੜੇ ਪਹੁੰਚ ਗਿਆ, ਥੋੜੀਆਂ ਬਹੁਤ ਫਿਗਰਸ ਵੇਰੀ ਕਰਦੀਆਂ ਨੇ, ਤੇ ਇੰਡੀਆ 3 ਟ੍ਰਿਲੀਅਨ ਵੀ ਨਹੀਂ ਹੈ। ਇਹਨਾਂ ਨੇ ਤਾਂ 2025 ਤਾਂ ਆ ਗਿਆ, 2 ਸਾਲ ਬਾਅਦ ਅਗਲੇ ਸਾਲ ਚੋਣਾਂ ਨੇ। ਹੁਣ ਉਹ ਕਿਉਂਕਿ ਸ਼ਾਇਦ ਲੋਕਾਂ ਨੂੰ ਕਿਉਂਕਿ ਭੁੱਲ ਜਾਂਦਾ, ਲੋਕਾਂ ਦੀ ਯਾਦਾਸ਼ਤ ਨਹੀਂ ਹੁੰਦੀ। ਅੱਜ ਵੀ ਜਦੋਂ ਆਪਣਿਆਂ ਨਾਲ ਵੀ ਕੋਈ ਵਾਰੀ ਮੈਂ IT ਸੈਕਟਰ ਵਾਲੇ ਬਹੁਤ ਜੀ ਉੱਥੇ ਚਲੇ ਗਏ, ਉਹ ਮੈਂ ਕਿਹਾ ਯਾਰ ਕਿਸੇ ਪਾਰਟ ਨੂੰ ਉਹਦੀਆਂ ਗਰਾਊਂਡ ਤੋਂ ਦੇਖਿਆ ਕਰੋ, ਉਹਦੀਆਂ ਜੜ੍ਹਾਂ ਤੋਂ ਦੇਖਿਆ ਕਰੋ ਕਿ ਵੀ ਇਹ ਕੋਈ ਨਾ ਤਾਂ ਉਹ ਕੋਈ ਡੈਸਟੀਨੇਸ਼ਨ ਹੈ ਵੱਡੇ ਵੱਡੇ ਇਕੋਨੋਮਿਸਟ ਦਾ ਜਾਂ ਬਿਜ਼ਨਸਮੈਨ ਦਾ ਵੀ ਉਹਨਾਂ ਨੇ ਇਨਵੈਸਟ ਕਰਨਾ ਹੈ, ਨਾ ਉਹਨਾਂ ਦੇ ਕੋਲ ਇਨਫਰਾਸਟ੍ਰਕਚਰ ਆ। ਨਜ਼ਰ ਆ ਗਿਆ ਪਾਣੀ 4 ਦਿਨ ਮੀਂਹ ਵਾਧੂ ਪਿਆ ਤੇ ਲੈ ਕੇ ਉੱਥੋਂ ਹਿਮਾਚਲ ਦੇ ਮੰਡੀ ਕੁੱਲੂ ਤੋਂ ਲੈ ਕੇ ਦਿੱਲੀ ਜਮਨਾ ਤੱਕ ਅੱਜ ਸੀ ਕਿ ਤਾਜ ਮਹਿਲ ਦੀਆਂ ਵੀ ਕੰਧਾਂ ਨੂੰ ਪਾਣੀ ਯਮਨਾ ਦਾ ਛੋਹਣ ਲੱਗ ਇਹ ਇਹਨਾਂ ਦਾ ਇਨਫਰਾਸਟ੍ਰਕਚਰ ਹੈ। 4 ਮੀਂਹ ਜਾ ਨਹੀਂ ਸਕਦੇ। ਟ੍ਰੇਨਾਂ ਟਰੂਨਾਂ ਕਿੱਥੇ ਕੀ ਇਵੇਂ ਨਹੀਂ ਹੁੰਦਾ ਕਿ ਵੀ ਕੋਈ ਚੀਜ਼ ਗਰੋ ਕਰਦੀ। ਲੇਕਿਨ ਅੱਜ ਵੀ ਤੁਸੀਂ ਹੋਵੇਗਾ ਬਹੁਤਿਆਂ ਨੂੰ ਆਪਣੇ ਨੂੰ ਯਾਰ ਇੰਡੀਆ ਬਹੁਤ ਵੱਡੀ ਪਾਵਰ, ਦੇਖੋ ਜੀ ਹੁਣ ਤਾਂ ਇਕਨੋਮੀ UK ਦੇ ਨੂੰ ਪਿੱਛੇ ਛੱਡ ਗਿਆ। ਉਹ UK ਨੇ ਆਲਰੇਡੀ ਬ੍ਰਿਟਿਸ਼ ਕਲੋਨੀਅਲਸ ਨੇ 300-400 ਸਾਲ ਆਪਣਾ ਐਮਪਾਇਰ ਕਰ ਲਿਆ ਜਿੰਨਾ ਕੁ ਭੋਗ ਰਿਹਾ। ਉਹਨਾਂ ਦਾ ਤਾਂ ਹਾਲ UK ਨਾਲ ਕੀ ਕੰਪੇਅਰ, ਉਹਨਾਂ ਦਾ ਤਾਂ ਹਾਲ ਇਹ ਹੈ ਕਿ ਕਾਮਨਵੈਲਥ ਗੇਮਾਂ ਹੋਣੀਆਂ ਅਗਲੇ ਸਾਲ, ਆਸਟ੍ਰੇਲੀਆ ਨੇ ਹੋਸਟ ਕਰਨਾ ਸੀ, ਉਹ ਵੀ ਮੁੱਕਰ ਗਿਆ ਉਹਨਾਂ ਦੇ ਸ਼ਹਿਰ ਵਾਲੇ ਕਿ ਨਾ ਭਾਈ ਅਸੀਂ ਇਹ 5-6 ਬਿਲੀਅਨ ਡਾਲਰ ਅਸੀਂ ਖਰਚ ਨਹੀਂ ਕਰਨੇ। ਅੱਛਾ, ਹੁਣ ਇੱਕੋ ਟਾਈਮ ਸੀ ਕਿ ਉਸੇ ਕਾਮਨਵੈਲਥ ਗੇਮਾਂ ਦੇ ਵਿੱਚ ਵੜਨ ਦੇ ਲਈ ਮੁਲਕ ਤਰਲੇ ਕਰਦੇ ਸੀ, ਕਿਉਂਕਿ ਕਾਮਨਵੈਲਥ ਦਾ ਮਤਲਬ ਪਹਿਲਾਂ ਉਹਨਾਂ ਨੂੰ ਬ੍ਰਿਟਿਸ਼ ਐਮਪਾਇਰ ਗੇਮਸ ਕਹਿੰਦੇ ਸੀ 30s ਦੇ ਵਿੱਚ, ਬਾਅਦ ਕਾਮਨਵੈਲਥ ਨਾਂ ਰੱਖਿਆ। ਤੇ ਜਿਨ੍ਹਾਂ ਮੁਲਕਾਂ ਦੇ ਉੱਤੇ ਬ੍ਰਿਟਿਸ਼ ਨੇ ਹਕੂਮਤ ਕੀਤੀ ਉਹਨਾਂ ਦੀਆਂ ਮੁਲਕਾਂ ਦੀਆਂ ਜਿਨ੍ਹਾਂ ਨੂੰ ਬਾਅਦ ਜਿਨ੍ਹਾਂ ਨੇ ਡੀਕੋਲੋਨਾਈਜ਼ ਕਰਤਾ, ਅੱਡ ਕਰਤਾ ਜਾਂ ਉਹਨਾਂ ਦਾ ਰੱਖਿਆ ਹੋਇਆ, ਜਿਵੇਂ ਆਸਟ੍ਰੇਲੀਆ ਕੈਨੇਡਾ ਅੱਜ ਵੀ ਡੋਮੀਨੀਅਨ ਸਟੇਟਸ ਹੈ, ਉਹਨਾਂ ਮੁਲਕਾਂ ਦੇ 60 ਦੇ ਕਰੀਬ ਉਹਨਾਂ ਦੇ ਹੁੰਦੇ ਨੇ। ਹੁਣ ਜੇ ਅੱਜ ਹਾਲ ਇਹ ਹੋ ਗਿਆ ਵੀ ਜਿਹੜਾ ਐਮਪਾਇਰ ਰਿਹਾ ਹੋਏ ਉਹਨਾਂ ਦੀਆਂ ਕਾਮਨਵੈਲਥ ਗੇਮਾਂ ਹੋਸਟ ਕਰਨ ਲਈ ਕੋਈ ਮੁਲਕ ਤਿਆਰ ਨਹੀਂ। ਪਹਿਲਾਂ ਇੱਕੋ ਵਾਰੀ ਇੰਡੀਆ 'ਚ ਹੋਈਆਂ ਨੇ ਮਨਮੋਹਨ ਸਿੰਘ ਦੇ ਵੇਲੇ 2010 ਜਾਂ 11, ਉਹ ਵੀ ਜਲੂਸ ਨਿਕਲ ਗਿਆ। ਉਹਦੇ 2-3 ਬਿਲੀਅਨ ਡਾਲਰ ਕਿਹਾ ਸੀ ਖਰਚ ਹੋਣਾ, ਪਤਾ ਨਹੀਂ ਕਿੰਨੇ ਹੋਇਆ। ਬੁਰਾ ਹਾਲ, ਬੌਂਕੇ ਦਿਹਾੜੇ, ਜਿੱਥੇ ਉਹ ਕੈਂਪ ਵੀ ਲੱਗੇ ਸੀ ਤੇ ਕੋਈ ਸੱਪ ਤੁਰੇ ਫਿਰਨ, ਕਿਤੇ ਡੱਡੂ ਤੁਰੇ ਫਿਰਨ, ਅੱਧੀ ਰਾਤ ਨੂੰ ਪ੍ਰੇਅਰ ਆ ਕੇ ਚੀਖਾਂ ਮਾਰਨ ਵੀ ਸੱਪ ਆ ਗਿਆ, ਦੂਜਾ ਹੋ ਗਿਆ। ਔਰ ਬਾਅਦ ਦੇ ਵਿੱਚ ਇਹ ਹੋਇਆ ਕਿ ਭਾਈ ਉਹਦੇ 'ਚ ਕਿੰਨਾ ਘਪਲਾ ਹੋਇਆ, ਕੀ ਹੋਇਆ। ਅੱਜ ਹਾਲ ਇਹ ਹੈ ਵੀ ਉਹਨਾਂ 60 ਤੋਂ ਜ਼ਿਆਦਾ ਮੁਲਕਾਂ ਦੇ ਵਿੱਚ ਇਨਕਲੂਡਿੰਗ ਆਸਟ੍ਰੇਲੀਆ ਵਰਗੇ ਮੁਲਕ ਦੇ ਵਿੱਚ ਉਹਨਾਂ ਗੇਮਾਂ ਨੂੰ ਹੋਸਟ ਕਰਨ ਨੂੰ ਉਹ ਤਿਆਰ ਨਹੀਂ ਹੈਗੇ। ਜਿਹਨੂੰ ਦਿੱਤੀ ਸੀ ਹੋਸਟਿੰਗ ਉਹਨਾਂ ਨੇ ਡਿਨਾਈ ਕਰ, ਉਹਨੂੰ ਕਿਹਾ ਜੀ ਕੋਈ ਪ੍ਰੋਫਿਟੇਬਲ ਨਹੀਂ। ਹੁਣ ਜੇ ਤੁਸੀਂ ਇੱਕ ਡਿਕਲਾਈਨਿੰਗ ਪਾਵਰ ਦੇ ਨਾਲ ਕੰਪੇਅਰ ਕਰੋ, ਜੇ ਉਹਨਾਂ ਨੂੰ ਅਸੀਂ ਪਿੱਛੇ ਛੱਡ ਦਿੱਤਾ, ਉਹ ਤਾਂ 3rd ਰੇਟ ਨੇ, ਉਹਨਾਂ ਦਾ ਨਹੀਂ ਹੈ। ਹੁਣ ਤੁਹਾਡਾ ਆਪਣਾ ਹਾਲ ਤੁਸੀਂ ਦੱਸੋ ਕੀ ਹੈ। ਹੁਣ ਓਵਰਆਲ ਪਹਿਲਾਂ ਇੰਡੀਆ ਦੇ ਕੰਟੈਕਸਟ 'ਚ ਗੱਲ ਕਰੀਏ। ਕੱਲ੍ਹ ਹੀ ਇੱਕ ਵੀਰ ਨਾਲ ਮੇਰੀ ਗੱਲ ਹੋ ਰਹੀ ਸੀ, ਮੈਂ ਕਿਹਾ ਦੇਖੋ ਬਹੁਤ ਵਾਰ ਅਸੀਂ ਜਦੋਂ ਪਾਸਟ ਹਿਸਟਰੀ ਵੱਲ ਦੇਖਦੇ ਹਾਂ, ਕੁਝ ਚੀਜ਼ਾਂ ਜਿਹੜੀਆਂ ਬਣੀਆਂ ਹੋਈਆਂ ਨੇ ਧਾਰਨਾਵਾਂ, ਉਹਦਾ ਅਸੀਂ ਜ਼ਿਕਰ ਕਰਦੇ। ਮੈਂ ਕਿਹਾ ਅੱਜ ਦੀ ਕੁੱਲ ਦੁਨੀਆ ਦੀ ਇਕਨੋਮੀ ਦੇ ਵਿੱਚ ਭਾਰਤ ਦਾ ਯੋਗਦਾਨ ਕਿੰਨੇ % ਹੈ? ਜੇ ਇੰਡੀਆ ਦੀ ਇਕਨੋਮੀ ਕੱਢ ਲਈ ਜਾਏ ਗਲੋਬਲ ਇਕਨੋਮੀ 'ਚੋਂ ਕਿੰਨਾ ਫਰਕ ਪੈਂਦਾ? ਉਹ ਕਹਿੰਦੇ ਜੀ ਸਿਰਫ, ਔਰ ਉਹ ਇਕਨੋਮਿਸਟ ਕਿ 2% ਹੈ ਇੰਡੀਆ ਦੇ ਕੋਲ। ਮੈਂ ਕਿਹਾ ਜੀ 98%। ਫਿਰ ਮੈਂ ਕਿਹਾ ਜੀ ਇਹਨੂੰ ਅੱਜ ਦਾ ਸ਼ਾਈਨਿੰਗ ਇੰਡੀਆ, ਮੋਦੀ ਇੰਡੀਆ ਛੱਡ ਦਿਓ ਕਿ ਜਦੋਂ ਮੁਗਲ ਦੌਰ ਦੀ ਅਸੀਂ ਗੱਲ ਕਰਦੇ ਹਾਂ, ਔਰੰਗਜ਼ੇਬ ਦੇ ਪੀਰੀਅਡ 'ਚ ਮੈਕਸਿਮਮ ਟੈਰੀਟਰੀ ਸੀ ਮੁਗਲਾਂ ਕੋਲ, ਔਰ ਦੂਜਾ ਕਿੰਨੀ ਦੁਨੀਆ ਦੀ ਟ੍ਰੇਡ ਦਾ ਇੰਡੀਆ ਦੇ ਕੋਲ ਕੀ ਸੀ ਉਸ ਵੇਲੇ ਦਾ, ਜੋ ਵੀ ਮੁਗਲ ਇੰਡੀਆ ਜਾਂ ਉਹਨੂੰ ਜੋ ਮਰਜ਼ੀ ਕਹਿ ਲਓ, ਮੁਗਲਿਆ ਸਲਤਨਤ ਕਹਿ ਲਓ।
ਉਹ ਕਹਿੰਦੇ ਜੀ 20% ਦੇ ਕਰੀਬ, 18 ਤੋਂ 20%, ਕਈ ਵਾਰੀ 22%। ਯਾਨੀ ਜਿਹੜਾ ਈਵਨ ਅੱਜ ਤੋਂ 200-250 ਸਾਲ ਪਹਿਲਾਂ ਉਸ ਪੀਰੀਅਡ 'ਚ, ਹਾਲਾਂ ਉਹਨਾਂ ਦੇ ਕੋਈ ਵੱਡੇ ਕੋਈ ਸ਼ਿਪ ਨਹੀਂ ਸੀ, ਬਹੁਤੇ ਤੁਰਕੀ ਦੀ ਨੇਵੀ ਤੇ ਰਿਲਾਈ ਕਰਦੇ ਸੀ। ਜੇ ਉਸ ਜ਼ਮਾਨੇ 'ਚ ਉਹ ਭਾਰਤ ਜਿਹੜਾ ਇਹਨਾਂ ਦੇ ਕਹਿਣ ਮੁਤਾਬਕ ਦਮਨ ਦਾ ਸ਼ਿਕਾਰ ਸੀ, ਜ਼ੁਲਮ ਹੋ ਰਹੇ ਸੀ, ਕਨਵਰਸ਼ਨਸ ਹੋ ਰਹੀਆਂ ਸੀ, ਹੋਰ ਚੱਲ ਰਿਹਾ ਸੀ, ਪਰ ਦੁਨੀਆ ਦੀ ਇਕਨੋਮੀ ਦਾ 18 ਤੋਂ 20% ਟ੍ਰੇਡ ਜਿਹੜਾ ਉਹ ਉਹਨਾਂ ਦੇ ਨਾਲ ਹੁੰਦਾ ਸੀ। ਤੇ ਅੱਜ ਤਾਂ ਭਾਰਤ ਦੀ ਤੂਤੀ ਬੋਲ ਰਹੀ ਹੈ, ਉਹ ਤਾਂ ਚਾਰ ਚਫੇਰੇ ਜਿਹੜਾ ਉਹਦਾ ਦੁਨੀਆ ਦੇ ਵਿੱਚ ਬੜਾ ਵਿਸ਼ਵ ਗੁਰੂ ਬਣ ਗਿਆ। ਮੋਦੀ ਅੱਜ ਦੁਨੀਆ ਦਾ ਲੀਡਰ ਹੈ ਤੇ 2% ਕੀ ਰੋਲ ਹੈ। ਹੁਣ ਦੋ ਸਟੋਰੀਜ਼ ਮੇਰੇ ਸਾਹਮਣੇ ਨੇ ਜਿਹਦੇ ਤੇ ਬੇਸ ਮੈਂ ਗੱਲ ਕਰਨੀ ਚਾਹੁੰਦਾ ਜੀ। ਪਹਿਲੀ ਤਾਂ ਇਹ ਇੱਕ ਸੈਂਟਰਲ ਬੈਂਕ ਵਰਲਡ ਬੈਂਕ ਸਟੈਂਡਰਡ ਦੇ ਵਿੱਚ ਜਿਹੜਾ ਇੱਕ ਆਰਟੀਕਲ ਆਇਆ ਔਰ ਉਸ ਦਾ ਹੈਡਲਾਈਨ ਹੈ, ਇੰਡੀਆ ਨੀਡਸ ਟੂ ਗਰੋ at 7.6% a year for 25 years to be a developed nation, ਸੈਂਟਰਲ ਬੈਂਕ ਬੁਲੇਟਿਨ। ਕਿ ਜੇ ਭਾਰਤ ਨੇ ਜਿਹੜਾ ਵਿਕਾਸਸ਼ੀਲ ਵਿਕਾਸ ਵਾਲੇ ਮੁਲਕ ਨੇ ਉਹਨਾਂ ਦੇ ਲੈਵਲ ਤੇ ਆਣਾ ਹੈ ਤੇ ਅਗਲੇ 25 ਸਾਲ ਉਸ ਦੀ ਇਕਨੋਮੀ ਦੀ ਗਰੋਥ 7.6% ਸਾਲਾਨਾ ਹੋਣੀ ਚਾਹੀਦੀ ਹੈ। ਹੁਣ ਇਹ ਉਹਨਾਂ ਦੀ ਰॉयटर्स ਦੀ ਖਬਰ ਹੈ ਕਿ ਭਾਈ ਅਗਲੇ 25 ਸਾਲ ਜੇ ਇੰਡੀਆ 7.6% ਐਨੂਅਲੀ ਗਰੋ ਕਰੇ ਫਿਰ ਡਿਵੈਲਪ ਨੇਸ਼ਨ ਦੀ ਕੈਟਾਗਰੀ ਚ ਆਉਂਦਾ ਹੈ। ਇਹ ਸੈਂਟਰਲ ਬੈਂਕ ਦੇ ਮੰਥਲੀ ਬੁਲੇਟਿਨ ਦੇ ਵਿੱਚ ਆਇਆ। ਹੁਣ ਅੰਦਾਜ਼ਾ ਲਾਓ ਇੰਡੀਆ ਦਾ ਹਾਲ ਕੀ ਹੈ। ਅੱਜ ਜਿਹੜੀ ਪਰ ਕੈਪੀਟਾ ਇਨਕਮ ਹੈ ਇੰਡੀਆ ਦੀ ਉਹ $2,500 ਹੈ, $2,500 ਪਰ ਕੈਪੀਟਾ ਇਨਕਮ ਹੈ। ਬਿਲਕੁਲ। ਤੇ ਜੇ ਇਹਨਾਂ ਨੇ ਵਰਲਡ ਬੈਂਕ ਸਟੈਂਡਰਡ ਦੇ ਨਾਲ ਡਿਵੈਲਪਡ ਨੇਸ਼ਨ ਆਣਾ ਤੇ ਇਹ ਜਿਹੜੀ ਪਰ ਕੈਪੀਟਾ ਇਨਕਮ ਹੈ that needs to be more than 21,664 by 2047 ਕਿ 2047 ਤੱਕ ਜੇ ਇੰਡੀਆ ਦੀ ਪਰ ਕੈਪੀਟਾ ਇਨਕਮ $21,664 ਹੋਏ ਓਨਲੀ ਦੈਨ ਇਹ ਡਿਵੈਲਪਡ ਨੇਸ਼ਨ ਚ ਆਏਗਾ। ਚੀਨ ਨੂੰ ਤੇ ਅਮਰੀਕਾ ਨੂੰ ਤਾਂ ਪਿੱਛੇ ਕੀ ਛੱਡਣਾ। ਹੁਣ ਨਾਲ ਦੇ ਉਹਨਾਂ ਨੇ ਕਿਹਾ ਟੂ ਅਚੀਵ ਦਿਸ ਟਾਰਗੇਟ the required real GDP compounded annual growth rate for India works out to be 7.6% during 2023-24 to 2047-48 according to the study by Reserve Bank of India's Economic Research Department. ਹੁਣ Reserve Bank of India ਦੀ ਰਿਪੋਰਟ ਹੈ ਕਿ ਜੇ ਡਿਵੈਲਪਡ ਨੇਸ਼ਨ ਵੀ ਬਣਨਾ, ਪਿੱਛੇ ਛੱਡਣਾ ਤਾਂ ਛੱਡ ਦਿਓ, ਤੇ ਅਗਲੇ 25 ਸਾਲ 7.6% ਐਨੂਅਲ ਇਨਕਰੀਜ਼ ਹੋਣਾ ਚਾਹੀਦਾ, ਜਿਹਦਾ ਕੋਈ ਮੁਕਾਮ ਕੀ ਦੂਰ ਦੀ। ਈਵਨ ਤੁਸੀਂ ਕੋਟ ਕੀਤਾ ਉਹਨੂੰ ਸੁਬਰਾਮਨੀਅਮ ਸਵਾਮੀ ਨੂੰ, ਉਹ ਇਹਨਾਂ ਦਾ ਵੱਡਾ ਇਕਨੋਮਿਸਟ ਹੈ, ਹਾਰਵਰਡ ਯੂਨੀਵਰਸਿਟੀ 'ਚ ਵੀ ਇਕਨੋਮਿਕਸ ਪੜ੍ਹਾਉਂਦਾ ਰਿਹਾ, ਵੱਡਾ ਆਈਡੀਆਲੋਗ ਹੈ। ਉਹਦਾ 2 ਦਿਨ ਪਹਿਲਾਂ ਇੰਟਰਵਿਊ ਹੈ, ਉਹ ਕਹਿੰਦਾ ਵੀ ਇਹ ਮੋਦੀ ਇਹ 2024 'ਚ ਇਹਨੂੰ ਨਹੀਂ ਅੱਗੇ ਕਰਨਾ ਚਾਹੀਦਾ। ਉਹਨੇ ਕਿਹਾ ਇਕਨੋਮੀ ਦਾ ਫੇਲ ਹੈ, ਇਕਨੋਮੀ ਕਲੈਪਸ ਹੈ, ਫੋਰਨ ਪਾਲਿਸੀ ਟੋਟਲੀ ਕਲੈਪਸ ਹੈ। ਅਮਰੀਕਾ ਫਰਾਂਸ ਤੋਂ ਕੀ ਲੈ ਕੇ ਆਇਆ, ਦੇ ਕੇ ਹੀ ਆਇਆ ਉੱਥੇ, ਔਰ ਮਨੀਪੁਰ ਔਰ ਦੂਸਰੇ ਦੇ ਵਿੱਚ ਚਾਈਨਾ ਵੜ ਗਿਆ। 4000 ਸਕੁਅਰ ਕਿਲੋਮੀਟਰ ਚਾਈਨਾ ਨੇ ਲੈ ਲਿਆ। ਪਰ ਗੱਲ ਜੇ ਸੁਬਰਾਮਨੀਅਮ ਸਵਾਮੀ ਨੂੰ 2 ਮਾਮਲਿਆਂ ਦੇ ਵਿੱਚ ਤਾਂ ਸੀਰੀਅਸਲੀ ਜ਼ਰੂਰ ਲਿਆ ਜਾਣਾ ਚਾਹੀਦਾ। ਇੱਕ ਤਾਂ ਇਕਨੋਮੀ ਜਿਹੜਾ ਉਹਦਾ ਫੀਲਡ ਹੈ, ਉਹਦਾ ਇਹ ਕਹਿਣਾ ਵੀ ਇਹ ਟੋਟਲੀ ਕਲੈਪਸ ਹੈ, ਤੇ ਦੂਸਰਾ ਪਾਸਾ ਹੁਣ ਜਿਹੜੀ ਹੁਣ ਤੱਕ ਆਊਟਸੋਰਸਿੰਗ ਵੀ ਹੋ ਰਹੀ ਹੈ ਇੰਡੀਆ ਨੂੰ। ਜੇ ਥੋੜੀ ਬਹੁਤ ਸਰਵਾਈਵਲ ਉਹਨਾਂ ਦੇ IT ਸੈਕਟਰ ਦੀ ਵਜ੍ਹਾ ਕਰਕੇ ਹੈ ਤੇ ਉਹ ਆਊਟਸੋਰਸਿੰਗ ਹੈ। ਤੇ ਹੁਣ ਆਊਟਸੋਰਸਿੰਗ ਨੂੰ ਕਿਨੇ ਨਿਕਲ ਜਾਣਾ ਆਉਣ ਵਾਲੇ ਸਾਲ 2 ਸਾਲ? ਆਰਟੀਫੀਸ਼ੀਅਲ ਇੰਟੈਲੀਜੈਂਸ। ਬਹੁਤ ਆਪਣੇ ਘੱਟ ਲੋਕਾਂ ਨੂੰ ਸ਼ਾਇਦ ਪਤਾ ਹੋਏ ਵੀ ਇਸ ਵੇਲੇ 2 ਲੱਖ ਦੇ ਕਰੀਬ ਬਾਲੀਵੁੱਡ ਦੇ ਐਕਟਰ, ਰਾਈਟਰ, ਸਕ੍ਰਿਪਟ ਰਾਈਟਰ, ਵਰਕਰ, ਕਾਮਨਰ, ਸਕਰੀਨ ਪਲੇਅਰ ਸਾਰੇ ਸਟ੍ਰਾਈਕ ਤੇ ਨੇ। ਹੁਣ ਮੈਂ ਵੀ ਦੇਖਿਆ, ਮੈਂ ਕਿਹਾ ਇਹ ਇੱਥੇ ਜਿਹੜਾ ਉਹ ਹਾਲੀਵੁੱਡ ਦੇ ਵਿੱਚ ਵੀ ਸਟ੍ਰਾਈਕ ਜਿਵੇਂ ਹੁੰਦੀ ਹੈ। ਫਿਰ ਆਇਆ ਕਿ ਜੀ ਇੱਕ ਜ਼ਮਾਨੇ 'ਚ ਪਹਿਲਾਂ ਵੀ ਹੋਈ ਸੀ। ਹੁਣ ਰੀਜ਼ਨ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਤਾਂ ਸਾਰੇ ਜੌਬ ਖਤਮ ਕਰ ਦੇਣੇ ਨੇ, ਤੇ ਉਹਨਾਂ ਨੂੰ ਇਹ ਲੱਗਦਾ ਕਿ ਵੀ ਇਹ ਜਿਹੜੇ ਮਾਲਕ ਇਨਵੈਸਟ ਕਰਨ ਵਾਲੇ ਜਾਂ ਦੂਜੇ ਨੇ ਸਾਨੂੰ ਫੇਅਰਲੀ ਨਹੀਂ। ਉਹਨਾਂ 'ਚ ਐਕਟਰ ਵੀ ਨੇ ਸਾਰੇ, ਬਾਈਡਨ ਨੇ ਵੀ ਸਪੋਰਟ ਕੀਤਾ ਉਹਨਾਂ ਨੂੰ। ਹੁਣ ਇਹਦਾ ਅਸੀਂ ਦੇਖ ਲਿਆ ਵੀ ਹਾਲੀਵੁੱਡ ਵਾਲੇ ਸਟ੍ਰਾਈਕ ਤੇ ਗਏ ਕਿਉਂਕਿ ਦੇ ਫੀਅਰ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਉਹਨਾਂ ਨੂੰ ਕੀ ਕਰੇਗੀ। ਪਰ ਅੱਜ ਇੱਕ ਸਟੋਰੀ ਜਿਹੜੀ ਕਿ ਪ੍ਰੋਮੀਨੈਂਟਲੀ ਮੈਨੂੰ ਲੱਗੀ ਵੀ ਆਫ ਇੰਟਰਸਟ ਹੈ ਦੱਸਣ ਦੇ ਲਈ ਵੀ ਇੰਡੀਆ ਦਾ ਇਹ ਜਿਹੜਾ IT ਸੈਕਟਰ ਹੈ ਇਹ ਵੀ ਵਾਈਪ ਆਊਟ ਹੋਣ ਜਾ ਰਿਹਾ। ਇਹ ਟੌਪ artificial intelligence expert says most outsourced coders in India
will be out of job in 2 years thanks to that technology ਕਿ ਅਗਲੇ 2 ਸਾਲ ਦੇ ਵਿੱਚ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਚੱਲਣ ਇੰਨਾ ਜ਼ਿਆਦਾ ਹੋ ਜਾਏਗਾ ਕਿ ਜਿਹੜਾ ਹੁਣ ਇੰਡੀਆ ਨੂੰ ਆਊਟਸੋਰਸ ਜੌਬ ਹੋ ਰਹੇ ਨੇ ਇਹ ਜਿਹੜੇ ਨੇ ਇਹ ਇਹਨਾਂ ਦਾ ਕੰਮ ਖਤਮ ਹੋ ਜਾਏਗਾ AI will soon eliminate most outsourced coding jobs in India as the technology will drastically reduce the need for them according to leading AI expert. India's outsourced coders up to level 3 programmers will be gone in the next year or 2, whereas in France you will never fire a developer. ਉੱਥੇ ਤੁਸੀਂ ਫਾਇਰ ਨਹੀਂ ਕਰ ਸਕੋਗੇ ਕਿਉਂਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਐਕਸਪਰਟ ਹੈ ਔਰ ਇਹ ਇਮਾਰਡ ਮੋਸਟੈਕੋ ਦਾ CEO ਆਫ ਸਟੇਬਿਲਿਟੀ AI said in a call with UBS analyst ਦੂਜੇ ਇਹ ਕਾਫੀ ਡਿਟੇਲਡ ਰਿਪੋਰਟ ਹੈ ਪਰ ਇਸ ਗੱਲ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਐਵੇਂ ਨਹੀਂ ਜੇ ਹਾਲੀਵੁੱਡ ਵਾਲਿਆਂ ਨੂੰ ਨਜ਼ਰ ਆ ਰਿਹਾ ਵੀ ਐਕਟਿੰਗ ਕਰਨ ਲਈ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਔਰ ਆਲਰੇਡੀ ਮੈਂ ਕਿਸੇ ਇੰਡੀਆ ਦੇ ਹੀ ਕਿਸੇ ਚੈਨਲ ਦੇ ਹਵਾਲੇ ਨਾਲ ਦੇਖ ਰਿਹਾ ਸੀ ਕਿ ਇੱਕ ਜਾਲੀ ਇਸ ਲਈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਇਮੇਜ ਉਹਦੀ ਲੇਡੀ ਬਣਾ ਦਿਓ ਬੰਦਾ ਬਣਾ ਦਿਓ ਉਹਨੂੰ ਤੁਸੀਂ ਦੇ ਦਿਓ ਕੋਈ ਵੀ ਸਕ੍ਰਿਪਟ ਉਹਨੂੰ ਪੜ੍ਹ ਦੇਗੀ ਜਾਂ ਪੜ੍ਹ ਦੇਗਾ ਕੋਈ ਲੋੜ ਹੀ ਨਹੀਂ ਤੁਹਾਨੂੰ EMPLOYE ਰੱਖਣ ਦੀ ਉਹ ਬਣੇ ਬਣਾਏ ਇਮੇਜ ਰਾਹੀਂ ਜਿਹੜਾ ਉਹ ਇਵੇਂ ਹੀ ਲੱਗਦਾ ਕਿ ਵੀ ਉਹ ਬੋਲ ਰਿਹਾ ਸੋ ਇਹਨਾਂ ਹਾਲਾਤਾਂ 'ਚ ਇਹ ਜਿਹੜਾ ਬਹੁਤ ਸਾਰਾ ਇਹਨਾਂ ਨੇ ਝੂਠ ਦਾ ਗੁੱਡਾ ਬੰਨਿਆ ਹੋਇਆ ਘੱਟੋ ਘੱਟ ਸਾਡੇ ਲੋਕ ਇਸ ਝੂਠ ਨੂੰ ਅੱਗੇ ਨਾ ਤੋਰਨ ਇਹ ਇੱਕ ਫੇਲਡ ਸਟੇਟ ਹੈ ਰੌਗ ਸਟੇਟ ਹੈ ਆਲਰੇਡੀ ਇਸ ਦਾ ਜਿਹੜਾ ਫਿਊਚਰ ਹੈ ਉਹ ਉਹੀ ਹੈ ਜੋ ਸੋਵੀਅਤ ਯੂਨੀਅਨ ਦਾ 15 ਹਿੱਸਿਆਂ 'ਚ ਟੁੱਟ ਕੇ ਹੋਇਆ ਯੂਗੋਸਲਾਵੀਆ ਦਾ 7-8 ਮੁਲਕਾਂ 'ਚ ਟੁੱਟ ਕੇ ਹੋਇਆ ਔਰ ਭਾਰਤ ਉਸ ਪਾਸੇ ਵੱਲ ਵੱਧ ਰਿਹਾ ਹੈ ਨੋ ਮੈਟਰ ਕਿਸ ਕਿਸਮ ਦਾ ਫਾਲਸ ਪ੍ਰੋਪੇਗੈਂਡਾ ਉਹ ਕਰਦੇ ਨੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਵਾਤ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਜੋ ਵਾਪਰਦਾ ਹੈ ਉਹ ਦਿਸਦਾ ਹੈ ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੀ ਰਿਪਬਲਿਕਨ ਪਾਰਟੀ ਦੇ ਲੀਡਰ ਐਕਸ ਕਾਂਗਰਸਮੈਨ ਟ੍ਰੇਟ ਫਰੈਂਕਸ ਨੇ ਭਾਰਤ ਨੂੰ ਸਖਤ ਚੇਤਾਵਨੀ ਦਿੱਤੀ ਹੈ ਉਸ ਦਾ ਕਹਿਣਾ ਹੈ ਕਿ ਅਮਰੀਕਾ ਦੀ ਧਰਤੀ ਤੇ ਕਿਸੇ ਸਿੱਖ ਦੇ ਖਿਲਾਫ ਹਿੰਸਾ ਕੀਤੀ ਗਈ ਤਾਂ ਭਾਰਤ ਨੂੰ ਲੈਣੇ ਦੇ ਦੇਣੇ ਪੈਣੇ ਹੋਣਗੇ ਸੋ ਅਸੀਂ ਟ੍ਰੇਟ ਫਰੈਂਕਸ ਵੱਲੋਂ ਲਈ ਇਸ ਜਿਹੜੇ ਫੈਸਲੇ ਦੀ ਸ਼ਲਾਘਾ ਕਰਦੇ ਹਾਂ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਅਸੀਂ ਜਦੋਂ ਪਿਛਲੇ ਸਾਰੇ ਪੀਰੀਅਡ 'ਚ ਹੀ ਆਲਮੋਸਟ 2 ਮਹੀਨੇ ਤੋਂ ਜਿਹੜਾ ਰੌਗ ਸਟੇਟ ਇੰਡੀਆ ਨੇ ਮੋਸਾਦ ਔਰ KGB ਦੇ ਟੈਕਟਿਕਸ ਨੂੰ ਅੱਗੇ ਤੋਰਦੇ ਆ ਜਿਹੜੀ ਵਾਇਲੈਂਟ ਸਪਰੀ ਸ਼ੁਰੂ ਕੀਤੀ ਹੈ ਕਿਲਿੰਗ ਸਪਰੀ ਜਿਸ ਦੇ ਵਿੱਚ ਲਾਹੌਰ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ UK ਦੇ ਵਿੱਚ ਸਲੋ ਪੋਇਜ਼ਨ ਜਾਂ ਕੋਈ ਹੋਰ ਕੈਮੀਕਲ ਦਾ ਇਸਤੇਮਾਲ ਕਰਕੇ ਅਵਤਾਰ ਸਿੰਘ ਖੰਡੇ ਦੀ ਸ਼ਹਾਦਤ ਔਰ 18 ਜੂਨ ਨੂੰ ਸਰੀ ਦੇ ਗੁਰਦੁਆਰਾ ਸਾਹਿਬ ਦੇ ਅਹਾਤੇ ਦੇ ਵਿੱਚ 2 ਸ਼ਾਰਪ ਸ਼ੂਟਰ ਹਾਇਰਡ ਅਸੈਸਨਸ ਰਾਹੀਂ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਔਰ ਉਸ ਨੂੰ ਜਿਵੇਂ ਇੰਡੀਆ ਨੇ ਸੈਲੀਬ੍ਰੇਟ ਕੀਤਾ ਆਪਣੇ ਨਾਨ ਸਟੇਟ ਐਕਟਰਸ ਰਾਹੀਂ ਜੋ ਉਹਨਾਂ ਦੇ ਯੂਟਿਊਬਰਸ ਔਰ ਜਿਵੇਂ ਉਹਨਾਂ ਦੇ ਸੋ ਕਾਲਡ ਐਕਸਪਰਟ ਮੇਜਰ ਗੌਰਵ ਆਰੀਆ ਵਰਗੇ ਔਰ ਦੂਸਰੇ ਲੋਕ ਜਿਨ੍ਹਾਂ ਨੇ ਰਾਦਰ ਇਹ ਕਿਹਾ ਕਿ ਵੀ ਇਹਨਾਂ ਨੂੰ ਅੱਗੇ ਤੋਰੋ ਆਪਣੇ ਇਸ ਸਾਰੇ ਪਾਰਟ ਨੂੰ ਔਰ ਬਾਹਰਲੇ ਜਿਹੜੇ
ਲੋਕ ਨੇ ਇਸ ਕਿਸਮ ਦੇ ਬਲੈਕ ਟ੍ਰੇਡ ਦੇ ਵਿੱਚ, ਜਿਸ ਨੂੰ ਡਾਰਕ ਵੈਬ ਕਿਹਾ ਜਾਂਦਾ ਹੈ, ਉਹਨਾਂ ਨੂੰ ਤੁਸੀਂ ਇਸਤੇਮਾਲ ਕਰਕੇ ਇਹਨਾਂ ਦਾ ਖਾਤਮਾ ਕਰੋ ਬਾਹਰੋਂ ਔਰ ਇਸ ਨੂੰ ਮੁਕਾਓ ਇਸ ਮੂਵਮੈਂਟ। ਅੱਛਾ। ਹੁਣ ਇਸ ਸਾਰੇ ਦੇ ਨਾਲ ਇੱਕ ਪਾਸੇ ਤਾਂ ਇਸ ਕਿਸਮ ਦਾ ਟ੍ਰੈਂਡ ਚੱਲ ਰਿਹਾ, ਦੂਸਰੇ ਪਾਸੇ ਅਸੀਂ ਦੇਖਦੇ ਹਾਂ ਇੱਕ ਕਲਾਸ ਜਿਹੜੀ ਉਹਨਾਂ ਦੇ ਪੇਡ ਜਾਂ ਪ੍ਰੋ ਇੰਡੀਆ ਜਾਂ ਪ੍ਰੋ ਹਿੰਦੂਤਵਾ ਜਰਨਲਿਸਟਾਂ ਦੀ, ਜਿਨ੍ਹਾਂ ਨੇ ਇਹ ਦਬਾਅ ਬਣਾਉਣਾ ਸ਼ੁਰੂ ਕੀਤਾ ਕਿ ਜਿਨ੍ਹਾਂ 'ਚ ਵਰਖਾ ਦਾਦ ਦਾ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਜੀ ਇਹ ਕੈਨੇਡਾ ਤੋਂ ਜਾਂ ਦੂਜੇ ਉਹਨਾਂ ਨਾਲ ਡਾਊਨਗ੍ਰੇਡ ਕਰ ਦਿਓ ਡਿਪਲੋਮੈਟਿਕ ਰਿਲੇਸ਼ਨਸ ਨੂੰ, ਕਿਉਂਕਿ ਇਹ ਜਿਹੜਾ ਹੈ ਇਹ ਖਾਲਿਸਤਾਨ ਨੂੰ ਪ੍ਰਮੋਟ ਕਰ ਰਹੇ ਨੇ। ਥਰਡਲੀ, ਇੰਡੀਆ ਨੇ ਐਜ਼ ਏ ਵਿਕਟਮਹੁੱਡ ਕਾਰਡ ਪਲੇ ਕਰਦੇ ਆ ਝੂਠੀਆਂ ਖਬਰਾਂ ਦੀ ਪਲੈਂਟਿੰਗ ਕਿ ਜੀ ਆ ਸੈਨ ਫਰਾਂਸਿਸਕੋ ਐਮਬੈਸੀ ਸਾੜਤੀ, ਸਿਡਨੀ 'ਚ ਜਿਹੜਾ ਉਹ ਅਟੈਕ ਕਰਤਾ ਖਾਲਿਸਤਾਨੀਆਂ ਨੇ ਇੱਕ ਸਟੂਡੈਂਟ ਦੇ ਉੱਤੇ, ਔਰ ਇਵੇਂ ਦਾ ਹੀ ਬਾਕੀਆਂ ਦੇ ਹਵਾਲੇ ਨਾਲ ਵੀ। ਅੱਛਾ। ਹੁਣ ਇਸ ਸਾਰੇ ਪਾਰਟ ਤੇ ਚੱਲਦੇ ਆ, ਜਦੋਂ ਕਿ ਹਰਦੀਪ ਸਿੰਘ ਨਿੱਜਰ ਦੇ ਮਰਡਰ ਤੋਂ ਬਾਅਦ ਤਾਂ ਕੋਈ ਭੁਲੇਖਾ ਨਹੀਂ ਸੀ ਰਹਿ ਗਿਆ ਵੀ ਇੰਡੀਅਨ ਸਟੇਟ ਡਾਇਰੈਕਟਲੀ ਉਹਨਾਂ ਨੇ ਕਿਵੇਂ ਇਹ ਜਿਹੜੇ ਤਿੰਨੋਂ ਹੀ ਕੇਸਾਂ ਦਾ ਅਸੀਂ ਜ਼ਿਕਰ ਕੀਤਾ, ਇਹਨਾਂ ਨੂੰ ਪਹਿਲਾਂ ਉਹਨਾਂ ਨੇ ਕਿਵੇਂ ਇੰਟਰਨੈਸ਼ਨਲ ਲੈਵਲ ਦੀ ਦਹਿਸ਼ਤਗਰਦੀ ਨਾਲ ਜੋੜਿਆ। ਪਰਮਜੀਤ ਸਿੰਘ ਪੰਜਵੜ ਦੀ ਐਕਸਟ੍ਰੈਡੀਸ਼ਨ ਮੰਗੀ ਇੰਡੀਆ ਤੋਂ, ਹਾਲਾਂਕਿ ਇਹਦੇ ਬਾਵਜੂਦ ਕਿ ਉਹਨਾਂ ਦੀ ਮਾਂ ਨੂੰ ਝੂਠੇ ਪੁਲਿਸ ਮੁਕਾਬਲੇ 'ਚ ਕਈ ਮਹੀਨੇ ਹਿਰਾਸਤ 'ਚ ਰੱਖ ਕੇ ਤਸ਼ੱਦਦ ਕਰਕੇ ਸ਼ਹੀਦ ਕੀਤਾ ਗਿਆ ਸੀ, ਉਹਨਾਂ ਦੇ ਭਰਾ ਨੂੰ ਸ਼ਹੀਦ ਕੀਤਾ ਗਿਆ, ਉਹਨਾਂ ਦੇ ਭਰਾਵਾਂ ਨੂੰ ਬਾਕੀਆਂ ਨੂੰ ਟਾਰਚਰ ਕਰ ਕਰਕੇ ਜਿਹੜਾ ਹੈ ਉਹ ਬਿਲਕੁਲ ਅਪਾਹਜ ਬਣਾ ਦਿੱਤਾ ਗਿਆ। ਔਰ ਫਾਈਨਲੀ ਈਵਨ ਜਦੋਂ ਕਿ ਉਹ ਬਿਲਕੁਲ ਆਪਣੀ ਨਾਰਮਲ ਲਾਈਫ ਜੀ ਰਹੇ ਸੀ, ਉਹਨਾਂ ਨੂੰ ਲਾਹੌਰ ਦੇ ਵਿੱਚ ਉਹਨਾਂ ਦਾ ਮਰਡਰ ਕੀਤਾ ਗਿਆ। ਫਿਰ ਅਸੀਂ ਅਵਤਾਰ ਸਿੰਘ ਖੰਡੇ ਦੇ ਹਵਾਲੇ ਨਾਲ ਗੱਲ ਕੀਤੀ ਸੀ ਕਿ ਉਹ 2010-11 ਦੇ ਵਿੱਚ ਪੜ੍ਹਨ ਦੇ ਲਈ ਆਉਂਦਾ ਹੈ, ਔਰ 2-3 ਸਾਲ ਬਾਅਦ ਹੀ 2015 ਜਦੋਂ ਮੋਦੀ ਪਹਿਲੀ ਵਾਰ UK ਦੇ ਦੌਰੇ ਦੇ ਉੱਤੇ ਆਉਂਦਾ ਹੈ ਤੇ ਜਿਹੜਾ ਅਜੀਤ ਡੋਵਲ ਉਹਦੇ ਨਾਲ ਆਉਂਦਾ, ਜਿਹੜਾ ਡੋਜ਼ੀਅਰ ਉਹ ਉਦੋਂ ਦੇ ਪ੍ਰਾਈਮ ਮਿਨਿਸਟਰ ਨੂੰ ਦਿੱਤਾ ਜਾਂਦਾ, ਉਹਦੇ 'ਚ ਅਵਤਾਰ ਸਿੰਘ ਖੰਡੇ ਦਾ ਨਾਂ ਹੈ ਵੀ ਸਾਡੇ ਹਵਾਲੇ ਕੀਤਾ ਜਾਏ। ਅਵਤਾਰ ਸਿੰਘ ਖੰਡਾ ਉਹ ਹੈ ਜਿਨ੍ਹਾਂ ਦੇ ਪਿਤਾ ਕੁਲਵੰਤ ਸਿੰਘ ਖੁਖਰਾਣਾ ਨੂੰ ਝੂਠੇ ਪੁਲਿਸ ਮੁਕਾਬਲੇ ਸ਼ਹੀਦ ਕੀਤਾ ਗਿਆ। ਹੁਣ ਉਹੀ ਅਵਤਾਰ ਸਿੰਘ ਖੁਖਰਾਣਾ ਨੂੰ ਜਦੋਂ ਕਿ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੇ ਹਵਾਲੇ ਨਾਲ ਜੋ ਨੌਟੰਕੀ ਉੱਥੇ ਉਹਨਾਂ ਨੇ ਕੀਤੀ, 19 ਮਾਰਚ ਨੂੰ ਉਹਨਾਂ ਨੇ ਪ੍ਰੋਟੈਸਟ ਕੀਤਾ, ਜਿਹੜਾ ਉਹਦਾ ਆਗੂ ਬਣਾ ਕੇ ਹਮਲਾ ਕਰਤਾ। ਹਾਲਾਂਕਿ ਉਸ ਪ੍ਰੋਟੈਸਟ ਜਿਵੇਂ ਮੈਂ ਬਾਅਦ 'ਚ ਖਬਰਾਂ ਦੇਖੀਆਂ ਮੌਜੂਦ ਵੀ ਨਹੀਂ ਸੀ, ਲੇਕਿਨ ਇੱਕ ਜਸਟੀਫਿਕੇਸ਼ਨ ਕ੍ਰੀਏਟ ਕੀਤੀ ਗਈ ਔਰ ਮਰਡਰ ਕਰਤਾ ਗਿਆ। ਹਰਦੀਪ ਸਿੰਘ ਨਿੱਜਰ ਦਹਿਸ਼ਤਗਰਦ, 6 ਫਾਰ ਜਸਟਿਸ, 10 ਲੱਖ ਦਾ ਇਨਾਮ, ਇੰਟਰਪੋਲ ਫਲਾਣਾ, ਫਾਈਨਲੀ ਐਲੀਮੀਨੇਟ ਕਰ ਦਿੱਤਾ ਗਿਆ। ਹੁਣ ਇਹਨਾਂ ਹਾਲਾਤਾਂ ਦੇ ਚੱਲਦੇ ਆ, ਔਰ ਇਹ ਜਿਹੜੇ ਉਹਨਾਂ ਦੇ ਨਾਨ ਸਟੇਟ ਐਕਟਰ ਯੂਟਿਊਬਰ ਬਿਠਾਏ ਹੋਏ ਨੇ, ਉਹਨਾਂ ਨੇ ਅੱਗੋਂ ਲਿਸਟ ਦੇ ਦਿੱਤੀ ਕਿ ਅਗਲੇ ਹੁਣ 11 ਬੰਦੇ ਇਹ ਨੇ, ਔਰ ਨੈਕਸਟ ਵਾਰੀ ਅਮਰੀਕਾ ਦੀ ਹੈ, ਔਰ ਅਮਰੀਕਾ ਦੇ ਹਵਾਲੇ ਨਾਲ ਉਹਨਾਂ ਨੇ ਹੋਰਨਾਂ ਨੂੰ ਵੀ ਕੁਛ ਨੂੰ ਡਾਇਰੈਕਟ ਵੀ ਧਮਕੀਆਂ ਆਈਆਂ। ਔਰ ਜ਼ਾਹਰ ਹੈ ਕਿ ਅਮਰੀਕਾ ਦੀ ਜਿਹੜੀ ਚੁਕੰਨੀ ਜਿਹੜੀ ਇਹਨਾਂ ਦੀ ਏਜੰਸੀ ਹੈ, ਇੰਟੈਲੀਜੈਂਸ ਏਜੰਸੀ FBI, ਉਹਨਾਂ ਨੇ ਵੀ ਆਪਣੇ ਕੰਨ ਖੜੇ ਕੀਤੇ, ਉਹਨਾਂ ਨੇ ਵੀ ਆਪਣੇ ਤੌਰ ਦੇ ਉੱਤੇ ਵਾਰਨਿੰਗਸ ਔਰ ਦੂਸਰਾ ਦਿੱਤਾ। ਲੇਕਿਨ ਅਸੀਂ ਇਹ ਦੇਖ ਰਹੇ ਸੀ ਕਿ ਵੀ ਇਹ ਗੱਲਬਾਤ ਅਜੇ ਤੱਕ ਸਿੱਖ ਹਲਕਿਆਂ 'ਚ ਹੈ, ਬਹੁਤ ਸਾਰਿਆਂ ਨੇ ਸੇਫਟੀ ਮੇਜਰਸ ਵੀ ਲਏ ਜਾਂ ਕੋਈ ਹੋਰ ਵੀ ਪ੍ਰਬੰਧ ਕੀਤੇ, ਲੇਕਿਨ ਸਾਨੂੰ ਇਹ ਸੀ ਵੀ ਇਸ ਇਸ਼ੂ ਨੂੰ ਅਜੇ ਤੱਕ ਅਮਰੀਕਾ 'ਚ ਪੋਲੀਟੀਕਲ ਲੈਵਲ ਦੇ ਉੱਤੇ ਕਿ ਵੀ ਜਿਹੜੇ ਸਿੱਖ ਐਕਟਿਵਿਸਟ ਔਰ ਰਿਲੀਜੀਅਸ ਹੋਣ, ਸੋਸ਼ਲ ਹੋਣ, ਪੋਲੀਟੀਕਲ ਹੋਣ, ਅਮਰੀਕਾ 'ਚ ਕੰਮ ਕਰਦੇ ਨੇ, ਉਹਨਾਂ ਦੀ ਸੇਫਟੀ ਸਿਕਿਉਰਿਟੀ ਨੂੰ ਲੈ ਕੇ ਅਜੇ ਤੱਕ ਕਿਸੇ ਵੀ ਪੋਲੀਟੀਕਲ ਲੈਵਲ ਦੇ ਉੱਤੇ ਕੋਈ ਆਵਾਜ਼ ਨਹੀਂ ਆਈ। ਔਰ ਜਦੋਂ ਤੱਕ ਇਹ ਇੱਕ ਇਸ਼ੂ ਨਹੀਂ ਬਣਦਾ, ਕਿਉਂਕਿ ਦੇਖੋ ਇਨ ਦਾ ਐਂਡ ਆਫ ਦਾ ਡੇ ਹਾਲਾਂਕਿ ਏਜੰਸੀਆਂ ਅਮਰੀਕਾ ਦੀਆਂ ਐਫੀਸ਼ੀਐਂਟ ਨੇ, ਉਹ ਆਪਣਾ ਕੰਮ ਕਰਦੀਆਂ ਨੇ ਔਰ ਬਰੀਫ ਵੀ ਕਰ ਰਹੀਆਂ ਨੇ ਸਿੱਖ ਐਕਟਿਵਿਸਟ ਨੂੰ, ਜੋ ਉਹਨਾਂ ਦੀ ਐਕਟੀਵਿਟੀ ਹੈ ਉਹ ਅੱਖ ਵੀ ਰੱਖ ਰਹੀਆਂ ਨੇ। ਔਰ ਹੁਣ ਲੇਟਲੀ ਤੁਸੀਂ ਦੇਖਿਆ ਹੋਵੇਗਾ ਵੀ ਜਿਹੜੇ ਬਹੁਤ ਸਾਰੇ ਹੇਟ ਮੈਸੇਜ ਕਿ ਜੀ ਹੁਣ ਤੇਰੀ ਵਾਰੀ ਤੇ ਹੁਣ ਫਲਾਣਾ ਤੇ ਢਿਮਕਾ, ਉਹਨਾਂ ਦੀ ਗਿਣਤੀ ਘਟ ਗਈ ਹੈ ਸਡਨਲੀ, ਕਿਉਂਕਿ ਇਹ ਉਹਨਾਂ ਨੇ ਸਾਰੇ ਹੀ ਜਿਹੜੇ ਇਸ ਕਿਸਮ ਦੇ ਟਵਿੱਟਰ ਹੈਂਡਲ ਨੇ ਜਿਹੜਾ ਈਮੇਲ ਤੋਂ ਓਰੀਜੀਨੇਟ ਹੁੰਦਾ ਜਾਂ ਦੂਜਾ, ਉਸ ਦੇ ਉੱਤੇ ਉਹ ਬੜਾ ਕਲੋਜ਼ਲੀ ਇਸ ਧਮਕੀ ਨੂੰ ਜੋ ਕਿ ਉਹਨਾਂ ਦੇ ਨਾਨ ਸਟੇਟ ਐਕਟਰ ਯੂਟਿਊਬਰਸ ਰਾਹੀਂ ਦਿੱਤੀ ਗਈ, ਇੱਥੋਂ ਦੀਆਂ ਏਜੰਸੀਆਂ ਨੇ ਸੀਰੀਅਸਲੀ ਲਿਆ। ਪਰ ਅੱਜ ਇਸ ਦੇ ਵਿੱਚ ਇੱਕ ਹੋਰ ਜਿਹੜਾ ਵਾਧਾ ਹੋਇਆ ਮੈਂ ਸਮਝਦਾ ਵੀ ਪੋਲੀਟੀਕਲੀ ਜਦੋਂ ਕੋਈ ਆਵਾਜ਼ ਉੱਠਦੀ ਹੈ। ਔਰ ਮਿਸਟਰ ਟ੍ਰੈਂਟ ਫਰੈਂਕਸ ਜਦੋਂ ਅਜੇ ਕਾਂਗਰੈਸ਼ਨਲ ਸਿੱਖ ਕਾਕਸ ਨਹੀਂ ਸੀ ਬਣੀ, ਮੁੱਢਲੇ ਦਿਨਾਂ ਦੇ ਵਿੱਚ US SIRF, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम,
1997-98 ਦੇ ਦੌਰ 'ਚ ਹੋਂਦ 'ਚ ਆਇਆ ਸੀ। 3-4 ਕਾਂਗਰਸਮੈਨ ਜਿਨ੍ਹਾਂ ਦੇ ਨਾਲ ਸਾਨੂੰ ਕੰਮ ਕਰਨ ਦਾ ਜਾਂ ਮਿਲਣ ਦਾ ਵੀ ਮੌਕਾ ਮਿਲਿਆ, ਕਿਉਂਕਿ ਇੱਕ ਪੈਨਲ ਡਿਸਕਸ਼ਨ ਪੈਸ਼ਨ ਫॉर ਟਰੂਥ ਮੈਂ ਅਕਸਰ ਜਾਂਦਾ ਸੀ, ਤੇ ਉਹਦੇ 'ਚ ਇੱਕ ਜਿਹੜਾ ਬੈਪਟਿਸਟ ਚਰਚ ਨਾਲ ਸੰਬੰਧਿਤ ਸੀ, ਸਾਊਦਰਨ ਬੈਪਟਿਸਟ ਚਰਚ ਨਾਲ ਇੱਕ ਐਕਟਿਵਿਸਟ ਆਉਂਦਾ ਹੁੰਦਾ ਸੀ, ਔਰ ਉਹਨੂੰ ਜਦੋਂ ਅਸੀਂ ਪੰਜਾਬ ਬਾਰੇ ਜਾਂ ਸਿੱਖਾਂ ਨਾਲ ਹੋ ਰਹੀ ਜ਼ਿਆਦਤੀਆਂ ਦੀ ਗੱਲ ਦੱਸੀ ਜਾਂ ਦੂਜੀ, ਤਾਂ ਉਹਨੇ ਕਿਹਾ ਕਿ ਵੀ ਅਸੀਂ ਇੱਕ, ਉਹ ਕ੍ਰਿਸਚਨ ਸੀ, ਬੜਾ ਡਿਵਾਊਟ ਔਰ ਲੌਬੀ ਵੀ ਕਰਦਾ ਸੀ, ਤਾਂ ਉਹਨੇ ਕਿਹਾ ਜੀ ਅਸੀਂ ਜਿਹੜਾ ਇੱਕ ਕਲੋਜ਼ ਸਾਡਾ 3-4 ਕਾਂਗਰਸਮੈਨਾਂ ਦਾ ਗਰੁੱਪ ਹੈਗਾ ਜਿਹੜੇ ਸਾਡੀ ਹਮਾਇਤ ਕਰਦੇ ਨੇ, ਔਰ ਜਿੱਥੇ ਵੀ ਧਾਰਮਿਕ, ਉਹਨਾਂ ਨੇ ਕਿਹਾ ਜੀ ਉਹ ਉਹਨਾਂ ਦਾ ਮਾਈਂਡਸੈਟ ਧਾਰਮਿਕ ਹੈ, ਔਰ ਰਿਲੀਜੀਅਸ ਫਰੀडम ਨੂੰ ਜਿੱਥੇ ਵੀ ਕਿਤੇ ਹਾਰਮ ਹੁੰਦਾ ਉਹਦੀ ਗੱਲ ਕਰਦੇ ਨੇ, ਈਸਾਈਅਤ ਪ੍ਰਤੀ ਉਹ ਸਮਰਪਿਤ ਨੇ, ਪਰ ਜੇ ਤੁਸੀਂ ਵੀ ਉਹਨਾਂ ਨੂੰ ਮਿਲੋ ਤੇ ਉਹ ਤੁਹਾਡੀ ਗੱਲ ਨੂੰ ਵੀ ਭਾਰਤ ਦੇ ਹਵਾਲੇ ਨਾਲ ਜੋ ਚੱਲ ਰਿਹਾ ਉੱਥੇ ਈਸਾਈਆਂ ਨਾਲ ਤਾਂ ਚੱਲ ਹੀ ਰਿਹਾ। ਉਦੋਂ ਕੋ ਸਾਰਾ ਉੜੀਸਾ ਦਾ ਜੋ ਕੰਧਮਾਲ ਔਰ ਦੂਜੇ 'ਚ ਹੋਇਆ ਸੀ, ਔਰ ਉਸ ਤੋਂ ਪਹਿਲਾਂ ਇਹਨਾਂ ਦੇ ਉੜੀਸਾ 'ਚ ਹੀ ਬਜਰੰਗ ਦਲ ਦਿਆਂ ਨੇ ਜਿਵੇਂ ਆਸਟ੍ਰੇਲੀਅਨ ਡਾਕਟਰ ਗ੍ਰੈਮ ਸਟੇਨ ਔਰ ਉਹਦੇ 2 ਮੁੰਡਿਆਂ ਨੂੰ ਜਿਉਂਦੇ ਸਾੜਿਆ ਸੀ, ਇਹ ਸਾਰਾ ਉਹ ਦੌਰ ਸੀ। ਸੋ ਚਲੋ ਅਸੀਂ ਮਿਲੇ ਵੀ, ਔਰ ਬਾਅਦ ਦੇ ਵਿੱਚ ਜਿਹੜੀਆਂ ਵੀ ਉਹਨਾਂ ਦੀਆਂ ਸਟੇਟਮੈਂਟਸ, ਇੱਕ ਅੱਧੀ ਹੀਅਰਿੰਗ ਕੈਪੀਟਲ ਹਿੱਲ ਦੇ ਉੱਤੇ ਉਹਨਾਂ ਨੇ ਕਰਵਾਈ ਵੀ, ਜਿਹਦੇ 'ਚ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ। ਸੋ ਮੈਂ ਜਦੋਂ ਅੱਜ, ਕਿਉਂਕਿ ਫਿਰ ਇਹ ਕਾਂਗਰਸਮੈਨ ਨਹੀਂ ਸੀ ਟ੍ਰੈਂਟ ਫਰੈਂਕਸ ਆਪਣੀ, ਕਿਉਂਕਿ ਇੱਥੇ ਵੀ ਆਪੋ ਆਪਣੀ ਦੁਨੀਆ ਸ਼ੁਰੂ ਹੋ ਜਾਂਦੀ ਹੈ, ਪਰ ਅੱਜ ਜਦੋਂ ਮੈਂ ਟ੍ਰੈਂਟ ਫਰੈਂਕਸ ਦਾ ਨਾਂ ਔਰ ਖਾਸ ਤੌਰ ਤੇ ਸਤਲੁਜ ਟੀਵੀ ਰਾਹੀਂ, ਇਸ ਤੋਂ ਪਹਿਲਾਂ ਆਇਆ, ਫਿਰ ਮੈਂ ਦੇਖਿਆ ਵੀ ਸਾਡੇ ਵੈਬਸਾਈਟ ਨੇ ਵੀ ਉਹਨਾਂ ਦੀ 2-2.5 ਮਿੰਟ ਦੀ ਸਟੇਟਮੈਂਟ ਜਿਹੜੀ ਹੈ ਉਸ ਨੂੰ ਅਪਲੋਡ ਕੀਤਾ। ਹੁਣ ਟ੍ਰੈਂਟ ਫਰੈਂਕਸ ਜਦੋਂ US ਕਾਂਗਰਸਮੈਨ ਸੀ, ਭਾਰਤ ਵਿੱਚ ਦੀ ਸਥਿਤੀ ਨੂੰ ਚੰਗੀ ਤਰ੍ਹਾਂ ਸਮਝਦੇ ਸੀ, ਜਿਵੇਂ ਮੈਂ ਸਿੱਖਾਂ ਦੇ ਹਵਾਲੇ ਨਾਲ ਗੱਲ ਕੀਤੀ, ਅਕਸਰ ਅਸੀਂ ਉਹਨਾਂ ਨੂੰ ਰਿਪਰੈਜ਼ੈਂਟੇਸ਼ਨਸ ਦਿੰਦੇ ਵੀ ਰਹੇ, ਔਰ ਉਹ ਕਾਂਗਰਸ 'ਚ ਹੁੰਦੇ ਆ ਉਹ ਚੇਅਰਮੈਨ ਸੀ ਰਿਲੀਜੀਅਸ ਫਰੀडम ਕਾਕਸ ਆਫ ਯੂਨਾਈਟਿਡ ਸਟੇਟਸ ਕਾਂਗਰਸ, ਇਸ ਦੇ ਚੇਅਰਮੈਨ ਵੀ ਸੀ, ਔਰ ਉਹਨਾਂ ਰਿਪੋਰਟਾਂ 'ਚ ਈਸਾਈਆਂ ਨਾਲ ਆਲਾ ਪ੍ਰਮੁਖਤਾ ਦੇ ਉੱਤੇ ਉਹਨਾਂ ਦਾ ਫੋਕਸ ਈਸਾਈਅਤ ਹੀ ਹੁੰਦਾ ਹੈ, ਔਰ ਇਹ ਸਾਰੇ ਗਰੁੱਪ ਇਹਦੇ ਲਈ ਬਣੇ ਨੇ। ਪਰ ਕਿਉਂਕਿ ਵਿਦਨ ਇੰਡੀਆ ਜੋ ਈਸਾਈਆਂ, ਮੁਸਲਮਾਨ, ਸਿੱਖ ਵੀ ਜਿਹੜੇ ਨੇ, ਇਹਨਾਂ ਦੀ ਉਸ ਲਿਸਟ ਦੇ ਵਿੱਚ ਉਦੋਂ ਤੋਂ ਆਣੇ ਸ਼ੁਰੂ ਹੋਏ, ਔਰ ਹੁਣ ਉਹਨਾਂ ਨੇ ਇਹ ਜੋ ਕੁਝ ਚੱਲ ਰਿਹਾ, ਮੈਂ ਸਮਝਦਾ ਵੀ ਇਹ ਪਹਿਲੀ ਸਟਰੋਂਗ ਪੋਲੀਟੀਕਲ ਸਟੇਟਮੈਂਟ ਹੈ। ਇਹ ਆਉਣ ਵਾਲੇ ਦਿਨਾਂ ਜਿਹੜੇ ਸਿਟਿੰਗ ਕਾਂਗਰਸਮੈਨ ਨੇ, ਜਿਹੜੇ ਸਿੱਖਾਂ ਦੇ ਨਾਲ ਕਲੋਜ਼ਲੀ ਕੰਮ ਕਰਦੇ ਨੇ, ਉਹਨਾਂ ਰਾਹੀਂ ਵੀ ਇਸ ਕਿਸਮ ਦੀ ਗੱਲ ਨੂੰ ਅੱਗੇ ਤੋਰਿਆ ਜਾਣਾ ਚਾਹੀਦਾ। ਪਰ ਇਸ ਤੋਂ ਪਹਿਲਾਂ ਕਿ ਮੈਂ ਕਮੈਂਟ ਕਰਾਂ ਕਿ ਭਾਈ ਮਿਸਟਰ ਟ੍ਰੈਂਟ ਫਰੈਂਕਸ ਨੇ, ਨਾ ਵੀ ਫਰੈਂਕਸ ਹੈ, ਕਿਵੇਂ ਫਰੈਂਕਲੀ ਗੱਲ ਕੀਤੀ, ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਉਹਨਾਂ ਦੀ 2-2.5 ਮਿੰਟ ਦੀ ਇੱਕ ਅੱਧਾ ਰਿਪੀਟ ਵੀ ਹੈ ਵਿੱਚ, ਉਸ ਸਟੇਟਮੈਂਟ ਨੂੰ ਜ਼ਰਾ ਚਲਾ ਦੇਣ, ਫਿਰ ਅਸੀਂ ਪੰਜਾਬੀ ਦੇ ਵਿੱਚ ਵੀ ਗੱਲ ਕਰਦੇ। People like me would be very alert to any assassination or unexplained killings of Sikhs or other religious minorities in America or anywhere. And I can only assure you in the strongest possible terms, if those things would ever occur here in this country, we will leave no stone unturned to seek out and expose and bring to justice any individual or group or government that would stoop to assassinating religious and political dissidents living in the United States for their own political ends. And I can't say this in strong enough terms. I mean, I would hope that the Indian government would never be unwise enough to surreptitiously or be behind any killings of religious dissidents in other countries. But if that should ever happen in America, we will run it to ground, and we will make sure that we expose those that are the perpetrators. And this is crossing a line that can't be crossed. I hope they would not be that unwise in their own thinking, because it is a profound concern to us, and it would awaken America in a very big way. It certainly would awaken freedom in America.
And people like me would be very alert to any assassination or unexplained killings of Sikhs or other religious minorities in America or anywhere. And I can only assure you, in the strongest possible terms, if those things would ever occur here in this country, we will leave no stone unturned to seek out and expose and bring to justice any individual or group or government that would stoop to assassinating religious and political dissidents living in the United States for their own political ends. And I can't say this in strong enough terms. I mean, I would hope that the Indian government would never be unwise enough to surreptitiously or be behind any killings of religious dissidents in other countries. But if that should ever happen in America, we will run it to ground, and we will make sure that we expose those that are the perpetrators. And this is crossing a line that can't be crossed. I hope they would not be that unwise in their own thinking, because it is a profound concern to us, and it would awaken America in a very big way. It certainly would awaken freedom in America. ਸੋ ਵੀਅਰਸ ਵੈਲਕਮ ਬੈਕ। ਸੋ ਇਹ ਸਨ ਟ੍ਰੈਂਟ ਫਰੈਂਕਸ, ਜਿਨ੍ਹਾਂ ਨੇ ਜਿਹੜਾ ਸਿੱਖਾਂ ਦੇ ਹਵਾਲੇ ਨਾਲ ਔਰ ਉਹਨਾਂ ਦੇ ਹੱਕ ਲਈ ਜਿਹੜੇ ਕਿ ਜਿੱਦਾਂ ਕਿ ਉਹ ਕਹਿੰਦੇ ਨੇ ਕਿ ਜਿਹੜੀ ਅਮਰੀਕਾ ਦੀ ਧਰਤੀ ਦੇ ਉੱਤੇ ਜੇ ਸਿੱਖਾਂ ਦੇ ਨਾਲ ਕੋਈ ਵੀ ਹਿੰਸਾ ਹੋਏਗੀ ਤਾਂ ਅਮਰੀਕਾ ਹੈ ਉਹ ਭਾਰਤ ਨੂੰ ਖਿੱਚੇਗਾ, ਉਸ ਨੂੰ ਲੈਣੇ ਦੇ ਦੇਣੇ ਪੈ ਜਾਣਗੇ। ਸੋ ਇਸ ਬਾਰੇ ਆਪਾਂ ਗੱਲਬਾਤ ਨੂੰ ਜਾਰੀ ਕਰਦੇ ਹਾਂ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਮੇਰਾ ਖਿਆਲ ਹੈ ਤੁਸੀਂ ਦੋ ਫਿਕਰਿਆਂ ਦੇ ਵਿੱਚ ਗੱਲ ਨਿਬੇੜ ਦਿੱਤੀ ਹੈ। ਹਾਂਜੀ। ਔਰ ਮੈਂ ਸਮਝਦਾ ਵੀ ਟ੍ਰੈਂਟ ਫਰੈਂਕਸ, ਕਿਉਂਕਿ ਜਿਵੇਂ ਰਿਪਬਲਿਕਨਸ ਦੇ ਵਿੱਚ ਵੀ ਇੱਕ ਕਲਾਸ ਹੁੰਦੀ ਹੈ ਜਿਹੜੀ ਜਿਨ੍ਹਾਂ ਨੂੰ ਭਾਵੇਂ ਇੱਥੇ ਨੱਟੀ ਮੰਨਿਆ ਜਾਂਦਾ ਹੈ, ਪਰ ਜਿਹੜੀ ਖੁੱਲ੍ਹ ਕੇ ਗੱਲ ਕਰਨ ਵਾਲੇ ਹੁੰਦੇ ਨੇ ਉਹ ਨੱਟੀ ਕਿਸਮ ਦੇ ਲੋਕ ਹੀ ਹੁੰਦੇ ਨੇ। ਬਹੁਤੇ ਜਿਹੜੇ ਆਪਣੇ ਆਪ ਨੂੰ ਐਕੈਡੈਮਿਕ ਜਾਂ ਬੈਲੈਂਸ ਰੱਖਣਾ ਚਾਹੁੰਦੇ ਹੁੰਦੇ ਨੇ, ਉਹਨਾਂ ਦਾ ਅੰਦਾਜ਼ ਤਾਂ ਇਹੀ ਹੁੰਦਾ ਹੈ ਕਿ ਜੀ ਗੁਰਬਚਨ ਸਿੰਘ ਜੀ ਗੱਲ ਤੁਹਾਡੀ ਬਿਲਕੁਲ ਠੀਕ ਹੈ, ਪਰ ਗੱਲ ਗੁਰਬਖਸ਼ ਸਿੰਘ ਹੋਰਾਂ ਦੇ ਵੀ ਗਲਤ ਨਹੀਂ ਹੈ। ਉਹ ਫਿਰ ਕਹਿਣਗੇ ਜੀ ਦੇਖੋ ਜੀ ਤਾੜੀ ਜਿਹੜੀ ਹੈ ਨਾ ਇਹ ਦੋ ਹੱਥਾਂ ਨਾਲ ਵੱਜਦੀ ਹੈ ਨਾ। ਉਹ ਅਗਲਾ ਕਹਿੰਦਾ ਨਹੀਂ ਜੀ ਤਾੜੀ ਤਾਂ ਠੀਕ ਹੈ ਦੋ ਹੱਥਾਂ ਨਾਲ ਵੱਜਦੀ, ਚਪੇੜ ਇੱਕ ਹੱਥ ਨਾਲ ਵੱਜਦੀ। ਸੋ ਇੱਕ ਕਲਾਸ ਉਹ ਹੈ। ਸੋ ਇਹ ਨੇ ਟ੍ਰੈਂਟ ਫਰੈਂਕਸ ਜਿਹੜੇ ਕਲੀਅਰਲੀ ਬਿਲਕੁਲ ਉਹਨਾਂ ਨੇ ਜਿਸ ਕਿਸਮ ਦਾ ਅੰਦਾਜ਼ ਗੱਲ ਕੀਤੀ ਹੈ, ਕਿਉਂਕਿ ਇਹ ਉਸ ਸਾਰੇ ਭਾਰਤ ਦੇ ਉਸ ਐਟੀਚਿਊਡ ਤੋਂ RSS ਦੀ ਆਈਡੀਓਲੋਜੀ ਤੋਂ ਚੰਗੀ ਤਰ੍ਹਾਂ ਵਾਕਫ ਨੇ ਕਿ ਉਹਨਾਂ ਨੇ ਕਿਵੇਂ ਕਿਸ ਲੈਵਲ ਦਾ ਜਿਹੜੀ ਆ ਬਾਰਬੈਰਿਟੀ ਆ ਇਹਨਾਂ ਦੇ ਵਿੱਚ, ਕਿ ਉਹ ਯੰਗ 9-11 ਸਾਲ ਦੇ ਉਹਦੇ ਡਾਕਟਰ ਸਟੈਨ ਗ੍ਰੈਮ ਆਸਟ੍ਰੇਲੀਅਨ ਡਾਕਟਰ ਜਿਹੜਾ 25-30 ਸਾਲ ਤੋਂ ਲੈਪਰੋਸੀ ਦੇ ਪੇਸ਼ੈਂਟਸ ਕੰਮ ਕਰ ਰਿਹਾ ਸੀ, ਕਿਵੇਂ ਉਹਨਾਂ ਨੂੰ ਪਿਓ ਔਰ ਦੋਨਾਂ ਪੁੱਤਰਾਂ ਨੂੰ ਜਿਉਂਦੇ ਸਾੜ ਦਿੱਤਾ ਸੀ। ਉਹ ਇਹ ਜਿਸ ਅੰਦਾਜ਼ ਦੇ ਵਿੱਚ ਮਿਸਟਰ ਟ੍ਰੈਂਟ ਫਰੈਂਕਸ ਬੋਲ ਰਹੇ ਨੇ, ਇਹ ਕੋਈ ਓਵਰਨਾਈਟ ਡਿਵੈਲਪ ਨਹੀਂ ਹੋਇਆ। ਸਿੱਧੀ ਵਾਰਨਿੰਗ ਤੋਂ ਹੀ ਉਹਨਾਂ ਨੇ ਸ਼ੁਰੂ ਕੀਤਾ। ਉਹਨਾਂ ਨੇ ਕਿਹਾ ਕਿ ਵੀ ਅਸੀਂ ਵਾਰਨ ਕਰਦੇ ਹਾਂ ਇੰਡੀਅਨ ਗਵਰਨਮੈਂਟ ਨੂੰ ਕਿ ਵੀ ਇਹ ਮਤ ਅਮਰੀਕਾ ਦੀ ਧਰਤੀ ਤੇ ਕਿਸੇ ਸਿੱਖ ਨੂੰ ਜਾਂ ਕੋਈ ਵੀ ਜਿਹੜਾ ਆਪਣੀ ਧਾਰਮਿਕ ਔਰ ਦੂਸਰੀ ਗੱਲ ਕਰਦਾ ਉਸ ਦੇ ਉੱਤੇ ਹਮਲਾ ਇਹ ਬਿਲਕੁਲ ਨਹੀਂ ਸਹਾਰਿਆ ਜਾਏਗਾ। ਔਰ ਉਹਨਾਂ ਟਰਮ ਯੂਜ਼ ਵੀ ਵਿਲ ਰਨ ਇਟ ਇਨਟੂ ਗਰਾਊਂਡ। ਰਨ ਇਟ ਕਿ ਫੜ ਕੇ ਅਸੀਂ ਤੁਹਾਡਾ ਨੱਕ ਰਗੜ ਕੇ ਜਿਹੜਾ ਨੱਕ ਨਾਲੋਂ ਲਾ ਦੇਵਾਂਗੇ ਤੁਹਾਡਾ ਜੇ ਕੋਈ ਇਸ ਕਿਸਮ ਦੀ ਹਰਕਤ ਕੀਤੀ। ਫਿਰ ਉਹਨਾਂ ਨੇ ਉਹਨੂੰ ਡੋਂਟ ਬੀ ਅਨਵਾਈਜ਼ ਕਿ ਵੀ ਇਸ ਕਿਸਮ ਦਾ ਨਾ ਕਰੋ। ਸੋ ਅਸੀਂ ਸਮਝਦੇ ਹਾਂ ਵੀ ਕਈ ਵਾਰ ਕੁਛ ਐਸੇ ਮਰਹਲੇ ਹੁੰਦੇ ਨੇ ਕੌਮਾਂ ਦੀ ਤਾਰੀਖ ਦੇ ਵਿੱਚ ਜਿੱਥੇ ਜਦੋਂ ਕੋਈ ਤੁਹਾਡੇ ਨਾਲ ਆ ਕੇ ਖਲੋਂਦਾ ਹੈ ਉਹ ਹਮੇਸ਼ਾ ਯਾਦ ਰੱਖਿਆ ਜਾਂਦਾ ਹੈ। ਸੋ ਮਿਸਟਰ ਟ੍ਰੈਂਟ ਫਰੈਂਕਸ ਉਹਨਾਂ ਦੀ ਪੋਲੀਟੀਕਲ ਆਈਡੀਓਲੋਜੀ ਦੇ ਸਾਰੇ ਐਸਪੈਕਟਸ ਨਾਲ ਭਾਵੇਂ ਅਸੀਂ ਨਾ ਸਹਿਮਤ ਹੁੰਦੇ ਹੋਈਏ, ਪਰ ਅਮਰੀਕਨ ਸਿੱਖਾਂ ਦੀ ਤਹਿਰੀਕ ਦੇ ਵਿੱਚ ਇਸ ਗੱਲ ਲਈ ਉਹਨਾਂ ਨੂੰ ਯਾਦ ਰੱਖਿਆ ਜਾਏਗਾ ਕਿ ਉਹ ਪਹਿਲੀ ਪੋਲੀਟੀਕਲ ਆਵਾਜ਼ ਬਣੇ ਨੇ ਜਿਨ੍ਹਾਂ ਨੇ ਸਿੱਧੇ ਜਿਹੜਾ ਇੰਡੀਅਨ ਸਰਕਾਰ ਨੂੰ ਵੰਗਾਰਿਆ ਕਿ ਖਬਰਦਾਰ ਅਮਰੀਕਾ ਦੀ ਧਰਤੀ ਤੇ ਕੋਈ ਇਸ ਕਿਸਮ ਦੀ ਹਰਕਤ ਜੋ ਤੁਸੀਂ ਕੈਨੇਡਾ, UK ਜਾਂ ਪਾਕਿਸਤਾਨ 'ਚ ਕੀਤੀ ਹੈ, ਜੇ ਤੁਸੀਂ ਕਰਨ ਦੀ ਜੁਰਤ ਕੀਤੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਥਨ ਐਂਡ ਬ੍ਰੇਕ ਵਿਊਅਰਸ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਯੂਕਰੇਨ ਤੇ ਰੂਸ ਦੇ ਹਵਾਲੇ ਨਾਲ ਕਿ
ਰੂਸ ਨੇ ਯੂਕਰੇਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਉਸ ਨੇ ਕਲਸਟਰ ਬੰਬਾਂ ਦਾ ਇਸਤੇਮਾਲ ਕੀਤਾ ਤਾਂ ਉਸ ਨੂੰ ਉਸ ਦੇ ਸਖਤ ਜਿਹੜੇ ਨਤੀਜੇ ਨੇ ਉਹ ਭੁਗਤਣੇ ਪੈਣਗੇ। ਨਾਲ ਹੀ ਪੁਤਿਨ ਨੇ ਯੂਕਰੇਨ ਦੇ ਅਨਾਜ ਨੂੰ ਬਾਹਰ ਭੇਜਣ ਲਈ ਉਸ ਨਾਲ ਕੀਤੇ ਜਿਹੜੇ ਸਮਝੌਤੇ ਨੂੰ ਰੱਦ ਕਰ ਦਿੱਤਾ ਹੈ। ਸੋ ਇਸ ਨਾਲ ਗਲੋਬਲ ਫੂਡ ਕ੍ਰਾਈਸਿਸ ਦੀਆਂ ਸੰਭਾਵਨਾਵਾਂ ਜਿਹੜੀਆਂ ਨੇ ਉਹ ਵੱਧ ਗਈਆਂ ਹਨ। ਸੋ ਇਸ ਦੀ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਜਿਹੜੇ ਤੁਹਾਡੇ YouTube ਦੇ ਮੈਸੇਜ ਨੇ ਉਹ ਆਪਾਂ ਲੈਣ ਜਾ ਰਹੇ ਹਾਂ। ਔਰ ਜੂਨ 84 ਜ਼ਖਮ ਵਾਲੇ ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ, ਔਰ ਕਹਿੰਦੇ ਨੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਔਰ ਖਾਲਸਾ ਰਾਜ ਜੀ ਕਹਿੰਦੇ ਨੇ ਕਿ ਵਾਹਿਗੁਰੂ ਮਿਹਰ ਕਰਨਾ ਦੇਸ਼ ਪੰਜਾਬ ਤੇ, ਵਾਹਿਗੁਰੂ ਜੀ ਆਜ਼ਾਦੀ ਦੇ ਬਿਨਾਂ ਸਿੱਖ ਕੌਮ ਦਾ ਤੇ ਦੇਸ਼ ਪੰਜਾਬ ਦਾ ਕੋਈ ਵੀ ਹੱਲ ਨਹੀਂ ਹੋਣਾ, ਵਾਹਿਗੁਰੂ ਜੀ। ਸੋ ਖਾਲਸਾ ਦੇਸ਼ ਪੰਜਾਬ ਜੀ ਕਹਿੰਦੇ ਨੇ ਵਾਹਿਗੁਰੂ ਕਿਰਪਾ ਕਰਨ ਦੇਸ਼ ਪੰਜਾਬ ਤੇ, ਵਾਹਿਗੁਰੂ ਜੀ। ਔਰ ਜਤਿੰਦਰ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ, ਡਾਕਟਰ ਸਾਹਿਬ ਨੂੰ ਔਰ ਮੈਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਇਸੇ ਤਰ੍ਹਾਂ ਮਨਜੀਤ ਕੌਰ ਰਾਏ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਜ਼ੁਬੇਰ ਜਾਕੂਬ ਵੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਕਿੱਦਾਂ, ਤੁਹਾਨੂੰ ਕਿਹਾ ਉਹਨਾਂ ਨੇ ਸਭ खैर है, आप मेरे हम उम्र हैं, सो इसलिए आपसे मैं फ्री होके बात करता हूं। बिल्कुल बिल्कुल, ਤੁਹਾਨੂੰ ਮੁਕੰਮਲ ਆਜ਼ਾਦੀ ਹੈ ਯਾਕੂਬ ਸਾਹਿਬ। ਉਹਨਾਂ ਨੇ ਕਾਫੀ ਸਾਰੇ ਮੈਸੇਜ ਨੇ। ਔਰ ਚਮਕੌਰ ਧਾਲੀਵਾਲ ਕਹਿੰਦੇ ਨੇ ਕਿ ਸਿੱਖਾਂ ਲਈ ਇੰਨਾ ਗਿਆਨ ਵਾਲਾ ਆਪਣੇ ਘਰ ਲਈ ਹੋਰ ਕੋਈ ਪ੍ਰੋਗਰਾਮ ਨਹੀਂ ਜੀ। थैंक यू सो मच। ਜ਼ੁਬੇਰ ਜੀ ਹੋਰਾਂ ਦਾ ਮੈਸੇਜ ਹੈ, ਕਹਿੰਦੇ ਨੇ ਕਿ ਜੀ ਡਾਕਟਰ ਸਾਹਿਬ क्या आप सीमा हैदर पर बात करना मुनासिब समझते हैं? सीमा हैदर का सच क्या है? मुझे तो सारा इंडिया का ड्रामा लगता है। बिल्कुल आपका बिल्कुल क्या ख्याल? ਤੁਸੀਂ ਠੀਕ ਫਰਮਾ ਰਹੇ ਹੋ, ਔਰ ਮੈਂ ਸਮਝਦਾ ਵੀ ਇਹਦੇ ਤੇ ਟਾਈਮ ਵੇਸਟ ਕਰਨਾ ਅਸੀਂ ਮਾਕੂਲ ਨਹੀਂ ਸਮਝਿਆ, ਠੀਕ ਨਹੀਂ ਸਮਝਿਆ। ਅੱਛਾ, ਇਹ ਇਹਨਾਂ ਦਾ ਹੀ ਡਰਾਮਾ ਹੈ। ਔਰ ਅਨਫੋਰਚੂਨੇਟਲੀ ਪਾਕਿਸਤਾਨ ਦੇ ਵਿੱਚ ਵੀ ਉਸ ਕਿਸਮ ਦੇ ਵਲਨਰੇਬਲ ਮੀਡੀਆ ਵਾਲੇ ਲੋਕ ਨੇ ਜਿਹੜੇ ਟੀਆਰਪੀ ਲੈਣ ਲਈ ਇਸ ਨੂੰ ਜਿਹੜਾ ਉਤਸ਼ਾਹਿਤ ਵੀ ਕਰ ਰਹੇ ਨੇ ਔਰ ਫਿਰਕੂ ਨਫ਼ਰਤ ਵੀ ਨਾਲ ਉਹਨਾਂ ਨੇ ਇੱਕ ਹੋਰ ਕਹਿੰਦੇ ਕਿ दूसरी बात ये है कि वाकई आज़ाद कश्मीर पर कब्जा में भी करे जो पांगा ਹਾਂਜੀ ਕਰੇਗਾ, ਉਹਨਾਂ ਨੇ ਪੁੱਛਿਆ। ਹਾਂਜੀ ਨਹੀਂ, ਦੇਖੋ ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਉਹਨਾਂ ਦੀ ਫੁੱਲ ਆਰਮੀ ਡਰਿਲ ਜਿਹੜੀ ਹੈ ਵਿਦ ਟੈਂਕਸ ਐਂਡ ਇਕਵਿਪਮੈਂਟ ਲੇਟੈਸਟ ਜੋ ਇਹਨਾਂ ਨੇ ਲਈ ਹੈ ਅਮਰੀਕਾ ਤੋਂ ਵੀ ਫਰਾਂਸ ਤੋਂ ਵੀ, ਉਹ ਇੰਡਸ ਦਰਿਆ ਕ੍ਰਾਸ ਕਰਨ ਦੇ। ਹੁਣ ਜਦੋਂ ਅਸੀਂ ਇੰਡਸ ਦਰਿਆ ਦੀ ਗੱਲ ਕਰਦੇ ਹਾਂ ਸੋ ਜ਼ਾਹਰ ਹੈ ਵੀ ਇੱਕ ਆਜ਼ਾਦ ਕਸ਼ਮੀਰ ਤਾਂ ਇਧਰਲੇ ਕਸ਼ਮੀਰ ਦੇ ਨਾਲ ਲੱਗਦਾ ਦੂਜਾ ਪਾਰਟ ਹੈ, ਪਰ ਗਿਲਗਿਤ ਬਾਲਿਸਤਾਨ ਜਿਹੜਾ ਉਹ ਜਿਸ ਨੂੰ ਹੁਣ ਅਲੱਗ ਕਰਤਾ ਗਿਆ ਉਹ ਵੀ ਆਜ਼ਾਦ ਕਸ਼ਮੀਰ ਦਾ ਹਿੱਸਾ ਸੀ। ਹੁਣ ਪਾਕਿਸਤਾਨ ਦਾ ਅੱਡ ਉਹ ਪ੍ਰੋਵਿੰਸ ਵਾਂਗ ਹੈ। ਸੋ ਉਹੀ ਸੈਂਟਰਲ ਹੈ ਵਨ ਬੈਲਟ ਵਨ ਰੋਡ ਦੇ ਥੱਲੇ। ਸੋ ਇੰਡੀਆ ਜਿਹੜਾ ਇਸ ਵੇਲੇ ਬਹੁਤ ਸਾਰੇ ਅਮਰੀਕਨ ਏਜੰਡਿਆਂ ਨੂੰ ਹੀ ਅੱਗੇ ਤੋਰਨ ਦੀ ਕੋਸ਼ਿਸ਼ ਕਰ ਰਿਹਾ। ਸੋ ਇਹ ਸਾਰੇ ਦੇ ਮੱਦੇ ਨਜ਼ਰ ਕੋਈ ਵੀ ਦਿਲਵਦੀ ਕਰ ਸਕਦੇ ਨੇ, ਉਹਨੂੰ ਰੂਲ ਆਊਟ ਨਹੀਂ ਕੀਤਾ ਜਾ। ਸਿੰਘ ਜੀ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ। ਫਿਰ ਉਹਨਾਂ ਦਾ ਮੈਸੇਜ ਹੈ ਜ਼ੁਬੇਰ ਹੋਰਾਂ ਦਾ, ਕਹਿੰਦੇ ਕਿ मेरा दोस्त कहता है कि अगर इंडिया का बंटवारा नहीं होता, जानी पाकिस्तान ना बंटता, तो इंडिया की इतनी हिम्मत नहीं होती कि मुस्लिम और सिख पर जुल्म कर सकता। आप क्या कहते हैं? ਦੇਖੋ ਇੱਕ ਇਸ ਦੇ ਉੱਤੇ ਥਾਟ ਹੈ ਔਰ ਖਾਸ ਤੌਰ ਤੇ ਡਾਕਟਰ ਗੁਰਦਰਸ਼ਨ ਸਿੰਘ ਚੰਡੀਗੜ੍ਹ ਤੋਂ, ਉਹ ਅਕਸਰ ਉਹਨਾਂ ਨੇ ਲਾਹੌਰ 'ਚ ਵੀ ਇੱਕ ਪ੍ਰੈਜੈਂਟੇਸ਼ਨ ਦਿੱਤੀ ਦਿਆਲ ਸਿੰਘ ਰਿਸਰਚ ਇੰਸਟੀਚਿਊਟ 'ਚ। ਉਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਵੀ ਜੇ ਇਹ ਨਾ ਹੁੰਦਾ ਤੇ ਸਾਡੀ ਗਿਣਤੀ ਬਹੁਤ ਜ਼ਿਆਦਾ ਹੋਣੀ ਸੀ ਮੁਸਲਮਾਨਾਂ ਦੀ ਵੀ ਔਰ ਅਦਰਵਾਈਜ਼ ਵੀ, ਤੇ ਅਸੀਂ ਇਹਨਾਂ ਨੂੰ ਜਿਹੜਾ ਹੈ ਸਿਰ ਨਹੀਂ ਸੀ ਚੁੱਕਣ ਦੇਣਾ ਕੋਈ ਵੀ ਜ਼ੁਲਮ ਕਰਨ ਲਈ। ਪਰ ਮੈਂ ਸਮਝਦਾ ਵੀ ਸ਼ਾਇਦ ਇਹ ਗੱਲ ਬਿਲਕੁਲ ਠੀਕ ਨਾ ਹੋਏ ਜਦੋਂ ਤੁਸੀਂ ਵੋਟਾਂ ਦੇ ਸਿਸਟਮ ਨੂੰ ਐਕਸੈਪਟ ਕਰ ਲੈਂਦੇ ਹੋ ਕਿ ਭਾਈ ਜਿਹੜੇ 51 ਗਧੇ ਨੇ ਉਹ 49 ਸ਼ੇਰਾਂ ਨਾਲੋਂ ਜ਼ਿਆਦਾ ਤਾਕਤਵਰ ਨੇ, ਤੇ ਫਿਰ ਫੈਸਲਾ ਭਾਵੇਂ ਇਹ ਦੋਨੋਂ ਸਾਰੇ ਪਾਕਿਸਤਾਨ ਬੰਗਲਾਦੇਸ਼ ਔਰ ਦੂਜਾ ਇਕੱਠਾ ਵੀ ਹੁੰਦਾ। ਉਸ ਵੇਲੇ ਮੁਸਲਮਾਨਾਂ ਦੀ ਆਬਾਦੀ 9 ਕਰੋੜ ਸੀ ਉਸ ਸਾਰੇ ਦੇ ਵਿੱਚ। ਸੋ ਹਿੰਦੂ 33 ਕਰੋੜ ਬੈਠਾ ਹੋਇਆ ਸੀ। ਸੋ ਸਿੱਖ ਕਿੰਨੇ ਸੀ? ਸਿੱਖ 7-8 ਮਿਲੀਅਨ ਸੀ। ਸੋ ਮੈਨੂੰ ਲੱਗਦਾ ਕਿ ਵੀ ਇਹ ਠੀਕ ਫੈਸਲਾ ਸੀ ਪਾਕਿਸਤਾਨ ਦਾ। ਸਿਰਫ ਹਾਂ ਜੇ ਗਲਤੀ ਕੀਤੀ ਤਾਂ ਸਿੱਖ ਲੀਡਰਸ਼ਿਪ ਨੇ ਕੀਤੀ ਕਿ ਉਹ ਆਪਣਾ ਮੁਲਕ ਖਾਲਿਸਤਾਨ ਲੈਣ ਦੇ ਵਿੱਚ ਉਹਨਾਂ ਨੇ ਢਿੱਲ ਦਿਖਾਈ ਔਰ ਹਿੰਦੂ ਲੀਡਰਾਂ ਦੇ ਉੱਤੇ, ਗਾਂਧੀ, ਨਹਿਰੂ ਔਰ ਇਹਨਾਂ ਦੇ ਉੱਤੇ, ਪਟੇਲ ਦੇ ਉੱਤੇ ਯਕੀਨ ਕੀਤਾ ਜੀ। ਫਿਰ ਉਹਨਾਂ ਕਹਿੰਦੇ ਨੇ ਕਿ ਜਿਹੜਾ ਇੰਡੀਆ ਹੈ ਉਹ ਜਿਹੜਾ ਉਹਨਾਂ ਚਾਂਦ ਜਿਹੜਾ ਵਾਲਾ ਮਿਸ਼ਨ ਹੈਗਾ ਉਹ ਸਕਸੈਸਫੁਲ ਹੈ ਕਿ ਏਦਾਂ ਹੀ ਮਾਰ ਰਿਹਾ? ਨਹੀਂ, ਉਹ ਸਕਸੈਸਫੁਲ ਹੈ। ਕੱਲ੍ਹ ਅਸੀਂ ਜ਼ਿਕਰ ਵੀ ਕੀਤਾ ਸੀ ਕਿ ਬਈ ਉਹ ਉਹਨਾਂ ਨੇ ਇਨਵੈਸਟ ਕੀਤਾ ਉਹਦੇ 'ਚ, ਉਹਨਾਂ ਦੇ ਸਾਇੰਸਦਾਨਾਂ ਨੇ ਕੰਮ ਕੀਤਾ ਔਰ ਜ਼ਾਹਰ ਹੈ ਕਿ ਆਲਰੇਡੀ ਲੈਂਡਿੰਗ ਤਾਂ ਅਗਸਤ ਦੇ ਨੇੜੇ ਤੇੜੇ ਹੋਏਗੀ। ਪਰ ਇਹ ਭਾਰਤ ਜਿਹੜਾ ਹੈ ਉਹ ਸੋਵੀਅਤ ਯੂਨੀਅਨ, ਰਸ਼ੀਆ, ਅਮਰੀਕਾ ਔਰ ਚੀਨ ਤੋਂ ਬਾਅਦ ਚੌਥਾ ਮੁਲਕ ਹੈ ਜਿਹਦਾ ਇਹ ਮੂਨ ਮਿਸ਼ਨ ਕਾਮਯਾਬ ਹੈ ਜੀ। ਪੀ ਸਿੰਘ ਕਹਿੰਦੇ ਨੇ ਕਿ ਡਾਕਟਰ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ। ਬਹੁਤ ਮਿਹਰਬਾਨੀ ਤੁਹਾਡਾ, ਗੁਰਮੇਲ ਸਿੰਘ ਜੀ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਐਂਡ ਡੀਅਰ ਨੀਲਮ ਕੌਰ ਜੀ, ਡੂਇੰਗ ਅ ਗ੍ਰੇਟ ਜੌਬ ਫॉर द सिख नेशन, कीप इट अप,
God bless you and your loved ones. So nice. So ਇਸੇ ਤਰ੍ਹਾਂ ਉਹਨਾਂ ਦਾ ਫਿਰ ਮੈਸੇਜ ਹੈ ਕਿ ਕਹਿੰਦੇ ਖਾਲਸਾ ਜ਼ਿੰਦਾਬਾਦ, SFJ ਜ਼ਿੰਦਾਬਾਦ, ਲੌਂਗ ਲਿਵ TV 84 ਪ੍ਰੋਗਰਾਮ ਸੱਚ ਸੱਚ. ਸੋ ਨਾਈਸ. ਆਜ਼ਾਦੀ ਹਾਲ ਹੈ ਵੀਰੋ, work on it, get it. Freedom is on the way. Very soon we are going to be a sovereign country again. So thanks to all the bravest soldiers who helped and supported referendum 2020. So ਕਵਲ ਭੁੱਲਰ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਬਲਜੀਤ ਬਰਾੜ ਜੀ ਫਤਿਹ ਬੁਲਾਉਂਦੇ ਨੇ. ਕਾਫੀ ਸਾਰੇ ਮੈਸੇਜ ਨੇ. ਸੈਯਦ मेरा ख्याल है घड़ी भी तेजी नाल अगे जा रही है और फिर तुसी शिकायत भी करनी है, भी वक्त ज़्यादा हो गया, शिकायत ਕੀਤੀ ਜਾਏ. लेकिन ये भी टॉपिक्स भी साडे अहमियत वाले ने और ਅਸੀਂ कोशिश करांगे ਇਹਨਾਂ ਨੂੰ जिन्ना जल्दी डिस्कस कर सकीए. देखो इस वेले दो फार ऑफ पॉइंट्स, एक जमाना सी जो मिडल ईस्ट के उत्ते फोकस हुंदा सी, फिर क्यूबा इक्वाडोर च की चल रहा है ये फोकस हुंदा सी. हुण दो ही खिते ने जिहड़े फ्लैश पॉइंट्स बने हुए ने किसी भी टकराव दे. एक ज़ाहिर है यूक्रेन रशिया कन्फ्लिक्ट है और दूसरा चाइना के हवाले नाल ताइवान च प्रैशर बिल्ट हो रहा है, ਜਾਂ ਇੰਡੀਆ ਨੂੰ ਜਿਵੇਂ ਚੁੱਕ ਦਿੱਤੀ ਹੈ ਇਹਨਾਂ ਨੇ US ਸੈਨੇਟ ਨੇ ਕਿ ਜੀ ਅਰੁਣਾਚਲ ਤੁਹਾਡਾ ਇਨਸੈਪਰੇਬਲ ਪਾਰਟ ਹੈ ਜਾਂ ਦੂਜਾ. ਸੋ ਯੂਕਰੇਨ ਦੇ ਹਵਾਲੇ ਨਾਲ ਕਿਉਂਕਿ ਅਮਰੀਕਾ ਨੇ ਸਡਨ ਡਿਸੀਜਨ ਲਿਆ, ਬਾਅਦ 'ਚ ਭਾਵੇਂ ਨੈਟੋ ਇਨ ਲਾਈਨ ਫਾਲ ਕੀਤੀ ਪਰ ਇਹਨਾਂ ਨੂੰ ਔਨ ਬੋਰਡ ਨਹੀਂ ਸੀ ਲਿਆ ਗਿਆ ਕਿ ਕਲਸਟਰ ਬੰਬਸ ਦਿੱਤੇ ਜਾਣਗੇ ਯੂਕਰੇਨ ਨੂੰ ਰਸ਼ੀਆ ਦੇ ਅਗੇਂਸਟ, ਰਸ਼ੀਅਨ ਆਰਮੀ ਦੇ ਅਗੇਂਸਟ ਯੂਜ਼ ਕਰਨ ਲਈ. ਕਲਸਟਰ ਬੰਬਸ ਦਾ ਕਾਨਸੈਪਟ ਖਤਰਨਾਕ ਹੈ ਕਿਉਂਕਿ ਆਲਰੇਡੀ ਅਸੀਂ ਦੇਖਦੇ ਹਾਂ ਕਿ ਸੈਕੰਡ ਵਰਲਡ ਵਾਰ ਵੇਲੇ ਵੀ ਫਿਰ ਜਿਨ੍ਹਾਂ ਨੂੰ ਬੇਬੀ ਟਰੈਪਸ ਕਿਹਾ ਜਾਂਦਾ ਸੀ, ਉਸ ਕਿਸਮ ਦੇ ਵੀ ਜਿਹੜੇ ਨੇ ਉਹ ਸਿਵਿਲੀਅਨਸ ਦਾ ਵੀ ਬਹੁਤ ਨੁਕਸਾਨ ਕਰਦੇ ਨੇ ਕਿਉਂਕਿ ਪੈ ਰਹਿੰਦੇ ਨੇ ਕਲਸਟਰ ਬੰਬ. ਕੁਝ ਚੱਲੇ ਆਲੇ ਦੁਆਲੇ ਸਿਵਿਲੀਅਨਸ ਦਾ ਨੁਕਸਾਨ ਹੁੰਦਾ ਹੈ, ਕੁਝ ਜਿਹੜੇ ਨੇ ਦੱਬੇ ਹੁੰਦੇ ਨੇ, ਬਾਅਦ 'ਚ ਬੱਚੇ ਖੇਡਦੇ ਨੇ ਉਹਨਾਂ ਦੇ ਅੰਗ ਪੈਰ ਉੱਡ ਜਾਂਦੇ ਨੇ. ਲੇਕਿਨ ਅਮਰੀਕਾ ਵੱਲੋਂ ਇਹ ਫੈਸਲਾ, ਹਾਲਾਂ ਉਹਨਾਂ ਨੇ ਕਿਹਾ ਜੀ ਨਹੀਂ ਇਹ ਸਿਰਫ ਰਸ਼ੀਅਨ ਆਰਮੀ ਦੇ ਖਿਲਾਫ ਹੋਏਗਾ. ਜਦੋਂ ਫਿਰ ਜੰਗ ਚੱਲਦੀ ਹੈ ਫਿਰ ਇਹਨਾਂ ਦੀਆਂ ਆਪਣੇ ਅਖਾਣ ਨੇ ਕਿ ਵੀ ਐਵਰੀਥਿੰਗ ਇਜ਼ ਫੇਅਰ ਇਨ ਵਾਰ ਐਂਡ ਲਵ. ਮਤਲਬ ਇਹ ਵੀ ਜਸਟੀਫਾਈ ਕਰ ਰਹੇ ਨੇ ਜੋ ਆਪਣਾ ਉਹਨਾਂ ਦਾ ਈਮਾਨ ਦੀ ਕਮੀ ਹੈ ਉਹਨੂੰ ਲਵ ਦੇ ਨਾਂ ਥੱਲੇ ਜਸਟੀਫਾਈ ਕਰਦੇ ਨੇ ਜੀ ਉੱਥੇ, ਔਰ ਜੋ ਫਿਰ ਇਹ ਇੱਕ ਤੋਂ ਬਾਅਦ ਇੱਕ ਸੰਧੀ ਤੋੜਦੇ ਨੇ ਔਰ ਜੋ ਜ਼ੁਲਮ ਕਰਦੇ ਨੇ ਉਹਨੂੰ ਆਲ ਇਜ਼ ਫੇਅਰ ਇਨ ਵਾਰ ਦੇ ਨਾਲ ਜਿਹੜਾ ਉਹ ਢਕਣ ਦੀ ਕੋਸ਼ਿਸ਼ ਕਰਦੇ ਨੇ. ਹੁਣ ਜਦੋਂ ਇਹਨਾਂ ਨੇ ਦਿੱਤਾ ਹੈ, ਹਾਲਾਂ ਨੈਟੋ ਵਾਲਿਆਂ ਨੇ ਵੀ, ਉਹਨਾਂ 'ਚ ਇਵਨ ਨਿਊਜ਼ੀਲੈਂਡ UK ਨੇ ਵੀ ਰਿਜ਼ਰਵੇਸ਼ਨ, ਕਿਉਂਕਿ 120 ਤੋਂ ਜ਼ਿਆਦਾ ਮੁਲਕ ਨੇ ਜਿਨ੍ਹਾਂ ਨੇ ਦਸਤਖਤ ਕੀਤੇ ਹੋਏ ਨੇ ਕਿ ਕੋਈ ਵੀ ਮਿਊਨੀਸ਼ਨ ਬੰਬਿੰਗ ਜਾਂ ਇਸ ਕਿਸਮ ਦਾ ਹਿੱਸਾ ਨਹੀਂ ਹੋਣਗੇ. ਹੁਣ ਪੁਤਿਨ ਨੇ ਇਹ ਕਿਹਾ ਕਿ ਵਿਲ ਰੈਸੀਪਰੋਕੇਟ ਇਫ ਯੂਕਰੇਨ ਯੂਜ਼ਸ ਕਲਸਟਰ ਬੰਬਸ ਵਾਰਨਸ ਮਾਸਕੋ. ਉਹਨਾਂ ਦੀ ਸਖਤ ਸਟੇਟਮੈਂਟ ਹੈ ਰਸ਼ੀਅਨ ਪ੍ਰੈਜ਼ੀਡੈਂਟ ਵਲਾਡੀਮੀਰ ਪੁਤਿਨ ਦੀ. ਉਹਨਾਂ ਨੇ ਕਿਹਾ ਕਿ ਰਸ਼ੀਆ ਹੈਜ਼ ਸਫੀਸ਼ੀਐਂਟ ਸਟਾਕ ਪਾਇਲ ਆਫ ਕਲਸਟਰ munitions. He warned that Russia reserved the right to take reciprocal action if Ukraine used the controversial weapons. ਇਹਨਾਂ ਨੇ ਦਿੱਤੇ ਨੇ, ਉਹਨਾਂ ਨੇ ਕਿਹਾ ਵੀ ਮਤ ਸਮਝੋ ਵੀ ਸਾਡੇ ਕੋਲ ਨਹੀਂ ਹੈਗੇ, ਸਾਡੇ ਕੋਲ ਕਾਫੀ ਇਹਦਾ ਜ਼ਖੀਰਾ ਪਿਆ ਹੈ, ਜੇ ਇਹਨਾਂ ਨੇ ਵਰਤਿਆ ਤੇ ਅਸੀਂ ਇਸ ਦੀ ਜਵਾਬੀ ਕਾਰਵਾਈ ਕਰਾਂਗੇ. ਸੋ ਅਸੀਂ ਸਮਝਦੇ ਹਾਂ ਵੀ ਇਹ ਕਲਸਟਰ ਬੰਬਸ ਜਾਂ ਮਨੀਸ਼ਨ ਦੇਣਾ ਇਹ ਅਮਰੀਕਾ ਦਾ ਕੋਈ ਠੀਕ ਫੈਸਲਾ ਨਹੀਂ ਹੈ. ਇਹ ਜੰਗ ਨੂੰ ਸਮੇਟਣ ਦੀ ਥਾਂ 'ਤੇ ਜਿਵੇਂ ਅਸੀਂ ਇਹ ਕਹਿੰਦੇ ਹਾਂ ਵੀ ਇੰਚ ਬਾਈ ਇੰਚ ਉਸ ਨੂੰ ਵਧਾਉਣ ਦੀ ਕੋਸ਼ਿਸ਼ ਹੈ ਟੁਵਰਡਸ ਜਿਹੜਾ ਅਲਟੀਮੇਟਲੀ ਨਿਊਕਲੀਅਰ ਵਾਰ ਤੇ. ਹੁਣ ਰਸ਼ੀਆ ਨੇ ਇੱਕ ਪਾਸੇ ਤਾਂ ਰਸ਼ੀਆ ਦੇ ਸਾਹਮਣੇ ਯੂਕਰੇਨ ਕਿੰਨੀ ਕੁ ਵੱਡੀ ਮਿਲਟਰੀ ਪਾਵਰ ਹੈ, ਹਾਲਾਂ ਉਹ ਰੈਜ਼ਿਸਟ ਕਰ ਰਹੇ ਨੇ, ਲੇਕਿਨ ਜਿਹੜੀ ਰਸ਼ੀਆ ਨੇ ਅਲਟੀਮੇਟਲੀ ਸੱਟ ਮਾਰੀ, ਇਸ ਗੱਲ ਦਾ ਧਿਆਨ ਰਹੇ ਕਿ ਯੂਕਰੇਨ ਯੂਰਪ ਦੇ ਵਿੱਚ ਬਹੁਤ ਵੱਡਾ ਵੀਟ ਪ੍ਰੋਡਿਊਸਿੰਗ ਮੁਲਕ ਹੈ ਔਰ ਬਹੁਤ ਸਾਰੇ ਈਵਨ ਇਜਿਪਟ ਤੋਂ ਲੈ ਕੇ ਸਾਊਥ ਅਮਰੀਕਾ ਤੱਕ ਜਿਹੜੀ ਯੂਕਰੇਨੀਅਨ ਵੀਟ ਹੈ ਉਹ ਜਾਂਦੀ ਹੈ, ਐਕਸਪੋਰਟ ਹੁੰਦੀ ਹੈ, ਲੋਕਾਂ ਤੱਕ ਪਹੁੰਚਦੀ ਹੈ. ਹੁਣ ਇਹ ਜਦੋਂ ਇਹ ਬਲੈਕ ਸੀ ਉਹਨੂੰ ਹੈ ਇੱਕ ਰਸਤਾ ਜਿਹਦੇ ਰਾਹੀਂ ਉਹਨੂੰ ਜਿਹੜਾ ਉਹ ਭੇਜਦਾ ਹੈ ਯੂਕਰੇਨ ਬਾਕੀਆਂ ਤੱਕ, ਰਸ਼ੀਆ ਨੇ ਉਹਨੂੰ ਬਲੌਕ ਕਰ ਲਿਆ ਸੀ. ਉਹਨਾਂ ਨੇ ਕਿਹਾ ਜੀ ਅਸੀਂ ਜਾਣ ਨਹੀਂ ਦੇਣਾ. ਫਿਰ ਯੂਨਾਈਟਿਡ ਨੇਸ਼ਨਸ ਦੇ ਥੱਲੇ ਔਰ ਖਾਸ ਤੌਰ 'ਤੇ ਟਰਕੀ ਦੇ ਪ੍ਰੈਜ਼ੀਡੈਂਟ ਅਰਦੋਗਨ ਨੇ ਜਿਹੜਾ ਇਸ ਦੇ ਉੱਤੇ ਐਫਰਟ ਕੀਤਾ ਔਰ ਇੱਕ ਕੰਪਰੋਮਾਈਜ਼ ਬ੍ਰੇਕ ਕੀਤਾ ਸੀ ਜਿਹੜਾ ਰਸ਼ੀਆ ਯੂਕਰੇਨ ਔਰ ਦੂਜੇ ਸੀ ਕਿ ਫੂਡ, ਉਹਨਾਂ ਨੇ ਕਿਹਾ ਕਿ ਫੂਡ ਜਿਹੜਾ ਹੰਗਰ ਨੂੰ ਐਜ਼ ਏ ਵੈਪਨ ਨਹੀਂ ਇਸਤੇਮਾਲ ਕਰਨਾ, ਫੂਡ ਤਾਂ ਆਮ ਲੋਕਾਂ ਤੱਕ ਪਹੁੰਚਦਾ ਤਾਂ ਇਹਨਾਂ ਨੂੰ ਅਲਾਉ ਕਰਤਾ ਜਾਏ. ਸੋ ਉਹ ਸਮਝੌਤਾ ਪਿਛਲੇ ਸ਼ਾਇਦ 9-10 ਮਹੀਨੇ ਤੋਂ ਇਨ ਐਕਸ਼ਨ ਸੀ, ਪਰ ਹੁਣ ਜਿਉਂ-ਜਿਉਂ ਯੂਕਰੇਨ ਨੂੰ ਭੜਕਾ ਕੇ
ਅਗੇਂਸਟ ਰਸ਼ੀਆ ਅੱਡ-ਅੱਡ ਹਥਕੰਡੇ ਇਸਤੇਮਾਲ ਕੀਤੇ ਜਾ ਰਹੇ ਨੇ। ਰਸ਼ੀਆ ਨੇ ਐਲਾਨ ਕਰ ਦਿੱਤਾ ਹੈ ਕਿ ਭਾਈ ਇਹ ਹੁਣ ਅਸੀਂ ਜਿਹੜਾ ਅਨਾਜ ਦਾ ਸਮਝੌਤਾ ਸੀ ਕਿ ਯੂਕਰੇਨੀਅਨ ਵੀਟ ਜਿਹੜੀ ਹੈ ਉਹ ਬਲੈਕ ਸੀ ਰਾਹੀਂ, ਕਾਲੇ ਸਮੁੰਦਰ ਰਾਹੀਂ ਜਾ ਸਕਦੀ ਹੈ, ਅਸੀਂ ਹੁਣ ਬਲੌਕ ਕਰਾਂਗੇ। ਉਹ ਸਮਝੌਤਾ ਖਤਮ ਹੈ। ਇਸ ਦੇ ਉੱਤੇ ਯੂਨਾਈਟਿਡ ਨੇਸ਼ਨਸ ਦੇ ਜਿਹੜੇ ਸੈਕਟਰੀ ਜਨਰਲ ਨੇ ਮਿਸਟਰ ਐਂਟੋਨੀਓ ਗੁਟਰੇਸ, ਉਹਨਾਂ ਨੇ ਇਹ ਕਿਹਾ ਕਿ ਵੀ ਇਹ ਸਮਝੌਤੇ ਦਾ ਖਤਮ ਹੋਣਾ ਬਹੁਤ ਅਫਸੋਸਨਾਕ ਹੈ। ਔਰ ਉਹਨਾਂ ਨੇ ਕਿਹਾ ਕਿ ਇਹਦੇ ਨਾਲ ਜਿਹੜੇ ਲੱਖਾਂ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਨੇ, ਉਹ ਅੱਗੋਂ ਜਿਹੜਾ ਉਹ ਹੋਰ ਵੀ ਸ਼ਿਕਾਰ ਹੋਣਗੇ, ਉਹਨਾਂ ਦੀਆਂ ਮੌਤਾਂ ਹੋਣਗੀਆਂ। ਪਰ ਆਲਰੇਡੀ ਦੁਨੀਆ ਦੇ ਵਿੱਚ ਵੀਟ ਪ੍ਰਾਈਸਿਸ ਔਰ ਦੂਸਰੇ ਅੱਪ ਜਾ ਰਹੇ ਨੇ। ਉਹਨਾਂ ਨੇ ਕਿਹਾ ਵੀ ਰੂਸ ਨੂੰ ਇਸ ਦੇ ਉੱਤੇ ਦੁਬਾਰਾ ਗੌਰ ਕਰਨ ਦੀ ਲੋੜ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਅਮਰੀਕਾ ਔਰ ਪਤਾ ਨਹੀਂ ਕਿਉਂ ਕੁਝ ਮਾਮਲਿਆਂ 'ਚ ਪ੍ਰੈਜ਼ੀਡੈਂਟ ਬਾਈਡਨ ਜਿਹੜਾ ਅਦਰਵਾਈਜ਼ ਸੈਨੇਟ 'ਚ ਹੁੰਦੇ ਆ ਜਾਂ ਵਾਈਸ ਪ੍ਰੈਜ਼ੀਡੈਂਟ ਹੁੰਦੇ ਆ ਵੀ, ਕਿਉਂਕਿ ਓਬਾਮਾ ਨਾਲ ਵੀ ਵਾਈਸ ਪ੍ਰੈਜ਼ੀਡੈਂਟ ਰਹੇ, ਜਿਹੜਾ ਉਹ ਮੋਡਰੇਟ ਅਪਰੋਚ ਸੀ। ਪਰ ਇਹ ਆਲ ਆਫ ਅ ਸਡਨ ਐਗਰੈਸਿਵ ਸਟੈਂਸ ਪਤਾ ਨਹੀਂ ਦੂਜੀ ਟਰਮ ਜਿੱਤਣ ਲਈ ਹੈ ਜਾਂ ਕੀ ਹੈ। ਲੇਕਿਨ ਅਸੀਂ ਸਮਝਦੇ ਹਾਂ ਕਿ ਵੀ ਇਹ ਵੀ ਰਸ਼ੀਆ ਨੂੰ ਜੇ ਇਸ ਕਿਸਮ ਦੀ ਪ੍ਰੋਵੋਕੇਸ਼ਨ ਹੋਏਗੀ ਤੇ ਇਵੈਂਚੁਅਲੀ ਉਹ ਕਿਸੇ ਹੱਦ ਤੱਕ ਵੀ ਜਾਣਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਿ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਵਿਊਅਰਸ, ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿੱਖ ਸਿਆਸੀ ਤੌਰ ਤੇ ਬਹੁਤ ਨਾਦਾਨ ਅਤੇ ਅਨਾੜੀ ਹਨ। ਇਹ ਲਫ਼ਜ਼ ਲਗਭਗ 76 ਸਾਲ ਪਹਿਲਾਂ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਨੇ ਸਿੱਖ ਲੀਡਰਸ਼ਿਪ ਪ੍ਰਤੀ ਜਿਹੜੇ ਉਹ ਕਹੇ ਸਨ। ਸੋ ਇਉਂ ਜਾਪਦਾ ਹੈ ਕਿ ਅੱਜ ਵੀ ਦਿਸ਼ਾਹੀਨ ਸਿੱਖ ਲੀਡਰਸ਼ਿਪ ਦੇ ਹੁੰਦਿਆਂ ਇਹ ਲਫ਼ਜ਼ ਬਿਲਕੁਲ ਸੱਚ ਸਾਬਤ ਹੋ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਤੁਸੀਂ ਇੱਕ ਬੜਾ ਗੰਭੀਰ ਜਿਹੜਾ ਕਮੈਂਟ ਕੀਤਾ ਹੈ, ਅੱਛਾ, ਇਸ ਦੇ ਉੱਤੇ ਤਾਂ ਘੰਟਿਆਂ ਬੱਧੀ ਗੱਲਬਾਤ ਹੋ ਸਕਦੀ ਹੈ। ਪਰ ਜਿੰਨੀ ਵੀ ਬਰੀਫ ਅਸੀਂ ਕਰਾਂਗੇ ਉਸ ਤੋਂ ਪਹਿਲਾਂ ਜਿਹੜੇ ਵੀਰ ਭੈਣਾਂ ਸਾਡੇ ਫੇਸਬੁੱਕ ਨਾਲ ਜੁੜੇ ਨੇ ਉਹਨਾਂ ਦੇ ਨਾਲ ਅਸੀਂ ਸਾਂਝ ਪਾਉਂਦੇ ਹਾਂ ਵਿਚਾਰਾਂ ਦੀ। ਕਮਲ ਸਿੰਘ ਲਿਖਦੇ ਨੇ, ਸਿੱਖਾਂ ਨੇ ਜਿੱਥੇ ਕਿਤੇ ਵੀ ਸਿੱਖ ਨਸਲਕੁਸ਼ੀ ਨੂੰ ਕਾਨੂੰਨੀ ਮਾਨਤਾ ਦਿਵਾਈ ਹੈ, ਬਹੁਤ ਚੰਗੀ ਗੱਲ ਹੈ। ਪਰ ਇਸ ਨਾਲ ਇੱਕ ਹੋਰ ਗੱਲ ਵੀ ਜੋੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹ ਲਗਾਤਾਰ ਅਜੇ ਵੀ ਜਾਰੀ ਹੈ, ਜਿਸ ਦੇ ਪ੍ਰਤੱਖ ਸਬੂਤ ਹਨ ਕਿ ਲੋਕਾਂ ਦੇ ਵਿਰੋਧ ਦੇ ਬਾਵਜੂਦ ਵੀ ਸਰਕਾਰਾਂ ਦੁਆਰਾ ਖਤਰਨਾਕ ਨਸ਼ੇ ਵਿਕਾਉਣਾ ਤੇ ਸਿੱਖਾਂ ਦਾ ਖਤਰਨਾਕ ਹੱਦ ਤੱਕ ਸ਼ਰਨਾਰਥੀਆਂ ਦੀ ਤਰ੍ਹਾਂ ਆਪਣੀ ਧਰਤੀ ਨੂੰ ਛੱਡਣਾ ਆਦਿ। ਕਮਲ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ। ਪਰ ਇਹ ਹੈ ਵੀ ਇਹਨਾਂ ਮੁਲਕਾਂ ਦੇ ਵਿੱਚ ਜਦੋਂ ਤੁਸੀਂ ਕੋਈ ਗੱਲ ਕਰਦੇ ਹੋ ਤਾਂ ਸਪੈਸੀਫਿਕ ਤੱਥਾਂ ਦੇ ਆਧਾਰ ਦੇ ਉੱਤੇ ਹੁੰਦਾ ਹੈ। ਬਹੁਤ ਵਾਰ ਉੱਥੇ ਅਸੀਂ ਸੋਸ਼ਲ ਮੀਡੀਆ 'ਤੇ ਖਬਰਾਂ ਜ਼ਰੂਰ ਨੇ, ਲੇਕਿਨ ਉਸ ਨੂੰ ਜਿਹੜਾ ਸਰਟੀਫਾਈ ਕਰਨ ਵਾਲਾ ਬਹੁਤ ਪਾਰਟ ਨਹੀਂ ਹੁੰਦਾ। ਇਸ ਲਈ ਅਸੀਂ 1-to-1 ਮੀਟਿੰਗਸ ਦੇ ਵਿੱਚ ਤਾਂ ਇਹ ਗੱਲ ਕਰਦੇ ਹਾਂ। ਜਦੋਂ ਹੁਣ ਅਸੀਂ ਜੂਨ 84 ਨੂੰ ਸਿੱਖ ਨਸਲਕੁਸ਼ੀ ਦੇ ਤੌਰ ਤੇ ਮਾਨਤਾ ਜਾਂ ਨਵੰਬਰ 84, ਉਹ ਡਾਕੂਮੈਂਟਡ ਪਾਰਟ। ਇੱਥੇ ਜਦੋਂ ਵੀ ਕੋਈ ਚੀਜ਼ ਪ੍ਰੋਪਰਲੀ ਡਾਕੂਮੈਂਟਡ ਨਹੀਂ ਹੈ, ਤੁਹਾਡੀ ਗੱਲ ਅੱਗੇ ਤੁਰਦੀ ਨਹੀਂ ਹੈ। ਠੀਕ ਹੈ, ਆਪਣੇ ਆਪ ਨੂੰ ਸਾਨੂੰ ਤਸੱਲੀ ਹੁੰਦੀ ਹੈ, ਉਹ ਅਸੀਂ ਗੱਲ ਕਰਦੇ ਵੀ ਹਾਂ ਕਿ ਭਾਈ ਇਹ ਲਗਾਤਾਰਤਾ ਨਾਲ ਵਰਤਾਰਾ ਜਾਰੀ ਹੈ, ਪਰ ਡਾਕੂਮੈਂਟੇਸ਼ਨ ਸਭ ਤੋਂ ਇੰਪੋਰਟੈਂਟ ਹੈ। ਰਾਜਵਿੰਦਰ ਸਿੰਘ, ਉਹਨਾਂ ਨੇ ਜਿਹੜਾ ਫਤਿਹ ਵੀ ਬੁਲਾਈ ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਉਹਨਾਂ ਨੂੰ ਸਪੋਰਟ ਕਰੀਏ, ਜਿਵੇਂ ਉਹਨਾਂ ਨੇ ਕਿਹਾ ਮਿਸਟਰ ਟ੍ਰੈਂਟ ਨੇ ਸਟੈਂਡ ਲਿਆ। ਇਸ ਕਿਸਮ ਦੇ ਹੋਰ ਵੀ ਹੋਣੇ ਚਾਹੀਦੇ ਨੇ। ਜਸਬੀਰ ਸਿੰਘ, ਦਵਿੰਦਰ ਸਿੰਘ, ਹਰਮਿੰਦਰ ਸਿੰਘ, ਜਗਦੀਪ ਸੰਧੂ, ਸੋਹਣ ਸਿੰਘ ਮਾਲ, ਅਮਰਦੀਪ ਕਾਲੋਂ ਲਿਖਦੇ ਨੇ, ਅਮਨਦੀਪ ਕਾਲੋਂ, YouTube ਤੇ ਅੱਜ ਕੱਲ ਨੋਟੀਫਿਕੇਸ਼ਨ ਨਹੀਂ ਆਉਂਦੀ TV 84 ਦੀ। ਕਾਲੋਂ ਸਾਹਿਬ,
ਇਹ ਹੁਣ ਅਸੀਂ ਕੀ ਕਰ ਸਕਦੇ ਹਾਂ। YouTube ਤੇ ਤਾਂ ਚਲੋ ਅਜੇ ਤੱਕ ਉਹ ਦੇਈ ਜਾਂਦੇ ਨੇ, Facebook ਤੇ ਤਾਂ ਇਹਨਾਂ ਨੇ ਸਾਨੂੰ ਬਿਲਕੁਲ ਹੀ ਰਿਸਟ੍ਰਿਕਟ ਕੀਤਾ ਹੋਇਆ, ਕਿਉਂਕਿ ਇਹਦੇ ਤੇ ਸਾਡਾ ਕੋਈ ਕੰਟਰੋਲ ਨਹੀਂ, ਨਾ ਹੀ ਜੇ ਅਸੀਂ ਵਕੀਲ ਕਰਕੇ ਉਹਨਾਂ ਨੂੰ ਕਦੇ ਕੁਐਰੀ ਵੀ ਪਾਉਂਦੇ ਆ ਜਾਂ, ਕਿਉਂਕਿ ਉਹਨਾਂ ਨੂੰ ਅਸੀਂ ਪੈਸੇ ਤਾਂ ਦਿੰਦੇ ਨਹੀਂ ਹੈ ਕੋਈ ਜਾਂ ਦੂਜਾ, ਇਹ ਉਹਨਾਂ ਦੀ ਮਰਜ਼ੀ ਹੈ ਉਹ ਕੀ ਭੇਜਣ ਕੀ ਨਾ ਭੇਜਣ। ਪਰ ਇਸ ਦਾ ਸਾਨੂੰ ਕਾਫੀ ਨੁਕਸਾਨ ਹੁੰਦਾ ਹੈ, ਕਿਉਂਕਿ ਬਹੁਤ ਵਾਰ ਜਿੰਨੀ ਤੇਜ਼ੀ ਨਾਲ ਸਾਡਾ ਮੈਸੇਜ ਜਾਣਾ ਚਾਹੀਦਾ ਹੈ ਉਹ ਜਾਂਦਾ ਨਹੀਂ ਹੈ। ਹਰਮਿੰਦਰ ਸਿੰਘ, ਪ੍ਰਦੀਪ ਸਿੰਘ, ਧਰਮਰਾਜ ਜਮਦੂਤ, ਗੁਲਾਮ ਨਬੀ ਰਹਿਣਾ, ਮੈਸੇਜ ਆਇਆ ਸੀ ਇਹਨਾਂ ਦਾ, ਹਾਂਜੀ ਹਾਂਜੀ, ਲਾਈਵ ਸ਼ੂਟ, ਅਬਾਖੀ, ਅਪਰਮੀ ਔਰ ਦੀਪ ਸਿੰਘ ਉਹਨਾਂ ਨੇ ਲਿਖਿਆ ਵੀ ਹਿਟਲਰ ਦੇ ਨਜਾਇਜ਼ ਬੱਚੇ ਇਜ਼ਰਾਈਲ ਤੇ ਰਾਜ ਕਰ ਰਹੇ ਹਨ, ਤਾਂ ਹੀ ਭਾਰਤੀ ਹਿਟਲਰਾਂ ਨਾਲ ਸਾਂਝ ਹੈ। ਦੇਖੋ ਅਲਟੀਮੇਟਲੀ ਮੈਨੂੰ ਇਸ ਗੱਲ ਦਾ ਦੁੱਖ ਵੀ ਹੁੰਦਾ ਹੈ ਵੀ ਅਸੀਂ ਤਾਂ ਆਪਣਾ ਕੇਸ ਬਿਲਡ ਕਰਨ ਲਈ ਦੁਨੀਆ ਦੇ ਵਿੱਚ ਕਿਹਦੇ ਨਾਲ ਕੀ ਧੱਕਾ ਹੁੰਦਾ ਹੈ ਉਹਨਾਂ ਦਾ ਜ਼ਿਕਰ ਕਰਦੇ ਆ, ਯਹੂਦੀਆਂ ਦੇ ਉੱਤੇ ਹੋਏ ਜ਼ੁਲਮਾਂ ਦੀ ਗੱਲ ਵੀ ਕਰਦੇ ਆ, ਪਰ ਜਦੋਂ ਕੋਈ ਇਸ ਕਿਸਮ ਦਾ ਵਪਾਰਕ ਹਿੱਤ ਜਾਂ ਸੋ ਕਾਲਡ ਨੈਸ਼ਨਲ ਹਿੱਤ ਹੁੰਦੇ ਨੇ ਤੇ ਉਹਨਾਂ ਨੂੰ ਭੁੱਲ ਜਾਂਦਾ ਹੈ ਕਿ ਭਾਈ ਇਜ਼ਰਾਈਲ ਉਸ ਭਾਰਤ ਦੇ ਨਾਲ ਸਾਂਝ ਪਾ ਰਿਹਾ ਹੈ ਜਿਹੜੇ ਭਾਰਤ ਦੀ RSS ਜਮਾਤ ਦੀ ਆਈਡੀਓਲੋਜੀ ਹਿੰਦੁਸਤਾਨ ਨਿਕਲੀ ਹੀ ਨਾਜ਼ੀ ਆਈਡੀਓਲੋਜੀ ਚੋਂ ਹੈ। ਉਹਨਾਂ ਨੇ ਠੀਕ ਕਿਹਾ, ਉਹਨਾਂ ਨੇ ਕਿਹਾ ਜੀ ਇਹ ਫਿਰ ਹਿਟਲਰ ਦੇ ਹੀ ਬੱਚੇ ਨੇ ਜਿਹੜੇ ਕਿ ਇਹਨਾਂ ਦੇ ਨਾਲ ਸਾਂਝ ਪਾ ਸਕਦੇ ਨੇ, ਯਹੂਦੀਆਂ ਦੇ ਬੱਚੇ ਨਹੀਂ ਇਹ ਹੋ ਸਕਦੇ। ਅਕਸਰ ਅਸੀਂ ਜਿਹੜੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੀ ਇੱਕ ਸਟੇਟਮੈਂਟ ਦਾ ਜ਼ਿਕਰ ਕਰਦੇ ਔਰ ਸਰ ਕਪੂਰ ਸਿੰਘ ਹੋਰਾਂ ਨੇ ਸਾਚੀ ਸਾਖੀ 'ਚ 2-3 ਥਾਵਾਂ ਤੇ ਇਸ ਦਾ ਜ਼ਿਕਰ ਕੀਤਾ ਕਿ ਜੀ ਉਹਨਾਂ ਨੇ ਜਦੋਂ ਰਾਊਂਡ ਟੇਬਲ ਕਾਨਫਰੰਸ ਵੇਲੇ ਇੰਗਲੈਂਡ ਆਏ, ਆਕਸਫੋਰਡ 'ਚ ਬੋਲਦੇ ਆ, ਉਹਨਾਂ ਨੇ ਸਿੱਖਾਂ ਬਾਰੇ ਕੀ ਕਿਹਾ, ਸਿੱਖ ਲੀਡਰਸ਼ਿਪ ਬਾਰੇ ਖਾਸ ਤੌਰ ਤੇ। ਫਿਰ ਸਰ ਸੋਭਾ ਸਿੰਘ ਜਿਹੜੇ ਖੁਸ਼ਵੰਤ ਸਿੰਘ ਦਾ ਪਿਓ ਔਰ ਕਾਇਦੇ ਆਜ਼ਮ ਦਾ ਚੰਗੇ ਦੋਸਤ ਵੀ ਸੀ ਔਰ ਖੁਸ਼ਵੰਤ ਸਿੰਘ ਦੇ ਵਿਆਹ 'ਚ ਵੀ ਕਾਇਦੇ ਆਜ਼ਮ ਸ਼ਾਮਲ ਹੋਏ ਸੀ, ਉਹਨਾਂ ਦੀ ਇੱਕ ਕੋਟ ਹੈ ਕਿ ਸਿੱਖਸ ਆਰ ਪੋਲੀਟੀਕਲੀ ਨਾਈਵ, ਔਰ ਸਿੱਖ ਲੀਡਰਸ਼ਿਪ ਬਾਰੇ ਹੈ ਕਿ ਵੀ ਇਹਨਾਂ ਦੇ ਢਹਿ ਚੜ੍ਹੇ, ਦੇ ਹੈਵ ਸੀਨ ਹਿੰਦੂਜ਼ ਐਜ਼ ਦਾ ਕੋ ਸਲੇਵਸ but when they'll see them as the rulers they'll see their true face when Hindus will be the masters and Sikhs will be the slaves। ਇਹ ਅਕਸਰ ਕੋਟ ਹੁੰਦੀਆਂ ਨੇ ਔਰ ਇਹ ਹੋਰ ਵੀ ਥਾਵਾਂ ਦੇ ਉੱਤੇ ਵਰਤਾਰੇ ਤੋਂ ਜ਼ਾਹਰ ਹੈ। ਹੁਣ ਅਸੀਂ 47 ਦੌਰ ਦੀ ਗੱਲ ਕਰਦੇ ਹਾਂ ਔਰ ਜ਼ਾਹਰ ਹੈ ਕਿ ਵੀ ਉਸ ਦੌਰ ਦੀ ਅਕਾਲੀ ਲੀਡਰਸ਼ਿਪ, ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਬਲਦੇਵ ਸਿੰਘ, ਉਹਨਾਂ ਸਾਰਿਆਂ ਨੂੰ ਬਲੇਮ ਕਰਦੇ ਹਾਂ ਕਿ ਭਾਈ ਉਹਨਾਂ ਨੇ ਉਸ ਓਪਰਚੁਨਿਟੀ ਨੂੰ ਗਵਾਇਆ ਜਿਹੜੀ ਉਹਨਾਂ ਦੇ ਸਾਹਮਣੇ ਸੀ। ਲੇਕਿਨ ਮੈਂ ਅੱਜ ਜਦੋਂ ਦੇਖਦਾ 75 ਸਾਲ ਬਾਅਦ ਪੰਜਾਬ ਵੱਲ ਨਜ਼ਰ ਮਾਰੀਏ, ਇੰਟਰਨੈਸ਼ਨਲੀ ਠੀਕ ਹੈ ਐਕਟੀਵਿਟੀ ਹੁੰਦੀ ਹੈ, ਸਾਨੂੰ ਵੀ ਖੁਸ਼ੀ ਹੁੰਦੀ ਹੈ ਕਿ ਭਾਈ ਚਲੋ 35-40 ਸਾਲ ਤੋਂ ਜਿਸ ਪਾਸੇ ਵੱਲ ਗੱਲ ਤੁਰੀ, 39 ਸਾਲ ਬਾਅਦ ਜੂਨ 84 ਤੋਂ ਬਾਅਦ ਅੱਜ ਖਾਲਿਸਤਾਨ ਲਫ਼ਜ਼ ਸਿੱਖਾਂ ਦੇ ਘਰਾਂ ਦੇ ਵਿੱਚ ਹਾਊਸ ਹੋਲਡ ਲਫ਼ਜ਼ ਹੈ, ਵੈਰੀਆਂ ਦੇ ਘਰਾਂ ਦੇ ਵਿੱਚ ਹਾਊਸ ਹੋਲਡ ਲਫ਼ਜ਼ ਹੈ, ਉਹ ਸਾਰੇ ਚੀਕਾਂ ਵੀ ਮਾਰ ਰਹੇ ਨੇ। ਅੱਜ ਹੀ ਇੱਕ ਉਹਨਾਂ ਦਾ ਪੁਨਿਆਨੀ ਨਾਂ ਦਾ ਇੱਕ ਸਕਾਲਰਲੀ ਆਪਣੇ ਆਪ ਨੂੰ ਕਹਿਣ ਵਾਲਾ ਹੈ, ਉਹ ਇੱਕ ਸ਼ੋਅ 'ਚ ਕਹਿ ਰਿਹਾ ਸੀ, ਉਹਦਾ ਹੋਸਟ ਕਿਉਂਕਿ ਉਹਨੂੰ ਐਜ਼ ਏ ਗੈਸਟ ਇਨਵਾਈਟ ਕੀਤਾ ਹੋਇਆ ਸੀ ਕਿ ਜੀ ਦੇਖੋ ਬਹੁਤ ਮੂਵਮੈਂਟਸ ਹੁਣ ਦੁਬਾਰਾ ਭਾਰਤ ਸਿਰ ਚੁੱਕ ਰਹੀਆਂ, ਮਨੀਪੁਰ ਦੇ ਵਿੱਚ ਵੱਖਵਾਦ ਖੜਾ ਹੋ ਗਿਆ, ਖਾਲਿਸਤਾਨ ਦੀ ਮੂਵਮੈਂਟ ਪੰਜਾਬ 'ਚ ਵੀ, ਕੈਨੇਡਾ ਔਰ ਦੂਸਰੇ 'ਚ ਦੁਬਾਰਾ ਆ ਰਹੀ ਹੈ, ਇਹ ਉਹ ਗਈ ਨਹੀਂ ਕਦੇ ਵੀ। ਲੇਕਿਨ ਜਿਸ ਅੰਦਾਜ਼ ਦੇ ਵਿੱਚ ਬਿਆਨ ਕਰ ਰਹੇ ਨੇ ਇਹ ਗੱਲ ਤਸੱਲੀ ਵੀ ਦਿੰਦੀ ਹੈ ਕਿ ਦੁਸ਼ਮਣ ਨੂੰ ਲੱਗਦਾ ਕਿ ਭਾਈ ਕਿਵੇਂ ਸਿੱਖ ਖਲੋਤੇ ਨੇ। ਪਰ ਅੱਜ ਵੀ ਔਰ ਮੈਨੂੰ ਇਹ ਗੱਲ ਬਹੁਤ ਚੰਗੀ ਤਰ੍ਹਾਂ ਯਾਦ ਵੀ ਹੈ ਕਿ ਜਿਹੜੇ ਸਰ ਕਪੂਰ ਸਿੰਘ ਜਿਨ੍ਹਾਂ ਦਾ ਅਸੀਂ ਜ਼ਿਕਰ ਕੀਤਾ, ਉਹਨਾਂ ਨੇ ਕਾਇਦੇ ਆਜ਼ਮ ਜਾਂ ਦੂਸਰੇ ਹਵਾਲੇ ਦਿੱਤੇ ਨੇ, ਉਹਨਾਂ ਨੂੰ ਅਸੀਂ ਮਿਲਣ 86 ਦੇ ਨੇੜੇ ਤੇੜੇ ਉਹਨਾਂ ਦੇ ਭਰਾ ਦੇ ਘਰ ਜਿੱਥੇ ਉਹ ਰਹਿੰਦੇ ਸੀ 3 ਜਾਮਨ ਜਗਰਾਵਾਂ ਦੇ ਵਿੱਚ ਗਏ ਮਿਲਣ, ਔਰ ਸਾਡੇ ਨਾਲ 1-2 ਪ੍ਰੋਮੀਨੈਂਟ ਹੋਰ ਪਰਸਨੈਲਿਟੀ ਸੀ ਜਿਹੜੀਆਂ ਲੀਡ ਕਰ ਰਹੀਆਂ ਸੀ ਉਸ ਵੇਲੇ ਖਾਲਿਸਤਾਨ ਦੀ ਮੂਵਮੈਂਟ ਨੂੰ ਔਰ ਉਹ ਸਾਰੇ ਨੂੰ, ਔਰ ਉਹਨਾਂ ਨੇ ਬੜੇ ਹੋਪਫੁਲੀ, ਹਾਲਾਂਕਿ ਸਰ ਸਾਹਿਬ ਬਹੁਤੀ ਠੀਕ ਹਾਲਤ 'ਚ ਨਹੀਂ ਸੀ, ਉਹਨਾਂ ਨੂੰ ਬਰੀਫ ਕੀਤਾ ਕਿ ਵੀ ਇਵੇਂ ਅਸੀਂ ਕਰ ਰਹੇ, ਪਰ ਉਹ ਇੱਕ ਗੱਲ ਦੇ ਉੱਤੇ ਬਾਰ-ਬਾਰ ਇਨਸਿਸਟ ਕਰਦੇ ਸੀ ਉਹਨਾਂ ਦਾ ਨਾਂ ਲੈ ਕੇ ਕਿ ਫਲਾਣਾ ਸਿੰਘ ਗੱਲ ਤੇਰੀ ਠੀਕ ਹੈ, ਪਰ ਤੂੰ ਇਹ ਦੱਸ ਵੀ ਉਹ ਲੀਡਰਸ਼ਿਪ ਕਿੱਥੇ ਹੈ ਜਿਹਨੇ ਖਾਲਿਸਤਾਨ ਬਣਾ ਕੇ ਦੇਣਾ। ਤੇ ਮੈਨੂੰ ਉਦੋਂ ਵੀ ਲੱਗਦਾ ਸੀ ਔਰ ਕਈ ਦੇਰ ਲੱਗਦਾ ਰਿਹਾ, ਮੈਂ ਕਿਹਾ ਜੀ ਜਿਹਨਾਂ ਨਾਲ ਗੱਲ ਕਰ ਰਹੇ ਸੀ ਉਸ ਤਾਂ ਮੂਵਮੈਂਟ ਦੇ ਉਹ ਲੀਡਰਾਂ 'ਚੋਂ ਸੀ, ਉਹਨਾਂ ਨੂੰ ਨਹੀਂ ਸੀ ਲੱਗਦਾ ਇਹ ਕਿ ਵੀ ਇਹ ਬਣਾ, ਇਹਦਾ ਮਤਲਬ ਇਹ ਹੈ ਕਿ ਸਰਦਾਰ ਸਾਹਿਬ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਸੀ ਕਿ ਇਹ ਜੋ ਕੁਝ ਚੱਲ ਰਿਹਾ ਹੈ, ਭਾਵੇਂ
ਇਹ ਸਿੱਖਾਂ ਦਾ ਰਿਬੈਲੀਅਨ ਮੂਡ ਹੈ, ਰਿਬੈਲ ਦੇ ਤੌਰ ਤੇ ਸਿੱਖ ਸਾਹਮਣੇ ਆ ਗਏ ਨੇ। ਪਰ ਨੇਸ਼ਨ ਤੱਕ ਪਹੁੰਚਣ ਦੇ ਲਈ ਜਿਹੜੀ ਲੀਡਰਸ਼ਿਪ ਚਾਹੀਦੀ ਹੈ ਉਹ ਲੀਡਰਸ਼ਿਪ ਨਹੀਂ ਹੈ। ਔਰ ਉਹ ਲੀਡਰਸ਼ਿਪ ਉਹੀ ਹੁੰਦੀ ਹੈ ਜਿਹੜੀ ਡਿਸਾਈਸਿਵ ਹੋਏ, ਫੈਸਲਾਕੁਨ ਹੋਏ, ਇਮੀਡੀਏਟ ਜੋ ਚੱਲ ਰਿਹਾ ਉਹਦੇ ਪ੍ਰਭਾਵ ਨਾ ਕਬੂਲੇ। ਹੁਣ ਇਹੀ ਜਦੋਂ ਅਸੀਂ ਲੀਡਰ ਔਰ ਸਟੇਟਸਮੈਨ ਦੇ ਵਿੱਚ ਫਰਕ ਕਰਦੇ ਹਾਂ, ਹੁਣ ਮਾਸਟਰ ਤਾਰਾ ਸਿੰਘ ਕੋਈ ਛੋਟਾ ਲੀਡਰ ਨਹੀਂ ਸੀ, ਉਹਦੀ ਇੱਕ ਆਵਾਜ਼ ਤੇ ਲੱਖਾਂ ਸੇ ਇਕੱਠੇ ਹੋ ਜਾਂਦੇ ਸੀ, ਲੇਕਿਨ ਉਹ ਕੋਈ ਸਟੇਟਸਮੈਨ ਨਹੀਂ ਸੀ, ਕੋਈ ਡਿਸੀਜਨ ਮੇਕਰ ਨਹੀਂ ਸੀ। ਜਦੋਂ ਫੈਸਲਾ ਲੈਣ ਦਾ ਵੇਲਾ ਆਇਆ ਤੁਸੀਂ ਐਮੋਸ਼ਨ ਦੇ ਨਾਲ ਫੈਸਲਾ ਲੈ ਰਹੇ ਹੋ, ਤੁਸੀਂ ਦੂਜੇ ਪਾਸੇ ਜਾ ਕੇ ਖਲੋ ਜਾਂਦੇ ਹੋ। ਹੁਣ 84 ਤੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੂੰ ਅਸੀਂ ਉਹ ਡਿਸਾਈਸਿਵ ਲੀਡਰ ਦੇ ਤੌਰ ਤੇ ਦੇਖਦੇ ਹਾਂ ਕਿ ਵੀ ਜਿਨ੍ਹਾਂ ਨੂੰ ਬਿਲਕੁਲ ਕਲੀਅਰ ਸੀ ਵੀ ਉਹਨਾਂ ਨੇ ਕਿੱਥੇ ਜਾਣਾ, ਇਸ ਲਈ ਸਟੇਟ ਨੇ ਉਹਨਾਂ ਨੂੰ ਲਿਕੁਇਡੇਟ ਕਰ ਦਿੱਤਾ। ਉਸ ਤੋਂ ਬਾਅਦ ਵੀ ਜੇ ਹੁਣ ਅਸੀਂ ਦੇਖਦੇ ਹਾਂ ਕਿ ਜਿੱਥੇ ਥੋੜੀ ਬਹੁਤ ਵੀ ਆਵਾਜ਼ ਉੱਠਦੀ ਹੈ, ਮੈਂ ਹੁਣ ਉਹ ਸਾਰੇ ਜਿਹੜੇ ਐਕਟਰ ਨੇ ਉਹਨਾਂ ਦੇ ਨਾਂ ਨਹੀਂ ਲੈਣਾ ਚਾਹੁੰਦਾ ਕਿ ਵੀ ਜਿਨ੍ਹਾਂ ਨੇ ਥੋੜੀ ਬਹੁਤ ਹੋਪ ਇਸ ਪੀਰੀਅਡ ਦੇ ਵਿੱਚ ਦਿੱਤੀ, ਉਹਨਾਂ ਦੀ ਆਵਾਜ਼ ਕਿਉਂ ਜਿਹੜੀ ਹੈ ਉਹ ਬੰਦ ਕਰ ਦਿੱਤੀ ਗਈ? ਕਿਉਂਕਿ ਉਹ ਇਹ ਵੀ ਨਹੀਂ ਚਾਹੁੰਦੇ, ਇਹ ਨਹੀਂ ਹੈ ਵੀ ਉਹ ਸਾਰੇ ਕੋਈ ਖਾਲਿਸਤਾਨ ਲੈ ਕੇ ਦੇਣ ਦੇ ਸਮਰੱਥ ਸਨ ਜਾਂ ਨਹੀਂ, ਲੇਕਿਨ ਉਹ ਤਾਂ ਉੱਥੇ ਤੁਹਾਡੇ ਇਹ ਭੰਤਾ ਮਾਨ ਔਰ ਇਹ ਦੂਜੀ ਜਿਹੜੀ ਸਾਰੀ ਕੈਟਾਗਰੀ ਹੈ ਔਰ ਤੁਹਾਡਾ ਸੋਸ਼ਲ ਮੀਡੀਆ ਕਿਹਨੂੰ ਕੀ ਕਿਹਾ। ਉਹ ਪਰਮਿੰਦਰ ਸਿੰਘ ਨਾਂ ਦਾ ਬੰਦਾ ਜਿਹੜਾ ਖੁਦ ਕਦੇ ਵਿਚਾਰਾ ਡਰੱਗਸ ਇਸਤੇਮਾਲ ਕਰਦਾ ਸੀ, ਉਹਨੇ ਛੱਡਿਆ, ਉਹ ਜਿਹੜਾ ਆ ਗਿਆ ਨਿਕਲ ਕੇ ਕਿ ਭਾਈ ਨਹੀਂ ਮੈਂ ਜੇ ਪੁਲਿਸ ਜਾਂ ਦੂਜੀ ਰਲੀ ਹੋਈ ਹੈ ਮਾਨਸਾ ਜ਼ਿਲ੍ਹੇ ਦੀ, ਮੈਂ ਜਿਹੜਾ ਉਹਨਾਂ ਨੂੰ ਕਰਵਾਉਂਦਾ, ਉਹਨੂੰ ਜਿਵੇਂ ਜ਼ਲੀਲ ਕਰਕੇ ਉਹਦੇ ਬਾਪ ਨੂੰ ਉਹਦੀ ਵਾਈਫ ਨੂੰ ਉਹਨੂੰ ਕੀਤਾ। ਉਹਨੂੰ ਜਦੋਂ ਪੁੱਛ ਰਹੇ ਨੇ ਉਹਨੂੰ ਭੰਤੇ ਨੂੰ ਕਿ ਜੀ ਉਹ ਕੀ ਹੈ, ਕਿ ਜੀ ਪਰਮਿੰਦਰ ਸਿੰਘ ਝੋਟੇ ਨਾਲ। ਹਾਂ ਜੀ, ਕੋਈ ਵੀ ਝੋਟਾ ਹੋਏ ਖੋਤਾ ਹੋਏ ਕਾਨੂੰਨ ਸਭ ਲਈ। ਮਤਲਬ ਤੁਸੀਂ ਦੇਖੋ ਇਸ ਲੈਵਲ ਤੱਕ, ਕਿਉਂਕਿ ਲੋਕ ਲਾਅ ਐਂਡ ਆਰਡਰ ਨੂੰ ਕਦੋਂ ਹੱਥ ਚ ਲੈਂਦੇ ਨੇ? ਜਦੋਂ ਲਾਅ ਐਂਡ ਆਰਡਰ ਇੰਪਲੀਮੈਂਟ ਕਰਨ ਵਾਲੀਆਂ ਏਜੰਸੀਆਂ ਆਪਣਾ ਕੰਮ ਨਹੀਂ ਕਰਦੀਆਂ। ਸੋ ਇਹ ਤਾਂ ਮੈਂ ਲੋਅਰ ਲੈਵਲ ਤੇ ਗੱਲ ਕਰਦਾ। ਇਹਨਾਂ ਇਸ਼ੂਜ਼ ਦੇ ਉੱਤੇ ਡਿਬੇਟ ਲਈ ਤਾਂ ਬਹੁਤ ਕੁਝ ਹੈ, ਲੇਕਿਨ ਕੋਈ ਵੀ ਸਾਡੀ ਡਿਸਾਈਸਿਵ ਲੀਡਰਸ਼ਿਪ ਜਿਹੜੀ ਪੋਲੀਟੀਕਲ ਐਂਗਲ ਦੇ ਉੱਤੇ ਫੋਕਸ ਰੱਖ ਕੇ, ਇਹਦਾ ਮਤਲਬ ਇਹ ਨਹੀਂ ਹੈ ਵੀ ਕੰਮ ਹੋ ਨਹੀਂ ਰਿਹਾ। ਅਸੀਂ ਸਾਰੀਆਂ ਹੀ ਆਰਗੇਨਾਈਜੇਸ਼ਨਸ, ਖਾਸ ਤੌਰ ਤੇ ਖਾਲਿਸਤਾਨ ਰੈਫਰੈਂਡਮ, ਇੱਕ ਜਿਵੇਂ ਸਾਡੇ ਵੀਰ ਜਸਵੀਰ ਸਿੰਘ, ਇੱਕ ਰੋਡ ਮੈਪ ਹੈ ਜਿਹੜੇ ਬਾਅਦ ਅੱਗੇ। ਪਰ ਜਦੋਂ ਵੀ ਅਸੀਂ ਕਿਸੇ ਚੀਜ਼ ਦੀ ਇਸ ਪਾਰਟ ਨੂੰ ਦੇਖਦੇ ਹਾਂ ਕਿ ਵੀ ਕਿਸੇ ਦੀ ਐਬਸੈਂਸ, ਵਾਟ ਨੈਕਸਟ, ਇੱਕ ਤੁਹਾਡੀ ਕਲੈਕਟਿਵ ਲੀਡਰਸ਼ਿਪ ਵੀ, ਇੱਕ ਤੁਹਾਡੀ ਉਸ ਲੈਵਲ ਦੀ ਫਸਟ ਗ੍ਰੇਡ, ਸੈਕੰਡ ਗ੍ਰੇਡ, ਥਰਡ ਗ੍ਰੇਡ ਹੁੰਦਾ ਕੀ ਹੈ? ਜੇ ਤੁਹਾਡੀ ਫਸਟ ਗ੍ਰੇਡ ਲੀਡਰਸ਼ਿਪ ਜਾਂ ਫਸਟ ਕਲਾਸ ਲੀਡਰਸ਼ਿਪ ਇੱਕ ਹਾਸਲ ਵੀ ਕਰ ਲੈਂਦੀ। ਹੁਣ ਪਾਕਿਸਤਾਨ ਦੀ ਉਦਾਹਰਣ ਸਾਡੇ ਸਾਹਮਣੇ ਹੈ, 75 ਸਾਲ ਪਹਿਲਾਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਮੁਹੰਮਦ ਇਕਬਾਲ ਥਿੰਕਰ ਸੀ, 1930 'ਚ ਉਹ ਚਲੇ ਗਏ। ਉਸ ਥਾਟ ਦੇ ਉੱਤੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਪਾਕਿਸਤਾਨ ਬਣਾਇਆ, ਲਿਆਕਤ ਅਲੀ ਉਹਨਾਂ ਦੇ ਸਾਥੀ ਸੀ, ਭਾਵੇਂ ਬਾਅਦ 'ਚ ਉਹਨਾਂ ਦੀ ਰਿਲੇਸ਼ਨਸ਼ਿਪ ਕੀ ਹੋਈ ਕੀ ਨਹੀਂ ਹੋਈ ਇਹ ਤਾਂ ਇੱਕ ਵੱਖਰਾ ਟੌਪਿਕ ਹੈ। ਲੇਕਿਨ ਕਾਇਦੇ ਆਜ਼ਮ ਵਿਦਨ 1 ਈਅਰ ਚਲੇ ਗਏ 48 ਦੇ ਵਿੱਚ। ਲਿਆਕਤ ਅਲੀ ਪ੍ਰਾਈਮ ਮਿਨਿਸਟਰ, ਉਹਦਾ ਮਰਡਰ ਹੋ ਗਿਆ। ਬਾਅਦ ਦੇ ਵਿੱਚ ਤੁਸੀਂ ਦੇਖੋ ਕਿ ਇਹਨਾਂ ਸਾਲਾਂ 'ਚ ਕਨਸਟੀਟਿਊਸ਼ਨ ਕਦੋਂ ਬਣਿਆ, ਕੀ ਹੈ, ਅੱਜ ਕੀ ਹਾਲਾਤ ਬਣੇ ਹੋਏ ਨੇ। ਕਿਉਂਕਿ ਗੱਲ ਕੱਲੀ ਇਹ ਨਹੀਂ ਹੁੰਦੀ, ਇੱਕ ਤੁਹਾਡਾ ਸਟੈਪ ਜਿਹੜਾ ਸਟੈਪ ਬਾਈ ਸਟੈਪ ਡਿਸਾਈਸਿਵ ਲੀਡਰਸ਼ਿਪ ਦਾ ਆਪਣੇ ਗੋਲ ਤੱਕ ਲਿਜਾਣਾ ਹੁੰਦਾ, ਦੁਸ਼ਮਣ ਦੀਆਂ ਚਾਲਾਂ ਨੂੰ ਸਮਝਣਾ ਹੁੰਦਾ। ਇੱਕ ਜਦੋਂ ਤੁਸੀਂ ਆਪਣਾ ਨਿਸ਼ਾਨਾ ਹਾਸਲ ਵੀ ਕਰ ਲੈਂਦੇ ਹੋ, ਉਸ ਤੋਂ ਬਾਅਦ ਤੁਹਾਡਾ ਰੋਡ ਮੈਪ ਜਾਂ ਦੂਸਰੀ ਗੱਲ ਤਾਂ ਬਾਅਦ ਚ ਆਉਂਦੀ ਹੈ, ਉਹ ਵੀ ਇੱਕ ਦੌਰ ਹੁੰਦਾ। ਸੋ ਸਾਡੇ ਬਹੁਤ ਸਾਰੇ ਭਾਵੁਕਤਾ ਬਹੁਤ ਜ਼ਿਆਦਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਡੈਡੀਕੇਸ਼ਨ, ਕੁਰਬਾਨੀ, ਸਿਰ ਦੇਣ ਵਾਲਿਆਂ ਦੇ ਵੀ ਕਮੀ ਨਹੀਂ ਹੈ। ਉਹ ਅੱਜ ਵੀ ਆਵਾਜ਼ ਵੱਜੇਗੀ ਦੂਜੀ। ਲੇਕਿਨ ਜਿਹੜੀ ਗੱਲ ਮੈਂ ਸਮਝਦਾ ਵੀ 75 ਸਾਲ ਪਹਿਲਾਂ ਮੁਹੰਮਦ ਅਲੀ ਜਿਨ੍ਹਾਂ ਨੇ ਕਹੀ ਸੀ ਕਿ ਪੋਲੀਟੀਕਲੀ ਨਾਈਵ, ਅਨਾੜੀਪੁਣਾ, ਕਿਉਂਕਿ ਅਨਾੜੀਪੁਣਾ ਉਦੋਂ ਇਹ ਨਹੀਂ ਹੈ ਵੀ ਕੋਈ ਲੀਡਰਾਂ ਦਾ ਹੀ ਕਸੂਰ ਹੁੰਦਾ, ਇਹ ਫਿਰ ਓਵਰਆਲ ਜਦੋਂ ਅਸੀਂ ਨੇਸ਼ਨ ਦੀ ਗੱਲ ਕਰਦੇ ਹਾਂ, ਅਸੀਂ ਇਮੋਸ਼ਨਲੀ ਵਲਨਰੇਬਲ ਹੈ, ਅਸੀਂ ਪੋਲੀਟੀਕਲੀ ਵਲਨਰੇਬਲ ਹੈ। ਕੋਈ ਆ ਕੇ ਦੋ ਸਿਫਤਾਂ ਸਾਡੀਆਂ ਕਰੇ, ਸਾਨੂੰ ਚੰਗਾ ਲੱਗਣ ਲੱਗ ਜਾਂਦਾ ਸੀ, ਭੁੱਲ ਜਾਂਦੇ ਆ ਵੀ ਕੀ ਪਾਰਟ ਹੈ। ਹਿਊਮੈਨਿਟੇਰੀਅਨਿਜ਼ਮ ਸਾਡੇ 'ਚ ਕਈ ਵਾਰੀ ਇੰਨਾ ਓਵਰਟੇਕ ਕਰ ਲੈਂਦਾ ਕਿ ਅਸੀਂ ਆਪਣੇ ਇੰਟਰਸਟ ਨੂੰ ਭੁੱਲ ਜਾਂਦੇ ਹਾਂ। ਔਰ ਇਸ ਸਾਰੇ ਦੇ ਚੱਲਦੇ ਆ ਇਹ ਸਵਾਲ, ਇਹਦੇ ਤੇ ਮੈਂ ਫਿਰ ਵੀ ਕਿਸੇ ਦਿਨ ਗੱਲਬਾਤ ਕਰਾਂਗਾ, ਪਰ ਇਹ ਕੋਈ ਅਫੈਂਸ ਨਹੀਂ ਹੈ, ਕਿਸੇ ਨੂੰ ਪੁੱਟ ਡਾਊਨ ਕਰਨ ਲਈ ਨਹੀਂ ਹੈ। ਜਿਹੜੇ ਕੰਮ ਕਰ ਰਹੇ ਨੇ ਜਿਸ ਫੀਲਡ 'ਚ, ਅਸੀਂ ਤਾਂ ਅਨੰਦਪੁਰ ਦੇ ਮਾਡਲ ਦੀ ਗੱਲ ਕਰਦੇ ਹਾਂ ਕਿ ਭਾਈ ਨੰਦ ਲਾਲ ਕਲਮ ਚਲਾਉਂਦੇ ਨੇ, ਭਾਈ ਕਨਈਆ ਪਾਣੀ ਦੀ ਮਸ਼ਕ ਨਾਲ ਸਰਵ ਕਰਦੇ ਨੇ, ਭਾਈ ਬਚਿੱਤਰ ਸਿੰਘ ਨਾਗਣੀ ਬਰਛੇ ਨਾਲ ਗੁਲਾਮੀ ਦੇ ਸੰਗਲ ਕੱਟ ਰਹੇ ਨੇ। ਲੇਕਿਨ ਅੱਜ ਦੇ ਦੌਰ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਅਲਟੀਮੇਟਲੀ ਇੰਟੈਗ੍ਰਿਟੀ, ਡਿਸਾਈਸਿਵਨੈਸ,
ਔਰ ਇੱਕ ਗੋਲ ਦੇ ਉੱਤੇ ਫੋਕਸ। ਬਹੁਤ ਸਾਰਿਆਂ ਨੂੰ ਮੈਂ ਜਦੋਂ ਦੇਖਦਾ ਉਹ ਆਪਣਿਆਂ 'ਚ ਇੰਨੀਆਂ ਕੁ ਨੁਕਸ ਕੱਢ ਦੇਣਗੇ, ਫਿਰ ਕਹਿਣਗੇ ਜੀ ਅਸੀਂ ਖਾਲਸਾ ਨਹੀਂ ਬਣਦੇ, ਆਹ ਕਮੀਆਂ ਆ ਗਈਆਂ, ਖਾਲਸਾ ਬਣ ਜਾਈਏ ਫਿਰ ਖਾਲਿਸਤਾਨ ਬਣ ਜਾਏਗਾ। ਉਹ ਦਲੀਲਾਂ ਵੀ ਕਈ ਵਾਰੀ ਫਿਰ ਮੈਨੂੰ ਇਹ ਲੱਗਦਾ ਕਿ ਵੀ ਇਹ ਜਿਹੜਾ ਇੱਕ ਫੋਕਸ ਹੈ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ, ਜਦੋਂ ਤੱਕ ਇਹ ਫੋਕਸ ਰੱਖ ਕੇ ਇੱਕ ਡਿਸਾਈਸਿਵ ਲੀਡਰਸ਼ਿਪ ਜਿਹੜੀ ਬ੍ਰਾਹਮਣਵਾਦ ਦੇ ਸਾਮ-ਦਾਮ ਦੰਡ ਭੇਦ ਦੇ ਚਾਰੋਂ ਹਥਿਆਰਾਂ ਨੂੰ ਚੰਗੀ ਤਰ੍ਹਾਂ ਸਮਝਦੀ ਹੋਏ ਔਰ ਜਿਹਦੇ ਸਾਹਮਣੇ ਜਿਹੜਾ ਹੈ ਉਹ ਕੌਮੀ ਆਜ਼ਾਦੀ ਤੋਂ ਬਿਨਾਂ ਹੋਰ ਕੋਈ ਜਿਹੜੀ ਹੈ ਡਿਊਅਲਿਟੀ ਨਾ ਹੋਏ, ਦਵੰਦ ਨਾ ਹੋਏ, ਉਹੀ ਅਲਟੀਮੇਟਲੀ ਗੁਰੂ ਤੋਂ ਅਸੀਂ ਅਰਦਾਸ ਹੀ ਕਰ ਸਕਦੇ ਕਿ ਉਹ ਮਾਹੌਲ ਸਿਰਜਿਆ ਜਾਏ ਕਿ ਕੌਮ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਕਰਵਾਏ, ਉਸ ਧਰਤੀ ਤੇ ਖਾਲਸੇ ਦੀਆਂ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਹੋਣ ਤੇ ਦਸਾਂ ਨੌਆਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਤੇ ਪੂਰਾ ਕੰਟਰੋਲ ਹੋਏ, ਜਿਹੜਾ ਡ੍ਰੀਮ ਕਿ ਸਾਡੇ ਖਾਲਿਸਤਾਨ ਦੇ ਐਲਾਨਨਾਮੇ ਦੇ ਵਿੱਚ ਐਲਾਨਿਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvreport.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV ਰਿਪੋਰਟ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।